ਸੋ ਇਸ ਦੇ ਵਿੱਚ ਆਪਾਂ ਜਿਹੜਾ ਹੈਗੇ ਵਾ 2 ਟੌਪਿਕਸ ਕਰਾਂਗੇ ਮੇਨ। ਫਸਟ ਵਨ ਇਜ਼ ਡਿਜੀਟਲ ਮਾਰਕੀਟਿੰਗ ਆਬਜੈਕਟਿਵਸ। ਕਿਹੜੇ-ਕਿਹੜੇ ਆਬਜੈਕਟਿਵਸ ਜਿਹੜੇ ਹੈਗੇ ਆ ਆਪਾਂ ਰੈਸ਼ਨਲੀ ਸੈੱਟ ਕਰ ਸਕਦੇ ਹਾਂ, ਮਤਲਬ ਜਿਹੜੇ ਆਪਾਂ ਅਚੀਵ ਕਰ ਸਕੀਏ, ਮਤਲਬ ਜਿਨ੍ਹਾਂ ਦੇ ਨਾਲ ਜਿਹੜਾ ਹੈਗਾ ਵਾ ਐਕਚੁਅਲ ਸਾਨੂੰ ਰਿਜ਼ਲਟ ਮਿਲੇ। ਇਹ ਨਾ ਹੋਵੇ ਕਿ ਕੋਈ ਗੜਬੜ ਹੋ ਜਾਵੇ, ਕਿਉਂਕਿ ਡਿਜੀਟਲ ਮਾਰਕੀਟਿੰਗ ਦੇ ਵਿੱਚ ਵੀ ਪੂਰੀ ਜਿਹੜੀ ਹੈਗੀ ਟੈਕਨੀਕਲੀ ਤੁਹਾਨੂੰ ਸਾਊਂਡ ਹੋਣਾ ਜ਼ਰੂਰੀ ਆ। ਸੋ ਉਸ ਦੇ ਲਈ ਆਬਜੈਕਟਿਵਸ ਆਪਾਂ ਕਿਹੜੇ-ਕਿਹੜੇ ਸੈੱਟ ਕਰ ਸਕਦੇ ਹਾਂ, ਤੇ ਇਸ ਦੇ ਨਾਲ ਹੀ ਡਿਜੀਟਲ ਮਾਰਕੀਟਿੰਗ ਦੇ ਵਿੱਚ ਐਕਟੀਵਿਟੀਜ਼ ਕੀ ਹੁੰਦੀਆਂ ਹੈਗੀਆਂ। ਸੋ ਡਿਜੀਟਲ ਮਾਰਕੀਟਿੰਗ ਐਕਟੀਵਿਟੀਜ਼ ਦੇ ਵਿੱਚ ਕਾਫੀ ਐਕਟੀਵਿਟੀਜ਼ ਹੁੰਦੀਆਂ। ਉਸ ਦੇ ਵਿੱਚੋਂ ਅਸੀਂ ਜਿਹੜੀਆਂ ਹੈਗੀਆਂ ਵਾ 2 ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਵਾ ਉਹ ਡਿਸਕਸ ਕਰਾਂਗੇ। ਸਾਰੀਆਂ ਹੀ ਐਕਟੀਵਿਟੀਜ਼ ਬਹੁਤ ਜ਼ਰੂਰੀ ਹੈਗੀਆਂ ਵਾ, ਪਰ ਇਹ ਜਿਹੜੀਆਂ ਹੈਗੀਆਂ ਵਾ 2 ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਵਾ ਸਰਚ ਇੰਜਨ ਆਪਟੀਮਾਈਜ਼ੇਸ਼ਨ ਤੇ ਸਰਚ ਇੰਜਨ ਮਾਰਕੀਟਿੰਗ। ਇਹ ਜਿਹੜੀਆਂ ਹੈਗੀਆਂ ਵਾ ਸਾਡੀਆਂ ਐਕਟੀਵਿਟੀਜ਼, ਇਹ ਜਿਹੜੀਆਂ ਹੈਗੀਆਂ ਸਾਡੀਆਂ ਸਭ ਨਾਲੋਂ ਜ਼ਿਆਦਾ ਜਿਹੜੀਆਂ ਹੈਗੀਆਂ ਇੰਪੋਰਟੈਂਟ ਹੁੰਦੀਆਂ ਵਾ। ਠੀਕ ਹੈ, ਸਰਚ ਇੰਜਨ ਆਪਟੀਮਾਈਜ਼ੇਸ਼ਨ, ਸਰਚ ਇੰਜਨ ਮਾਰਕੀਟਿੰਗ, ਇਹਨੂੰ SEO ਵੀ ਕਹਿੰਦੇ ਹੈਗੇ ਆ ਤੇ ਸਰਚ ਇੰਜਨ ਮਾਰਕੀਟਿੰਗ ਨੂੰ SEM ਵੀ ਆਪਾਂ ਕਹਿੰਦੇ ਹੈਗੇ। ਸੋ ਦੋਨੇ ਦੀਆਂ ਦੋਨੇ ਜਿਹੜੀਆਂ ਐਕਟੀਵਿਟੀਜ਼ ਆਪਾਂ ਸਰਚ ਕਰਾਂਗੇ, SEO ਤੇ SEM, ਤੇ ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਡਿਜੀਟਲ ਮਾਰਕੀਟਿੰਗ ਆਬਜੈਕਟਿਵਸ ਜਿਹੜੇ ਹੈਗੇ। ਸੋ ਹਾਊ ਟੂ ਸੈਟ ਡਿਜੀਟਲ ਮਾਰਕੀਟਿੰਗ ਆਬਜੈਕਟਿਵਸ। ਸੋ ਸਭ ਤੋਂ ਪਹਿਲਾ ਕੁਐਸਚਨ ਇਹ ਹੈ ਕਿ ਡਿਜੀਟਲ ਮਾਰਕੀਟਿੰਗ ਆਬਜੈਕਟਿਵਸ ਜਿਹੜੇ ਹੈਗੇ ਆ ਉਹਨੂੰ ਸੈੱਟ ਕਿੱਦਾਂ ਕਰਨਾ। ਆਪਾਂ ਮਾਰਕੀਟਿੰਗ ਬਾਰੇ ਤੁਹਾਨੂੰ ਦੱਸ ਦਿੱਤਾ ਸੀ, ਡਿਜੀਟਲ ਮਾਰਕੀਟਿੰਗ ਬਾਰੇ ਤੁਹਾਨੂੰ ਦੱਸਤਾ, ਟ੍ਰੈਡੀਸ਼ਨਲ ਮਾਰਕੀਟਿੰਗ ਦੇ ਬਾਰੇ ਤੁਹਾਨੂੰ ਦੱਸ ਦਿੱਤਾ। ਆਈ ਹੋਪ ਉਹ ਤੁਹਾਨੂੰ ਸਮਝ ਆ ਗਈ ਹੈ। ਉਸ ਤੋਂ ਬਾਅਦ ਹੀ ਆਪਾਂ ਫਿਰ ਜਦੋਂ ਤੱਕ ਉਹ ਪਹਿਲਾ ਜਿਹੜਾ ਹੈਗਾ ਲੈਕਚਰ ਤੁਹਾਨੂੰ ਸਮਝ ਨਹੀਂ ਆ ਜਾਂਦਾ, ਜਿਹੜੀਆਂ ਟਰਮਸ ਜਿਹੜੀਆਂ ਹੈਗੀਆਂ ਸਮਝ ਨਹੀਂ ਆ ਜਾਂਦੀਆਂ, ਉਦੋਂ ਤੱਕ ਜਿਹੜਾ ਹੈਗਾ ਵਾ ਆਪਾਂ ਇਸ ਦੇ ਵਿੱਚ ਅੱਗੇ ਨਹੀਂ ਚੱਲਣਾ। ਉਸਨੂੰ ਦੁਬਾਰਾ ਇੱਕ ਵਾਰੀ ਪੜ੍ਹੋ। ਅਗਰ ਕੋਈ ਪ੍ਰੋਬਲਮ ਹੈਗੀ ਹੈ ਤਾਂ ਦੁਬਾਰਾ ਉਹਦੇ ਵਿੱਚ ਕੁਐਸਚਨ ਪੁੱਛ ਸਕਦੇ ਹੈਗੇ ਤੁਸੀਂ। ਸੋ ਸਾਡਾ ਮੇਨ ਜਿਹੜਾ ਹੈਗਾ ਸਬਜੈਕਟ ਹੈਗਾ ਵਾ ਉਹ ਡਿਜੀਟਲ ਮਾਰਕੀਟਿੰਗ ਦੇ ਨਾਲ ਰਿਲੇਟਡ ਹੈ। ਸੋ ਸਭ ਤੋਂ ਪਹਿਲਾਂ ਕਿ ਹਾਊ ਟੂ ਸੈਟ ਡਿਜੀਟਲ ਮਾਰਕੀਟਿੰਗ ਆਬਜੈਕਟਿਵਸ। ਸੋ setting objectives for your digital marketing goals give you something to aim for in the long and short term. If you set using the SMART mnemonic, achievements become clear, defined and achievable. ਸੋ ਇਸ ਦੇ ਵਿੱਚ ਜਿਹੜਾ ਹੈਗਾ ਸਮਾਰਟ ਜਿਹੜਾ ਹੈਗਾ ਵਾ ਨਿਮੋਨਿਕ ਜਿਹੜਾ ਹੈਗਾ ਵਾ, ਸਮਾਰਟ ਦਾ ਮਤਲਬ ਹੈਗਾ ਵਾ, S ਦਾ ਮਤਲਬ ਸਪੈਸੀਫਿਕ, M ਦਾ ਮਤਲਬ ਮੇਜਰੇਬਲ, A ਦਾ ਮਤਲਬ ਅਚੀਵੇਬਲ, R ਦਾ ਮਤਲਬ ਰੈਲੇਵੈਂਟ ਤੇ T ਦਾ ਮਤਲਬ ਟਾਈਮ ਡਰਿਵਨ। ਸੋ ਇਟ ਇਜ਼ ਨੋਨ ਐਜ਼ ਸਮਾਰਟ ਨਿਮੋਨਿਕ। ਸਮਾਰਟ ਨਿਮੋਨਿਕ ਨੂੰ ਕਹਿੰਦੇ ਆ। ਸੋ ਇਹ ਅਗਰ ਆਪਾਂ ਯੂਜ਼ ਕਰਦੇ ਆ ਤੇ ਇਸ ਦੇ ਨਾਲ ਜਿਹੜੇ ਹੈਗੇ ਆ ਸਾਡੀਆਂ ਜਿਹੜੀਆਂ ਅਚੀਵਮੈਂਟਸ ਹੈਗੀਆਂ ਉਹ ਕਲੀਅਰ ਹੋ ਜਾਂਦੀਆਂ ਪੂਰੀਆਂ ਤਰੀਕੇ ਦੇ ਨਾਲ, ਪੂਰੇ ਤਰੀਕੇ ਦੇ ਨਾਲ ਉਹ ਡਿਫਾਈਨ ਹੋ ਜਾਂਦੀਆਂ ਵਾ, ਤੇ ਪੂਰੇ ਤਰੀਕੇ ਦੇ ਨਾਲ ਉਹ ਜਿਹੜੀਆਂ ਹੈਗੀਆਂ ਜਿਹੜੀਆਂ ਵੀ ਅਸੀਂ ਕਰਨਾ ਚਾਹੁੰਦੇ ਆ ਉਹ ਅਚੀਵੇਬਲ ਹੋ ਜਾਂਦੀਆਂ ਹੈਗੀਆਂ। ਸੋ ਇਸ ਦੇ ਵਿੱਚ ਜਿਹੜੀਆਂ ਆਪਾਂ ਇਹ ਚੀਜ਼ਾਂ ਸੈੱਟ ਕਰਨੀਆਂ ਹੁੰਦੀਆਂ ਵਾ, ਉਹਦੇ ਲਈ ਜਿਹੜੇ ਹੈਗੇ ਆ ਸਮਾਰਟ ਆਬਜੈਕਟਿਵਸ ਜਿਹੜੇ ਹੈਗੇ ਆ, ਉਹਦੇ ਵਿੱਚ ਜਿਹੜੀ ਹੈਗੀ ਆ ਬੈਡ ਐਗਜ਼ਾਮਪਲ ਤੇ ਗੁੱਡ ਐਗਜ਼ਾਮਪਲ। ਠੀਕ ਹੈ, ਹੁਣ ਜਿਹੜੀ ਬੈਡ ਐਗਜ਼ਾਮਪਲ ਹੈਗੀ ਆ ਉਸ ਦੇ ਵਿੱਚ ਆਪਾਂ ਜਿਹੜੀ ਹੈਗੀ ਆ ਆਪਣਾ ਇੱਕ ਆਬਜੈਕਟਿਵ ਸੈੱਟ ਕੀਤਾ, ਇਨਕਰੀਜ਼ ਰੈਵਨਿਊ ਫਰੋਮ ਦਾ ਆਨਲਾਈਨ ਮੋਬਾਈਲ ਸ਼ਾਪ। ਸਾਡੇ ਕੋਲ ਮੋਬਾਈਲ ਸ਼ਾਪ ਹੈ, ਉਸ ਦਾ ਅਸੀਂ ਜਿਹੜਾ ਹੈਗਾ ਰੈਵਨਿਊ ਇਨਕਰੀਜ਼ ਕਰਨਾ ਹੈਗਾ। ਸੋ ਦੈਟ ਇਜ਼ ਅ ਬੈਡ ਐਗਜ਼ਾਮਪਲ। ਕਿਉਂਕਿ ਉਹਦੇ ਵਿੱਚ ਕੋਈ 1 ਰੁਪਈਏ ਦਾ ਵੀ ਸਾਨੂੰ ਜਿਹੜਾ ਹੈਗਾ ਵਾ ਫਾਇਦਾ ਹੁੰਦਾ ਵਾ, ਤੇ ਉਹ ਵੀ ਸਾਡਾ ਗਿਣਿਆ ਜਾਏਗਾ। ਸੋ ਪਰ ਉਹ ਜਿਹੜਾ ਹੈਗਾ ਵਾ ਰੈਵਨਿਊ ਮਤਲਬ ਆਪਾਂ ਕਿੰਨਾ ਚਾਹੁੰਦੇ ਹੈਗੇ, ਆਪਾਂ ਇਸ ਤਰੀਕੇ ਨਾਲ ਸੈੱਟ ਕਰਨਾ ਹੈਗਾ। ਹੁਣ ਉਸ ਤੋਂ ਬਾਅਦ ਜਿਹੜੀ ਹੈਗੀ ਗੁੱਡ ਐਗਜ਼ਾਮਪਲ ਹੈਗੀ ਆ ਇਸੇ ਵਿੱਚ ਹੀ ਸਮਾਰਟ ਆਬਜੈਕਟਿਵਸ ਦੇ ਵਿੱਚ, ਕਿ ਇਨਕਰੀਜ਼ sales of Nokia mobiles 20% year on year in August on the online store। ਸਾਡੇ ਕੋਲ ਆਨਲਾਈਨ ਸਟੋਰ ਹੈਗਾ ਵਾ, ਜਿਹੜੇ ਅਗਸਤ ਪਿਛਲੇ ਸਾਲ ਦੇ ਵਿੱਚ ਯਾਨੀ ਕਿ 2019 ਦੇ ਵਿੱਚ ਜਿਹੜੀ ਹੈਗੀ ਆ ਸੇਲ ਹੋਈ ਸੀ ਜਿਹੜੀ ਸਾਡੀ, ਉਸ ਤੋਂ ਅਸੀਂ ਜਿਹੜੀ ਹੈਗੀ ਆ ਸੇਲ ਉਸੇ ਅਗਲੇ ਸਾਲ ਯਾਨੀ ਕਿ ਇਸ ਸਾਲ 2020 ਦੇ ਵਿੱਚ ਅਗਸਤ ਦੇ ਮਹੀਨੇ ਦੇ ਵਿੱਚ ਪਿਛਲੇ ਸਾਲ ਦੇ
ਅਗਸਤ ਮਹੀਨੇ ਦੇ ਨਾਲੋਂ 20% ਵਧਾਉਣੀ ਆ। ਸੋ ਇਹ ਜਿਹੜੀ ਹੈਗੀ ਹੈ ਇੱਕ ਗੁੱਡ ਐਗਜ਼ਾਮਪਲ ਹੋ ਗਈ ਉਸਦੀ। ਸੋ ਇਸ ਕਰਕੇ ਜਿਹੜੇ ਜਿਹੜੇ ਆਪਣੇ ਸਮਾਰਟ ਆਬਜੈਕਟਿਵਸ ਹੈਗੇ ਆ ਉਹ ਸਪੈਸੀਫਿਕ ਹੋਣੇ ਚਾਹੀਦੇ ਹੈਗੇ ਆ। Specific means ensures that your objectives are exact in what they set out to achieve। ਜੋ ਕੁਝ ਤੁਸੀਂ ਅਚੀਵ ਕਰਨਾ ਚਾਹੁੰਦੇ ਆ ਉਹ ਉਹਦੀ ਟਰਮਸ ਦੇ ਵਿੱਚ ਉਹ ਐਗਜ਼ੈਕਟ ਹੋਣੀ ਚਾਹੀਦੀ। ਜਿੱਦਾਂ ਉਹਨਾਂ ਦੱਸਿਆ ਕਿ 20% ਜਿਹੜੀ ਹੈਗੀ ਆ ਪਿਛਲੇ ਅਗਸਤ ਦੇ ਨਾਲੋਂ ਜਿਹੜੀ ਹੈਗੀ ਆ ਐਡਵਰਟ ਆਪਣੀ ਜਿਹੜੀ ਹੈਗੀ ਆ ਸੇਲ ਹੈਗੀ ਆ ਉਹ ਪਿਛਲੇ ਸਾਲ ਅਗਸਤ ਦੇ ਵਿੱਚ ਮੋਬਾਈਲਾਂ ਦੀ ਜਿੰਨੀ ਹੋਈ ਸੀ ਉਸ ਦੇ ਨਾਲੋਂ 20% ਜਿਹੜੀ ਹੈਗੀ ਆ ਅਗਸਤ ਦੇ ਵਿੱਚ ਇਸ ਸਾਲ ਅਗਸਤ ਦੇ ਵਿੱਚ ਜਿਹੜੀ ਹੈਗੀ ਆ ਜ਼ਿਆਦਾ ਹੋਣੀ ਚਾਹੀਦੀ ਹੈ। Measurable ensure that your success in reaching this objective can be measured against a specific metric। ਸੋ ਇਸ ਲਾਈਨ ਦਾ ਮਤਲਬ ਇਹ ਹੈ ਕਿ ਕਿਸੇ ਸਪੈਸੀਫਿਕ ਚੀਜ਼ ਜਿੱਦਾਂ ਕੋਈ ਟਾਈਮ ਹੋ ਗਿਆ, ਹੁਣ ਅਗਸਤ ਮਹੀਨਾ ਆਪਾਂ ਕੀਤਾ ਹੈਗਾ, ਅਗਸਤ ਮਹੀਨਾ ਪਿਛਲੇ ਸਾਲ ਦੇ ਅਗਸਤ ਮਹੀਨੇ ਦੇ ਵਿੱਚ ਸਾਡੀ ਕਿੰਨੀ ਸੇਲ ਹੋਈ ਆ, ਉਹ ਇੱਕ ਕੀ ਹੋ ਗਿਆ ਸਪੈਸੀਫਿਕ ਮੈਟ੍ਰਿਕ ਹੋ ਗਿਆ। ਸੋ ਸਪੈਸੀਫਿਕ ਮੈਟ੍ਰਿਕ ਦੇ ਅਗੇਂਸਟ ਅਸੀਂ ਆਪਣੀ ਜਿਹੜੀ ਹੈਗੀ ਆ ਜਿਹੜੀ ਜੋ ਕੁਝ ਵੀ ਅਚੀਵਮੈਂਟ ਹੈਗੀ ਆ ਉਹਨੂੰ ਆਪਾਂ ਮੇਜਰ ਕਰ ਸਕਦੇ ਹੈਗੇ। ਉਸ ਤੋਂ ਬਾਅਦ ਜਿਹੜਾ ਤੀਸਰਾ ਇਸ ਦੇ ਵਿੱਚ ਇੰਪੋਰਟੈਂਟ ਚੀਜ਼ ਹੈਗੀ ਹੈ ਸਮਾਰਟ ਨਿਮੋਨਿਕ ਦੇ ਵਿੱਚ that is achievable। ਸੋ ਇਸ ਦਾ ਮਤਲਬ ਕੀ ਹੈ objectives should be realistic and something you can actually do। Few things are worse than beating yourself up about not hitting the numbers you set out to achieve। ਸੋ ਇਸ ਚੀਜ਼ ਦਾ ਕੀ ਮਤਲਬ ਹੈ, ਇਸ ਚੀਜ਼ ਦਾ ਮਤਲਬ ਹੈ ਕਿ ਜਿਹੜੇ ਵੀ ਆਬਜੈਕਟਿਵ ਕਰਨੇ ਆ ਇਹ ਨਹੀਂ ਸੋਚਣਾ, ਇਹ ਨਹੀਂ ਵੀ ਮੈਂ ਜਿਹੜੇ ਹੈਗੇ ਆ ਸ਼ੇਖ ਚਿੱਲੀਆਂ ਵਾਲੀ ਜਿਹੜੀ ਗੱਲ ਵੀ ਜਿਹੜਾ ਹੈਗਾ ਵਾ ਉਹ ਕੋਈ ਇਦਾਂ ਦਾ ਟਾਰਗੇਟ ਤੁਸੀਂ ਸੈੱਟ ਕਰ ਲਓ ਜਿਹੜਾ ਤੁਹਾਡੇ ਕੋਲ ਅਚੀਵ ਹੀ ਨਾ ਹੋ ਸਕੇ। ਪਿਛਲੇ 10 ਸਾਲਾਂ ਦੀ ਦੇਖੋ, ਆਪਣੀ 5 ਸਾਲਾਂ ਦੀ, 2 ਸਾਲਾਂ ਦੀ ਦੇਖੋ ਅਚੀਵਮੈਂਟ ਵੀ ਇੰਨੀ ਜਿਹੜੀ ਹੈਗੀ ਆ ਹੋਈ ਆ, ਉਹ ਤੋਂ ਥੋੜਾ ਜਿਹਾ ਵਧਾ ਕੇ ਵੀ ਥੋੜੀ ਜਿਹੀ ਮੈਂ ਐਕਸਟਰਾ ਮਿਹਨਤ ਕਰੂੰਗਾ ਇਸ ਵਾਰੀ। ਤੇ ਜੇ ਪਿਛਲੀ ਵਾਰੀ ਜਿਹੜੀ ਹੈਗੀ ਆ ਸੇਲ ਟੋਟਲ ਸਾਲ ਦੀ ਸੇਲ ਜਿਹੜੀ ਸੀਗੀ ਅਗਸਤ ਟੋਟਲ ਸਾਲ ਦੀ ਜਿਹੜੀ ਸੇਲ ਹੋਈ ਆ ਉਹਦੇ ਵਿੱਚੋਂ ਜਿਹੜੀ ਅਗਸਤ ਦੀ ਜਿਹੜੀ ਹੈਗੀ ਆ 5% ਸੀਗੀ ਤੇ ਇਸ ਵਾਰੀ ਜਿਹੜੀ ਹੈਗੀ ਆ ਟੋਟਲ ਸਾਲ ਦੀ ਜਿਹੜੀ ਹੈਗੀ ਆ ਉਸ ਦੇ ਵਿੱਚੋਂ ਮੈਂ ਅਗਸਤ ਦੀ 7% ਕਰਨੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਟਾਰਗੇਟ ਤੁਹਾਡਾ ਜਿਹੜਾ ਅਚੀਵੇਬਲ ਹੋਣਾ ਚਾਹੀਦਾ। ਇਹ ਨਹੀਂ ਹੁੰਦਾ ਕਿ ਬਹੁਤ ਲੰਬਾ ਜਿਹੜਾ ਟਾਰਗੇਟ ਆ ਉਹ ਹਮੇਸ਼ਾ ਸਮਾਲ ਸਟੈਪਸ ਦੇ ਵਿੱਚ ਕੰਮ ਕਰਨਾ। ਉਸ ਤੋਂ ਬਾਅਦ ਫੋਰਥ ਵਨ ਇਜ਼ ਰੈਲੀਵੈਂਟ। ਰੈਲੀਵੈਂਟ ਦਾ ਮਤਲਬ ਹੈ is what you are measuring actually important and relevant to the goal at hand? If not, then reconsider your priorities and look what will make a bigger impact on your business। So relevance ਦਾ ਮਤਲਬ ਇਹ ਹੈ ਕਿ ਜੋ ਕੁਝ ਤੁਹਾਨੂੰ ਇੰਪੋਰਟੈਂਟ ਹੈਗੀ ਹੈ ਚੀਜ਼, ਸਭ ਨੂੰ ਇੰਪੋਰਟੈਂਟ ਕੀ ਹੈ ਤੁਹਾਡੀ ਕਿ ਸੇਲ ਇੱਕ ਚੀਜ਼ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੋ ਸਕਦੀਆਂ, ਉਹਦੇ ਵਿੱਚੋਂ ਇੱਕ ਚੀਜ਼ ਹੈ ਕਿ ਸੇਲ ਨੂੰ ਇਨਕਰੀਜ਼ ਕਰਨਾ, ਕਿਉਂਕਿ ਸੇਲ ਇਨਕਰੀਜ਼ ਨਹੀਂ ਕਰੋਗੇ ਤਾਂ ਤੁਸੀਂ ਬਿਜ਼ਨਸ ਦੇ ਵਿੱਚ ਸਰਵਾਈਵ ਨਹੀਂ ਕਰੋਗੇ। ਸੋ ਆਪਾਂ ਸੇਲ ਦੇ ਨਾਲ ਜਿਹੜੀ ਹੈਗੀ ਹੈ ਚੀਜ਼ ਰੈਲੀਵੈਂਟ ਹੈਗੀ ਹੈ, ਜਿਹਦਾ ਮਤਲਬ ਉਸ ਦੇ ਵਿੱਚ ਬਣਦਾ ਹੈਗਾ ਉਹਦੇ ਨਾਲ ਚੀਜ਼ ਜਿਹੜੀ ਰੱਖੀ ਹੈਗੀ ਹੈ ਆਪਾਂ, ਠੀਕ ਹੈ। ਹੋਰ ਏਦਾਂ ਦੀ ਕੋਈ ਚੀਜ਼ ਨਹੀਂ ਰੱਖਦੇ ਜਿਹਦਾ ਕੋਈ ਮਤਲਬ ਹੀ ਨਹੀਂ ਬਣਦਾ ਹੈਗਾ, ਠੀਕ ਆ। ਜਿੱਦਾਂ ਮੰਨ ਲਓ ਤੁਸੀਂ ਇਹ ਰੱਖ ਦਿਓ ਕਿ ਪਿਛਲੇ ਅਗਸਤ ਦੇ ਵਿੱਚ ਜੇ 100 ਕਸਟਮਰ ਆਏ ਸੀ, ਠੀਕ ਹੈ, ਉਹਨਾਂ 'ਚ ਭਾਵੇਂ ਕਿਸੇ ਨੇ ਖਰੀਦਿਆ ਕੁਛ ਜਾਂ ਨਹੀਂ ਖਰੀਦਿਆ, ਇਸ ਵਾਰੀ ਜਿਹੜੀ ਹੈਗੇ 150 ਕਸਟਮਰ ਆਉਣ ਵੀ ਅਸੀਂ ਐਡਵਰਟਾਈਜ਼ਮੈਂਟ ਕਰਾਂਗੇ ਸਾਡੇ ਸਟੋਰ ਦੇ ਵਿੱਚ ਘੱਟੋ ਘੱਟ 150 ਜਿਹੜੇ ਕਸਟਮਰ ਉਹ ਵਿਜ਼ਿਟ ਕਰਨ ਅਗਸਤ ਮਹੀਨੇ ਦੇ ਵਿੱਚ। ਉਹਦੀ ਕੋਈ ਰੈਲੀਵੈਂਸ ਨਹੀਂ ਹੈਗੀ। ਰੈਲੀਵੈਂਸ ਕਿਸ ਚੀਜ਼ ਦੀ ਹੈ ਵੀ ਜਿੰਨੇ ਵੀ ਬੰਦੇ ਆਉਂਦੇ ਆ ਉਹ ਤੁਹਾਡੇ ਤੋਂ ਕੋਈ ਨਾ ਕੋਈ ਚੀਜ਼ ਖਰੀਦ ਕੇ ਜਾਣ, ਜਿੰਨੇ ਵੀ ਕਸਟਮਰ ਆਉਂਦੇ ਆ। ਸੋ ਰੈਲੀਵੈਂਸ ਹੋਣਾ ਜਿਹੜਾ ਹੈਗਾ ਤੁਹਾਡੇ ਗੋਲ ਦੇ ਨਾਲ ਬਹੁਤ ਜ਼ਰੂਰੀ ਹੈਗਾ। ਉਸ ਤੋਂ ਬਾਅਦ ਟਾਈਮ ਡਰਿਵਨ। ਸੋ ਜਿਹੜਾ ਟਾਈਮ ਡਰਿਵਨ ਜਿਹੜਾ ਹੈਗਾ ਵਾ ਉਸਦਾ ਮਤਲਬ ਕੀ ਹੈਗਾ, when do you want to achieve your objective by putting a deadline on your objectives can help focus your mind and effort। ਬਹੁਤ ਜ਼ਰੂਰੀ ਹੈ। ਇੱਕ ਤਾਂ ਆਪਣੇ ਆਪ ਦੇ ਵਿੱਚ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ, ਠੀਕ ਹੈ, ਤੇ ਆਪਣੇ ਆਪ ਦੇ ਵਿੱਚ ਇਹ ਵਿਸ਼ਵਾਸ ਕਰਨਾ ਕਿ ਹਾਂ ਮੈਂ ਅਚੀਵ ਕਰ ਸਕਦਾ ਹੈਗਾ ਵਾ। ਔਰ ਦੂਸਰਾ ਆਪਣੇ ਦੇ ਲਈ ਆਪਣੇ ਆਪ ਦੇ ਲਈ ਜਿਹੜੀ ਹੈਗੀ ਆ ਤੁਸੀਂ ਜਿਹੜੀ ਹੈਗੀ ਆ ਇੱਕ ਡੈਡਲਾਈਨ ਜਿਹੜੀ ਹੈਗੀ ਆ ਉਹ ਸੈੱਟ ਕਰਨਾ ਬਹੁਤ ਜ਼ਰੂਰੀ ਹੈ ਕਿ ਮੈਂ 1 ਮਹੀਨੇ ਦੇ ਵਿੱਚ ਇੰਨਾ ਕੰਮ ਕਰੂੰਗਾ। ਇਹ ਨਹੀਂ ਕਿ 2 ਸਾਲ ਦੇ ਵਿੱਚ ਕੰਮ ਕਰੂੰਗਾ, 3 ਸਾਲ ਦੇ, ਜਾਂ ਕੋਈ ਲਿਮਿਟ ਹੀ ਹੈ ਨਹੀਂ ਉਸ ਚੀਜ਼ ਦੀ। ਸੋ ਜਿਹੜੇ ਹੈਗੇ ਆ ਇਸ ਦੇ ਵਿੱਚ ਜਿਹੜੇ ਆਬਜੈਕਟਿਵਸ ਹੈਗੇ ਆ,
ਠੀਕ ਹੈ। ਉਹ ਜਿਹੜੇ ਹੈਗੇ ਆ ਕਿਹੜੇ ਹੋਰ ਆਬਜੈਕਟਿਵਸ ਜਿਹੜੇ ਹੈਗੇ ਆ ਆਪਾਂ ਸੈੱਟ ਕਰ ਸਕਦੇ ਹੈਗੇ। ਸੋ ਸਭ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਇੰਪੋਰਟੈਂਟ ਜਿਹੜਾ ਹੈਗਾ ਵਾ ਇਨਕਰੀਜ਼ ਸੇਲਸ। So increasing sales or leads is a top level digital marketing objective for many businesses because it improves revenues and is easy to measure. Using key performance indicators, KPI ਇਹਨਾਂ ਨੂੰ ਕਹਿੰਦੇ ਹੈਗੇ key performance indicators, you can then benchmark your progress towards achieving your objective and you can track this in your spreadsheets. An example of a smart objective would be increase sales by 10% from existing customers by December 2015 2020 ਜਾਂ ਕਿਹੜਾ ਵੀ ਸਾਲ ਜਿਹੜਾ ਹੈਗਾ ਤੁਸੀਂ ਲੈ ਸਕਦੇ ਹੈਗੇ। ਸੋ ਕੀ ਮਤਲਬ ਹੈ ਇਸ ਚੀਜ਼ ਦਾ, ਸੇਲ ਇਨਕਰੀਜ਼ ਕਰਨੀ ਹੈਗੀ ਹੈ, ਇਹ ਤੇ ਬਹੁਤ ਹੀ ਇੰਪੋਰਟੈਂਟ ਇੱਕ ਚੀਜ਼ ਹੈਗੀ ਹੈ। ਠੀਕ ਹੈ। ਸੋ ਉਸ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਐਗਜ਼ਾਮਪਲ ਹੈਗੀ ਹੈ ਸਮਾਰਟ ਆਬਜੈਕਟਿਵ ਦੀ, ਕਿ ਇੱਕ ਜਿਹੜੀ ਹੈਗੀ ਜਿਹੜੇ ਐਗਜ਼ਿਸਟਿੰਗ ਕਸਟਮਰਸ ਹੈਗੇ ਆ ਉਹਨਾਂ ਤੋਂ 10% ਸੇਲ ਜਿਹੜੀ ਹੈਗੀ ਆ ਆਪਾਂ ਇਨਕਰੀਜ਼ ਕਰਨੀ। ਇੱਕ ਆਬਜੈਕਟਿਵ ਆ ਸੈੱਟ ਕਰ ਲਿਆ ਕਿ ਸਾਡੇ ਕੋਲ 150 ਬੰਦਾ ਜਿਹੜਾ ਹੈਗਾ ਪਹਿਲਾਂ ਚੀਜ਼ਾਂ ਖਰੀਦ ਕੇ ਲੈ ਕੇ ਗਿਆ, ਆਪਾਂ ਉਸ 150 ਬੰਦੇ ਦੇ ਵਿੱਚੋਂ ਜਿਹੜੀ ਆਪਣੀ ਸੇਲ ਹੈਗੀ ਆ ਉਹ 10% ਜਿਹੜੀ ਹੈਗੀ ਆ ਜਿਹੜੀ ਪਿਛਲੇ ਸਾਲ ਹੋਈ ਸੀ ਉਹਦੇ ਨਾਲੋਂ 10% ਜਿਹੜੀ ਹੈਗੀ ਆ ਆਪਾਂ ਦਸੰਬਰ 2015 ਤੱਕ ਆਪਾਂ ਟਾਈਮ ਲੈ ਲਿਆ, 2020 ਹੋ ਗਿਆ, ਦਸੰਬਰ 2020 ਹੋ ਗਿਆ, ਠੀਕ ਹੈ, ਦਸੰਬਰ 2021 ਹੋ ਗਿਆ, ਕੋਈ ਵੀ ਟਾਈਮ ਹੋ ਗਿਆ। ਸੋ ਉਸ ਜਿਹੜਾ ਹੈਗਾ ਵਾ ਉਸ ਟਾਈਮ ਤੱਕ ਜਿਹੜੀ ਹੈਗੀ ਆਪਾਂ ਸੇਲ ਜਿਹੜੀ ਹੈਗੀ 10% ਤੱਕ ਇਨਕਰੀਜ਼ ਕਰਨੀ ਹੈਗੀ। ਸੋ ਇਹ ਜਿਹੜਾ ਹੈਗਾ ਇੱਕ ਸਮਾਰਟ ਆਬਜੈਕਟਿਵ ਹੋ ਗਿਆ ਸਾਡਾ। ਸੋ ਸਮਾਰਟ ਜਿਹੜਾ ਆਬਜੈਕਟਿਵ ਜਿਹੜਾ ਹੈਗਾ ਲੈਣਾ ਬਹੁਤ ਜ਼ਰੂਰੀ ਆ। ਠੀਕ ਹੈ। ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਕੀ ਪਰਫਾਰਮੈਂਸ ਇੰਡੀਕੇਟਰ ਜਿਹੜਾ ਹੋ ਗਿਆ, ਸੇਲ ਹੋ ਗਈ ਸਾਡੀ, ਸੇਲ ਜਿਹੜੀ ਹੈਗੀ ਆ ਉਸ ਦੇ ਵਿੱਚ ਜਿਹੜੀ ਹੈਗੀ ਆ ਆਪਾਂ 10% ਇਨਕਰੀਜ਼ ਕਰਨੀ, ਦੈਟ ਇਜ਼ ਕੀ ਪਰਫਾਰਮੈਂਸ ਇੰਡੀਕੇਟਰ। ਕਿੰਨੇ ਜਿਹੜੇ ਕਸਟਮਰ ਵਿਜ਼ਿਟ ਕਰਦੇ ਆ, ਕਿੰਨੇ ਕਸਟਮਰ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਆ ਸਾਡੀ ਚੀਜ਼ ਨੂੰ ਖਰੀਦਦੇ ਆ, ਉਹ ਵੀ ਇੱਕ ਕੀ ਪਰਫਾਰਮੈਂਸ ਇੰਡੀਕੇਟਰਸ ਹੈ। ਇਸੇ ਤਰ੍ਹਾਂ ਹੀ ਕੀ ਪਰਫਾਰਮੈਂਸ ਇੰਡੀਕੇਟਰਸ ਹੈਗੇ ਆ ਸਾਡੇ ਸਾਰੇ। ਨੈਕਸਟ ਹੈਗਾ ਇੰਪਰੂਵ ਕਨਵਰਜਨ ਰੇਟ। ਸੋ ਕਨਵਰਜਨ ਰੇਟ ਨੂੰ ਇੰਪਰੂਵ ਕਰਨਾ, this is another digital marketing objective that can be tracked in Google Analytics. ठीक है, Google Analytics ਦੀ ਵੀ ਦੱਸਾਂਗੇ ਕੀ ਹੁੰਦਾ Google Analytics. So by setting up goal tracking in analytics, you can have reports on conversions for your traffic sources, campaigns, keywords, landing pages, locations, and so on. With this data, you can then track a conversion rate objective like improve organic traffic conversion rate by 25% by November 2015. So November 2015 ਇੱਕ ਡੇਟ ਹੈਗੀ ਆ, ਤੁਸੀਂ ਕੋਈ ਵੀ ਆਪਾਂ ਇਮੇਜਿਨ ਕਰ ਸਕਦੇ ਹੈਗੇ। ਠੀਕ ਹੈ, 2020 ਹੋ ਗਈ, 2021 ਹੋ ਗਈ, 2022 ਹੋ ਗਈ। ਸੋ ਇਸ ਦੇ ਵਿੱਚ ਜਿਹੜਾ ਹੈਗਾ ਵਾ ਕਨਵਰਜਨ ਰੇਟ ਜਿਹੜਾ ਹੈਗਾ ਵਾ, ਸੋ ਇੱਕ ਸਮਾਰਟ ਆਬਜੈਕਟਿਵ ਸਾਡਾ ਹੋ ਗਿਆ। ਜਿਹੜੀ ਆਰਗੈਨਿਕ ਟ੍ਰੈਫਿਕ ਹੈ, ਦੋ ਤਰ੍ਹਾਂ ਦੀ ਟ੍ਰੈਫਿਕ ਹੁੰਦੀ ਹੈ, ਇੱਕ ਹੁੰਦੀ ਹੈ ਆਰਗੈਨਿਕ ਤੇ ਇੱਕ ਹੁੰਦੀ ਹੈ ਪੇਡ। ਜਿਹੜੀ ਆਰਗੈਨਿਕ ਹੁੰਦੀ ਹੈ ਇਟ ਮੀਨਸ ਫ੍ਰੀ ਹੈ, ਆਰਗੈਨਿਕ ਦਾ ਮਤਲਬ ਫ੍ਰੀ ਹੈ, ਪੇਡ ਦਾ ਮਤਲਬ ਜਿਹਦੇ ਲਈ ਆਪਾਂ ਪੈਸੇ ਦਿੱਤੇ ਹੈਗੇ। ਟ੍ਰੈਫਿਕ ਦਾ ਮਤਲਬ ਹੈ ਕਿ ਸਾਡੇ ਆਨਲਾਈਨ ਸਟੋਰ ਦੇ ਉੱਤੇ ਕਿੰਨੇ ਕਸਟਮਰ ਜਿਹੜੇ ਹੈਗੇ ਆ, ਕਿੰਨੇ ਜਿਹੜੇ ਹੈਗੇ ਆ ਕਲਾਇੰਟਸ, ਕਸਟਮਰ ਜਾਂ ਕੋਈ ਵੀ ਹਿਊਮਨ ਬੀਇੰਗਸ, ਠੀਕ ਹੈ, ਜਿਹੜੇ ਆਨਲਾਈਨ ਜਿਹੜੇ ਬੈਠੇ ਆ ਉਹਨਾਂ ਨੇ ਸਾਡੀ ਜਿਹੜੀ ਹੈਗੀ ਆ ਵੈਬਸਾਈਟ ਜਿਹੜੀ ਹੈਗੀ ਆ ਵੈਬ ਪੇਜ ਵੈਬਸਾਈਟ ਵਿਜ਼ਿਟ ਕੀਤੀ ਹੈਗੀ ਸਾਡੀ। ਸੋ ਉਸ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਯੂਜ਼ਿੰਗ ਡਿਜੀਟਲ ਮਾਰਕੀਟਿੰਗ ਆਪਾਂ ਕੀ ਕਰਨਾ ਹੈਗਾ ਵਾ, ਸਾਡਾ ਇਹੀ ਇੱਕ ਆਬਜੈਕਟਿਵ ਸੈੱਟ ਕਰ ਲਿਆ ਕਿ ਸਾਡੇ 'ਚ ਜੇ 100 ਬੰਦੇ ਆਏ ਆ ਤੇ ਇਸ ਪਰਟੀਕੂਲਰ ਟਾਈਮ ਪੀਰੀਅਡ ਤੱਕ, ਯਾਨੀ ਕਿ ਮੰਨ ਲਓ ਦਸੰਬਰ ਨਵੰਬਰ 2021 2022 ਤੱਕ ਆਪਾਂ ਜਿਹੜੀ ਹੈਗੀ ਆ ਜਿਹੜੀ ਟ੍ਰੈਫਿਕ ਹੈਗੀ ਆ ਉਹ 125 ਕਰਨੀ ਹੈਗੀ। ਜੇ 100 ਬੰਦਾ ਆਉਂਦਾ ਹੈਗਾ ਤੇ ਆਪਾਂ ਕਿੰਨਾ ਕਰਨਾ ਹੈਗਾ, 125 ਕਰਨਾ ਹੈਗਾ। ਸੋ ਇਹ ਇੱਕ ਜਿਹੜਾ ਹੈਗਾ ਵਾ ਅਨਦਰ ਜਿਹੜਾ ਹੈਗਾ ਵਾ ਸਮਾਰਟ ਆਬਜੈਕਟਿਵ ਹੋ ਗਿਆ ਕਿ ਇੰਪਰੂਵ ਜਿਹੜਾ ਕਰਨਾ ਕਨਵਰਜਨ ਰੇਟ। ਠੀਕ ਹੈ। ਉਸ ਤੋਂ ਬਾਅਦ ਹੋ ਗਈ ਪਰਸੈਂਟੇਜ ਆਫ ਰਿਟਰਨ ਵਿਜ਼ਟਰਸ, ਅਨਦਰ ਇੱਕ ਸਮਾਰਟ ਆਬਜੈਕਟਿਵ ਹੋ ਗਿਆ। ਠੀਕ ਹੈ, ਇਸ ਦਾ ਮਤਲਬ ਕੀ ਹੈ, ਠੀਕ ਹੈ, ਕਿ 50% ਆਫ ਦ ਵਿਜ਼ਟਰ ਸ਼ੁੱਡ ਬੀ ਰਿਟਰਨਰਸ ਬਾਈ ਦ ਐਂਡ ਆਫ ਦ ਈਅਰ। ਇੱਕ ਸਮਾਰਟ ਆਬਜੈਕਟਿਵ ਹੋ ਗਿਆ ਸਾਡਾ
ਕਿ ਜਿੰਨੇ ਵੀ ਜਿਹੜੇ ਵਿਜ਼ਟਰਸ ਹੈਗੇ ਆ, ਜੇ 100 ਵਿਜ਼ਟਰ ਜਿਹੜੇ ਹੈਗੇ ਕੀਤੇ ਹੈਗੇ ਆ, ਤੇ ਐਟ ਲੀਸਟ 15% ਜਿਹੜੇ ਹੈਗੇ ਆ ਦੁਬਾਰਾ ਵਿਜ਼ਿਟ ਕਰਨ। ਜੇ ਉਹਨਾਂ ਨੇ 100 ਦੇ ਵਿੱਚੋਂ ਜਿੰਨਿਆਂ ਨੇ ਮਰਜ਼ੀ ਖਰੀਦੀ ਹੈਗੀ ਚੀਜ਼, ਸਾਡਾ ਇੱਕ ਆਬਜੈਕਟਿਵ ਅਸੀਂ ਸੈਂਡ ਕਰ ਲਿਆ ਕਿ 100 ਦੇ ਵਿੱਚੋਂ 15 ਜਿਹੜੇ ਹੈਗੇ ਆ ਕਸਟਮਰ, ਉਹਨਾਂ ਨੂੰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਯੂਜ਼ਿੰਗ ਡਿਜੀਟਲ ਮਾਰਕੀਟਿੰਗ ਆਪਾਂ ਦੁਬਾਰਾ ਆਪਣੀ ਵੈਬਸਾਈਟ ਤੱਕ ਲੈ ਕੇ ਆਉਣਾ ਹੈਗਾ। ਜਿੱਦਾਂ ਐਮਾਜ਼ੋਨ ਵਾਲੇ ਕਰਦੇ ਆ, ਫਲਿੱਪਕਾਰਟ ਵਾਲੇ ਕਰਦੇ ਆ, ਇੱਕ ਵਾਰ ਤੁਸੀਂ ਚੀਜ਼ ਖਰੀਦ ਲੈਂਦੇ ਆ, ਫਿਰ ਉਹ ਤੁਹਾਡੀ ਜਿਹੜੀ ਹੈਗੀ ਹੈ ਆਨਲਾਈਨ ਜਿਹੜੀ ਹੈਗੀ ਹੈ ਤੁਹਾਡੀ, ਉਹ ਉਹਨਾਂ ਨੂੰ ਕਿਉਂਕਿ ਤੁਸੀਂ ਅਸੈਸ ਵੀ ਦੇ ਦਿੰਦੇ ਆਪਣੇ ਐਂਡਰੋਇਡ ਦੀ ਵੀ, ਮੋਬਾਈਲ ਦੀ ਵੀ, ਉਹਦੇ ਨਾਲ ਫਿਰ ਉਹ ਜਿਹੜੇ ਤੁਹਾਡੇ ਕੀਵਰਡਸ ਹੈਗੇ ਆ, ਜਿਹੜੇ ਤੁਸੀਂ ਸਰਚ ਕਰਦੇ ਆ ਚੀਜ਼ਾਂ, ਉਹ ਉਹਨਾਂ ਤੱਕ ਡਾਟਾ ਜਿਹੜਾ ਹੈਗਾ ਪਹੁੰਚਦਾ ਰਹਿੰਦਾ ਹੈਗਾ। ਫਿਰ ਉਸ ਤੋਂ ਉਹ ਜਿਹੜੀ ਹੈਗੀ ਆ ਕਸਟਮਾਈਜ਼ ਕਰਕੇ ਕਿ ਤੁਸੀਂ ਕਿਸ ਚੀਜ਼ ਦੀ ਜਿਹੜੀ ਹੈਗੀ ਆ ਸਰਚ ਮਾਰੀ ਆ, ਉਹ ਫਿਰ ਜਿਹੜੀਆਂ ਹੈਗੀਆਂ ਵੈਬਸਾਈਟਸ ਹੈਗੀਆਂ ਵਾ ਤੁਹਾਡੇ ਸੋਸ਼ਲ ਪੇਜ ਦੇ ਵਿੱਚ, ਤੁਹਾਡੇ ਗੂਗਲ ਸਰਚ ਇੰਜਨ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਐਡਵਰਟਾਈਜ਼ਮੈਂਟਸ ਦਿੰਦੀਆਂ ਹੈਗੀਆਂ। ਤੁਸੀਂ ਕਈ ਵਾਰੀ ਸੋਚਦੇ ਹੋਗੇ ਕਿ ਇਹ ਕਿੱਦਾਂ ਹੋ ਜਾਂਦਾ ਸਾਰਾ ਕੁਝ, ਕਿਉਂਕਿ ਤੁਸੀਂ ਅਸੈਸ ਦਿੰਦੇ ਆ, ਪਲੱਸ ਤੁਹਾਡਾ ਆਨਲਾਈਨ ਜੋ ਕੁਝ ਵੀ ਤੁਸੀਂ ਕਰਦੇ ਪਏ ਸਾਰਾ ਕੁਝ ਰਿਕਾਰਡ ਹੁੰਦਾ ਹੈਗਾ। ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਕੰਪਨੀਆਂ ਹੈਗੀਆਂ ਵਾ ਉਹ ਆਪਣੇ ਸਪੈਸੀਫਿਕ ਕਸਟਮਰਸ ਨੂੰ ਟਾਰਗੇਟ ਕਰਦੇ। ਤੁਸੀਂ ਵੀ ਇਦਾਂ ਹੀ, ਜੇ ਤੁਸੀਂ ਐਜ਼ ਏ ਮਾਰਕੀਟਰ ਹੈਗੇ ਆ, ਤੁਸੀਂ ਕੋਈ ਚੀਜ਼ ਵੇਚਦੇ ਪਏ ਆ, ਤੁਸੀਂ ਵੀ ਕਸਟਮਰ ਨੂੰ ਜਿਹੜਾ ਹੈਗਾ ਵਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਉਹ ਕਸਟਮਾਈਜ਼ ਜਿਹੜੀ ਹੈਗੀਆਂ ਚੀਜ਼ਾਂ, ਜਿਹੜੀਆਂ ਦੀ ਚੀਜ਼ਾਂ ਦੀ ਉਹਨਾਂ ਨੇ ਸਰਚ ਮਾਰੀ ਹੈ, ਜਿਹੜੀਆਂ ਚੀਜ਼ਾਂ ਉਹਨਾਂ ਨੇ ਆਨਲਾਈਨ ਜਾ ਕੇ ਵਿਜ਼ਿਟ ਕੀਤੀਆਂ, ਉਹਨਾਂ ਨੂੰ ਦੇਖ ਕੇ ਤੁਸੀਂ ਜਿਹੜੀ ਹੈਗੀ ਆ ਉਹਨਾਂ ਨੂੰ ਪ੍ਰੋਡਕਟਸ ਆਫਰ ਕਰ ਸਕਦੇ ਆ, ਜਿਹਦੇ ਨਾਲ ਉਹ ਦੁਬਾਰਾ ਤੁਹਾਡੀ ਜਿਹੜੀ ਹੈਗੀ ਆ ਸਾਈਟ ਦੇ ਉੱਤੇ ਵਿਜ਼ਿਟ ਕਰਦੇ ਹੈਗੇ ਆ। ਜਿੱਦਾਂ ਮੰਨ ਲਓ ਉਹਨਾਂ ਨੇ ਕੋਈ ਇਦਾਂ ਦਾ ਪ੍ਰੋਡਕਟ ਖਰੀਦਿਆ ਹੈਗਾ ਜਿਹਦੇ ਨਾਲ ਕੋਈ ਹੋਰ ਰਲਦਾ ਮਿਲਦਾ ਪ੍ਰੋਡਕਟ, ਮੰਨ ਲਓ ਖੇਤੀ ਦੇ ਬਾਰੇ ਕੋਈ ਮਤਲਬ ਫਾਰਮਿੰਗ ਦੇ ਨਾਲ ਕੋਈ ਰਿਲੇਟਡ ਉਹਨਾਂ ਨੇ ਪ੍ਰੋਡਕਟ ਖਰੀਦਿਆ ਹੈਗਾ, ਠੀਕ ਆ। ਸੋ ਉਸ ਦੇ ਨਾਲ ਜਿਹੜਾ ਹੈਗਾ ਤੁਸੀਂ ਜਦੋਂ ਉਸ ਦੇ ਨਾਲ ਰਲਦੇ ਮਿਲਦੇ ਜੇ ਕੋਈ ਬੰਦਾ ਉਸ ਤਰੀਕੇ ਦਾ ਕੰਮ ਕਰਦਾ ਹੈਗਾ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਹੋਰ ਲੋੜ ਪੈ ਸਕਦੀ ਆ, ਉਹਦੇ ਰਿਗਾਰਡਿੰਗ ਆਪਾਂ ਉਹਨੂੰ ਦੱਸ ਸਕਦੇ ਕਿ ਅਸੀਂ ਤੈਨੂੰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਦਾਂ ਇੰਨੇ ਰੇਟ ਦੇ ਉੱਤੇ ਮਾਰਕੀਟ ਦੇ ਮੁਕਾਬਲੇ ਜਿਹੜੀਆਂ ਸੈੱਲ ਕਰ ਸਕਦੇ ਹੈਗੇ। ਸੋ ਇਸ ਤਰੀਕੇ ਦੀ ਜਿਹੜੀ ਸਟ੍ਰੈਟਜੀ ਬਣਾ ਕੇ ਆਪਾਂ ਜਿਹੜੀ ਹੈਗੀ ਹੈ ਪਰਸੈਂਟੇਜ ਆਫ ਰਿਟਰਨ ਵਿਜ਼ਟਰਸ ਜਿਹੜੀ ਹੈਗੀ ਇਨਕਰੀਜ਼ ਕਰ ਸਕਦੇ ਹੈਗੇ। So new versus returning visitor is a metric that is available in analytics and is easy to track. Knowing how many visitors return is an important objective because it helps you see how effective your business is at visitor and customer loyalty. So ਇਹਦੇ ਵਿੱਚ analytics ਜਿਹੜੀ ਹੈਗੀ ਆ ਆਪਾਂ ਯੂਜ਼ ਕਰਦੇ ਹੈਗੇ ਟੂਲ ਟੂ ਸੀ ਕਿਹੜੇ ਵਿਜ਼ਟਰ ਜਿਹੜੇ ਹੈਗੇ ਆ ਉਹ ਰਿਟਰਨ ਹੋਏ ਹੈਗੇ। ਸੋ ਟ੍ਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਤੇ ਇਸ ਦੇ ਵਿੱਚ ਜਿਹੜਾ ਹੈਗਾ ਇਹ ਫਰਕ ਹੈ ਕਿ ਇਹਦੇ ਵਿੱਚ ਤੁਸੀਂ ਹਰ ਇੱਕ ਚੀਜ਼ ਸਪੈਸੀਫਿਕ ਹੁੰਦੀ ਹੈ। ਡਿਜੀਟਲ ਮਾਰਕੀਟਿੰਗ ਦੇ ਵਿੱਚ ਹਰ ਇੱਕ ਚੀਜ਼ ਸਪੈਸੀਫਿਕ ਹੈ, ਕੋਈ ਚੀਜ਼ ਜਿਹੜੀ ਇਦਾਂ ਨਹੀਂ ਹੈਗੀ ਕਿ ਹਵਾ ਦੇ ਵਿੱਚ ਹੀ ਚੱਲਦੀ ਪਈ ਹੈਗੀ, ਸਾਰਾ ਕੁਝ ਤੁਹਾਨੂੰ ਪਤਾ ਲੱਗਦਾ ਹੈਗਾ ਇਸ ਦੇ ਵਿੱਚ, ਔਰ ਤੁਸੀਂ ਜਿਹੜਾ ਹੈਗਾ ਵਾ ਉਹਨੂੰ ਜਿਹੜੇ ਹੈਗੇ ਐਨਾਲਾਈਜ਼ ਕਰ ਸਕਦੇ ਹੈਗੇ ਆਪਾਂ ਆਪਣਾ ਦੇਖ ਸਕਦੇ। ਉਸ ਤੋਂ ਬਾਅਦ ਆਰਗੈਨਿਕ ਟ੍ਰੈਫਿਕ ਵੋਲੀਅਮ, ਠੀਕ ਹੈ। ਆਰਗੈਨਿਕ ਟ੍ਰੈਫਿਕ ਵੋਲੀਅਮ ਜਿਹੜੀ ਹੈਗੀ ਹੈ ਇਹਨਾਂ ਦਾ ਜਿਹੜਾ ਸਮਾਰਟ ਆਬਜੈਕਟਿਵਸ ਹੈਗਾ ਵਾ, ਆਰਗੈਨਿਕ ਟ੍ਰੈਫਿਕ is a natural traffic from the search engine result pages. It is considered as a free traffic and is distinct from the paid traffic. Lots of businesses have the objectives to increase organic visitor traffic by achieving high search engine rankings through implementing search engine optimization. ਸੋ ਇਸ ਤਰ੍ਹਾਂ ਦੀ ਜਿਹੜੀ ਆਰਗੈਨਿਕ ਟ੍ਰੈਫਿਕ ਵੋਲੀਅਮ ਜਿਹੜਾ ਹੈਗਾ ਉਹਨੂੰ ਵਧਾਉਣ ਦੇ ਲਈ ਆਪਾਂ ਜਿਹੜੀ ਹੈਗੀ ਆ ਸਰਚ ਇੰਜਨ ਆਪਟੀਮਾਈਜ਼ੇਸ਼ਨ ਜਿਹੜੀ ਹੈਗੀ ਆ ਟੈਕਨੀਕ ਜਿਹੜੀ ਹੈਗੀ ਆ ਯੂਜ਼ ਕਰਦੇ ਆ ਮਤਲਬ। ਸੋ ਆਪਾਂ ਵੀ ਉਸ ਚੀਜ਼ ਦੇ ਬਾਰੇ ਸਰਚ ਇੰਜਨ ਆਪਟੀਮਾਈਜ਼ੇਸ਼ਨ ਦੇ ਬਾਰੇ ਪੜਾਂਗੇ ਆਪਾਂ ਕਿ ਕੀ ਹੈਗੀ ਸਰਚ ਇੰਜਨ ਆਪਟੀਮਾਈਜ਼ੇਸ਼ਨ। ਉਸ ਦੇ ਵਿੱਚ ਆਪਾਂ ਜਿਹੜੇ ਹੈਗੇ ਆ ਆਪਣੀ ਰੈਂਕਿੰਗ ਜਿਹੜੀ ਹੈਗੀ ਆ ਉਹ ਸਰਚ ਇੰਜਨ ਦੇ ਵਿੱਚ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਠੀਕ ਆ। ਉਸ ਦੇ ਵਿੱਚ ਸਪੈਸ਼ਲ ਜਿਹੜੇ ਹੈਗੇ ਆ ਸਰਚ ਇੰਜਨ ਜਿਹੜੇ ਆਪਟੀਮਾਈਜ਼ੇਸ਼ਨ ਵਾਲੇ ਜਿਹੜੇ ਐਕਸਪਰਟ ਹੈਗੇ ਆ ਉਹਨਾਂ ਦੀ ਆਪਾਂ ਸੇਵਾਵਾਂ ਲੈਣੇ ਹੈਗੇ। ਇਸ ਕਰਕੇ ਆਈਟੀ ਫੀਲਡ ਦੇ ਵਿੱਚ ਜਿਹੜੀ ਹੈਗੀਆਂ ਇਹ ਜਿਹੜਾ ਸਰਚ ਇੰਜਨ ਆਪਟੀਮਾਈਜ਼ੇਸ਼ਨ ਵਾਲੀਆਂ ਜੌਬਸ ਹੈਗੀਆਂ ਵਾ ਬਹੁਤ ਜ਼ਿਆਦਾ ਹੁੰਦੀਆਂ ਹੈਗੀਆਂ। ਸੋ ਇਸ ਦੇ ਵਿੱਚ ਜਿਹੜਾ ਹੈਗਾ ਵਾ ਤੁਸੀਂ ਉਸ ਦੇ ਵਿੱਚ ਸਰਚ ਆਪਟੀਮਾਈਜ਼ੇਸ਼ਨ ਸਰਚ ਇੰਜਨ ਆਪਟੀਮਾਈਜ਼ੇਸ਼ਨ ਦੇ ਵਿੱਚ ਜਿਹੜਾ ਹੈਗਾ ਵਾ ਤੁਹਾਨੂੰ ਐਜ਼ ਐਕਸਪਰਟ ਜਿਹੜਾ ਹੈਗਾ ਵਾ ਉਹ ਕੰਮ ਦਿੰਦੇ ਹੈਗੇ ਆ ਤੇ ਤੁਸੀਂ ਉਸ ਸਾਈਟ ਦੀ ਜਿਹੜੀ ਰੈਂਕਿੰਗ ਬਣਾਉਂਦੇ ਤਾਂ ਜੋ ਸਰਚ ਇੰਜਨ ਦੇ ਵਿੱਚ ਜਦੋਂ ਰਿਜ਼ਲਟ ਆਵੇ ਤੁਹਾਡਾ, ਜਿੱਦਾਂ ਗੂਗਲ ਦੇ ਵਿੱਚ, ਯਾਹੂ ਦੇ ਵਿੱਚ ਜਾਂ ਬਿੰਗ ਦੇ ਵਿੱਚ, ਤਿੰਨ ਜਿਹੜੇ ਬਹੁਤ ਜ਼ਿਆਦਾ ਫੇਮਸ ਜਿਹੜੇ ਸਰਚ ਇੰਜਨਸ ਹੈਗੇ ਆਪਣੇ, ਠੀਕ ਆ। ਉਸ ਦੇ ਵਿੱਚ ਜਿਹੜਾ ਰਿਜ਼ਲਟ ਹੈਗੇ ਸਭ ਨੂੰ ਉੱਪਰ ਆਵੇ, ਕਿਉਂਕਿ ਜਿਹੜੀ ਸਭ ਨੂੰ ਜ਼ਿਆਦਾ ਜਿਹੜੀ ਹੈਗੀ ਹੈ ਹਿੱਟ ਹੁੰਦੀ ਹੈ ਉਹ ਪਹਿਲੇ ਕੁਛ ਜਿਹੜਾ ਪਹਿਲਾ ਪੇਜ ਹੁੰਦਾ ਵਾ, ਪਹਿਲੇ ਪੇਜ ਦੇ ਵਿੱਚ ਪਹਿਲੇ ਤਿੰਨ ਜਿਹੜੀਆਂ ਹੁੰਦੀਆਂ ਵੈਬਸਾਈਟਸ ਜਿਹੜੀਆਂ ਡਿਸਪਲੇ ਕੀਤੀਆਂ ਹੁੰਦੀਆਂ ਸਭ ਨੂੰ ਪਹਿਲੀ, ਦੂਸਰੀ ਤੇ ਤੀਸਰੀ ਉਹਨਾਂ ਦੇ ਉੱਤੇ ਹੀ ਹੁੰਦੀ ਆ। ਔਰ ਉਹਨਾਂ ਦੇ ਵਿੱਚੋਂ ਵੀ ਸਭ ਨੂੰ ਜਿਹੜੇ ਪਹਿਲੀ ਹੁੰਦੀ ਆ ਉਹਦੇ ਤੇ ਹੀ ਆਲਮੋਸਟ
ਤੋਂ ਲੈ ਕੇ 70% ਤੱਕ ਉਸੇ ਲਿੰਕ ਦੇ ਉੱਤੇ ਹੀ ਵਿਜ਼ਿਟ ਕਰਦੇ ਹੈਗੇ ਲੋਕੀ। ਸੋ ਇਸ ਕਰਕੇ ਜਿਹੜੀ ਸਰਚ ਇੰਜਨ ਦੇ ਵਿੱਚ ਜਿਹੜੀ ਹੈਗੀ ਆ ਰੈਂਕਿੰਗ ਜਿਹੜੀ ਹੈਗੀ ਆ ਵਧਾਉਣੀ ਬਹੁਤ ਜ਼ਰੂਰੀ। ਜਦੋਂ ਸਰਚ ਇੰਜਨ ਰੈਂਕਿੰਗ ਦਾ ਮਤਲਬ ਇਹ ਹੋ ਜਾਂਦਾ ਕਿ ਜਦੋਂ ਸਰਚ ਇੰਜਨ ਦੇ ਵਿੱਚ ਮੰਨ ਲਓ ਤੁਸੀਂ ਵੈਕਿਊਮ ਕਲੀਨਰ ਭਰਿਆ ਹੈਗਾ, ਸੋ ਵੈਕਿਊਮ ਕਲੀਨਰ ਦੇ ਵਿੱਚ ਜਦੋਂ ਸਰਚ ਇੰਜਨ ਦੇ ਵਿੱਚ ਰਿਜ਼ਲਟ ਡਿਸਪਲੇ ਹੁੰਦਾ ਵਾ ਤਾਂ ਸਭ ਨੂੰ ਪਹਿਲਾਂ ਜਿਹੜਾ ਹੈਗਾ ਵਾ ਉਹ ਐਡਸ ਆਉਂਦੀਆਂ ਹੈਗੀਆਂ, ਜਿੱਦਾਂ ਦੱਸਿਆ ਸੀ ਤੁਹਾਨੂੰ ਪਹਿਲਾਂ। ਉਸ ਤੋਂ ਬਾਅਦ ਫਿਰ ਆਰਗੈਨਿਕ ਜਿਹੜੀ ਹੈਗੀ ਆ ਸਰਚ ਰਿਜ਼ਲਟ ਹੁੰਦੇ ਹੈਗੇ। ਸੋ ਆਰਗੈਨਿਕ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਜਿਹੜਾ ਹੈਗਾ ਰੈਂਕਿੰਗ ਜਿੰਨੀ ਜ਼ਿਆਦਾ ਵਧੀਆ ਹੋਏਗੀ, ਉਨੀ ਜ਼ਿਆਦਾ ਚਾਂਸਸ ਹੈਗੇ ਕਿ ਲੋਕੀ ਤੁਹਾਡੀ ਸਾਈਟ ਨੂੰ ਜ਼ਿਆਦਾ ਵਿਜ਼ਿਟ ਕਰਨਗੇ, ਉਨੇ ਜ਼ਿਆਦਾ ਚਾਂਸਸ ਹੈ ਕਿ ਉਹ ਖਰੀਦਣਗੇ ਤੁਹਾਡੇ ਤੋਂ ਜ਼ਿਆਦਾ ਚੀਜ਼ਾਂ। ਸੋ ਉਸ ਦੇ ਲਈ ਜਿਹੜੀ ਹੈਗੀ ਆ ਸਰਚ ਇੰਜਨ ਆਪਟੀਮਾਈਜ਼ੇਸ਼ਨ ਕਰਦੇ ਹਾਂ ਆਪਾਂ। To achieve this requires making changes to your website that are effective at improving rankings, and one of the important ones is including keywords in the content. ਸੋ ਇਸ ਦੇ ਬਾਰੇ ਵੀ ਡਿਟੇਲ ਦੇ ਵਿੱਚ ਪੜਾਂਗੇ। ਕੀਵਰਡਸ ਜਿਹੜੇ ਹੈਗੇ ਆ, ਜਿਹੜੇ ਜਨਰਲ ਕੀਵਰਡਸ ਲੋਕੀ ਸਰਚ ਕਰਦੇ ਪਏ ਆ, ਉਹਨਾਂ ਕੀਵਰਡਸ ਨੂੰ ਆਪਾਂ ਜਿਹੜਾ ਹੈਗਾ ਵਾ ਆਪਣੀ ਵੈਬਸਾਈਟ ਦੇ ਵਿੱਚ ਜਿੱਦਾਂ ਹੈਗਾ ਵਾ ਉਹ ਐਡ ਕਰਦੇ ਆ। ਮੰਨ ਲਓ ਮੈਂ ਆਪਣੇ ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਹੈਗਾ, ਸਾਡਾ ਗਵਰਨਮੈਂਟ ਪੋਲੀਟੈਕਨਿਕ ਕਾਲਜ ਹੈਗਾ ਵਾ, ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਹੈਗਾ ਵਾ, ਠੀਕ ਆ, ਉਸ ਦਾ ਕੋਈ ਵੈਬ ਪੇਜ ਬਣਾਇਆ ਹੈਗਾ। ਹੁਣ ਉਸ ਦੇ ਵਿੱਚ ਉਹ ਸਰਚ ਮਾਰਦੇ ਆ ਕੋਈ ਜਿਹੜੇ ਜਿਨ੍ਹਾਂ ਨੇ ਡਿਪਲੋਮਾ ਕਰਨਾ ਹੈਗਾ ਵਾ, ਉਹ ਕਹਿੰਦਾ ਕਿ ਇਨਫੋਰਮੇਸ਼ਨ ਟੈਕਨੋਲੋਜੀ ਡਿਪਲੋਮਾ ਇਨ ਜਲੰਧਰ। ਜਦੋਂ ਇਹ ਸਰਚ ਮਾਰਦਾ ਵਾ ਤੇ ਜੇ ਮੈਂ ਵੈਬਸਾਈਟ ਜਿਹੜੀ ਬਣਾਈ ਆ ਉਸ ਦੇ ਵਿੱਚ ਆਪਣੇ ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਦੇ ਬਾਰੇ ਲਿਖਿਆ ਹੈਗਾ, ਸੋ ਪ੍ਰੋਬਲਮ ਹੋ ਗਈ ਕ੍ਰੀਏਟ। ਹੁਣ ਉਸਨੇ ਜਿਹੜੀ ਹੈਗੀ ਆ ਸਰਚ ਇੰਜਨ ਨੇ ਜਿਹੜੀ ਹੈਗੀ ਆ ਉਹ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ, ਕਿਉਂਕਿ ਵਿੱਚ ਆਪਾਂ ਇਨਫੋਰਮੇਸ਼ਨ ਟੈਕਨੋਲੋਜੀ ਡਿਪਲੋਮਾ ਆਪਾਂ ਨਹੀਂ ਲਿਖਿਆ ਹੈਗਾ, ਤੇ ਉਹ ਜਿਹੜਾ ਹੈਗਾ ਸਕਿਪ ਕਰ ਜਾਣਾ ਉਹਨੇ ਸਾਡਾ ਪੇਜ, ਚਾਹੇ ਅਸੀਂ ਵੈਬ ਪੇਜ ਬਣਾਇਆ ਵੀ ਆ। ਸੋ ਇਸ ਤਰ੍ਹਾਂ ਦੀਆਂ ਆਪਟੀਮਾਈਜ਼ੇਸ਼ਨ, ਪਰ ਇਹਦੇ ਵਿੱਚ ਪ੍ਰੋਬਲਮ ਵੀ ਹੁੰਦੀ ਹੈ ਬੜੀ ਜ਼ਬਰਦਸਤ ਕਿ ਸਰਚ ਇੰਜਨ ਆਪਟੀਮਾਈਜ਼ੇਸ਼ਨ ਜਦੋਂ ਤੁਸੀਂ ਕਰਦੇ ਹੋ ਉਹਦੇ 'ਚ ਬਹੁਤ ਜ਼ਿਆਦਾ ਮੰਨ ਲਓ ਇਨਫੋਰਮੇਸ਼ਨ ਟੈਕਨੋਲੋਜੀ ਡਿਪਲੋਮਾ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 10 ਵਾਰੀ ਯੂਜ਼ ਕਰ ਲਿਆ ਪੇਜ ਦੇ ਵਿੱਚ, ਤੇ ਉਹ ਜਿਹੜੇ ਸਰਚ ਇੰਜਨ ਹੁੰਦੇ ਆ ਉਹ ਫਿਰ ਬੈਨ ਵੀ ਕਰ ਦਿੰਦੇ ਤੁਹਾਡੇ ਪੇਜ ਨੂੰ। ਸੋ ਇਹ ਵੀ ਇੱਕ ਬੜਾ ਉਹ ਇਸੇ ਕਰਕੇ ਟੈਕਨੀਕਲ ਜਿਹੜੇ ਹੈਗੇ ਆ ਬੰਦਿਆਂ ਨੂੰ ਆਪਾਂ ਲਾਉਂਦੇ ਹੈਗੇ ਆ ਸਰਚ ਇੰਜਨ ਆਪਟੀਮਾਈਜ਼ੇਸ਼ਨ ਆਪਣੇ ਵੈਬ ਪੇਜ ਨੂੰ ਕਿਸ ਤਰੀਕੇ ਨਾਲ, ਜਿਹੜੇ ਵੀ ਕੀਵਰਡਸ ਜਿਹੜੇ ਹੈਗੇ ਆ, ਜਦੋਂ ਵੈਕਿਊਮ ਕਲੀਨਰ ਬਾਰੇ ਪੁੱਛਦੇ ਪਏ ਵੈਕਿਊਮ ਕਲੀਨਰ ਪਾ ਦਿੰਦੇ ਵਿੱਚ, ਜੇ ਇਨਫੋਰਮੇਸ਼ਨ ਟੈਕਨੋਲੋਜੀ ਡਿਪਲੋਮੇ ਬਾਰੇ ਪੁੱਛਦੇ ਪਏ ਆਪਾਂ ਇਨਫੋਰਮੇਸ਼ਨ ਟੈਕਨੋਲੋਜੀ ਡਿਪਲੋਮਾ ਕੀਵਰਡ ਵਿੱਚ ਪਾ ਦੇਣਾ ਹੈਗਾ ਆਪਣੇ ਵਿੱਚ ਵੈਬ ਪੇਜ ਦੇ ਵਿੱਚ, ਠੀਕ ਹੈ। ਜੇ ਉਹ ਸਾਨੂੰ ਜਿਹੜਾ ਹੈਗਾ ਵਾ ਉਹ ਪੁੱਛਦੇ ਪਏ ਕਿ ਗਲੈਡੀਏਟਰ ਸੈਂਡਲਸ ਦੇ ਬਾਰੇ ਪੁੱਛਦੇ ਪਏ ਆ, ਤੇ ਆਪਾਂ ਜਿਹੜੇ ਹੈਗੇ ਆ ਗਲੈਡੀਏਟਰ ਸੈਂਡਲ, ਜੇ ਮੰਨ ਲਓ ਸੈਂਡਲਸ ਪਾਏ ਆ ਤੇ ਉਹਦੇ ਵਿੱਚ ਜਿਹੜੇ ਹੈਗੇ ਆ ਜੇ ਗਲੈਡੀਏਟਰ ਸੈਂਡਲ ਨਹੀਂ ਪਾਏ ਤੇ ਗਲੈਡੀਏਟਰ ਸੈਂਡਲ ਦੀ ਜਦੋਂ ਸਰਚ ਮਾਰੇਗਾ ਕੋਈ ਗਲੈਡੀਏਟਰ ਸੈਂਡਲ ਨਹੀਂ ਆਉਣੇ। ਸੋ ਉਸ ਦੇ ਵਿੱਚ ਸੈਂਡਲਸ ਜ਼ਰੂਰ ਆ ਜਾਣਗੇ, ਪਰ ਉਹ ਜਿਹੜੇ ਗਲੈਡੀਏਟਰ ਸੈਂਡਲ ਜੇ ਕਿਸੇ ਨੇ ਪਰਟੀਕੂਲਰ ਪਾਇਆ ਹੈਗਾ ਕੀਵਰਡ ਆਪਣੀ ਵੈਬਸਾਈਟ ਦੇ ਵਿੱਚ, ਤੇ ਉਹਦਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਵਾ ਰਿਜ਼ਲਟ ਜਿਹੜਾ ਹੈਗਾ ਵਾ ਉਹ ਆ ਜਾਏਗਾ। ਸੋ ਆਰਗੈਨਿਕ ਟ੍ਰੈਫਿਕ ਵੋਲੀਅਮ ਨੂੰ ਇਨਕਰੀਜ਼ ਕਰਨ ਦੇ ਲਈ ਜਿਹੜੀ ਹੈਗੀ ਆ ਅਸੀਂ ਬਹੁਤ ਸਾਰੇ ਤਰੀਕੇ ਯੂਜ਼ ਕਰਦੇ ਹੈਗੇ ਆ, ਜਿਹਦੇ ਨਾਲ ਜਿਹੜੀ ਹੈਗੀ ਆ ਸਾਡੀ ਵੈਬਸਾਈਟ ਦੇ ਵੱਲ ਜਿਹੜੇ ਹੈਗੇ ਬਹੁਤ ਸਾਰੇ ਲੋਕੀ ਆਉਣ ਤੇ ਸਾਡੀ ਜਿਹੜੀ ਹੈਗੀ ਆ ਉਸ ਦੇ ਵਿੱਚ ਜਿਹੜੀ ਹੈਗੀ ਆ ਇੰਪਰੂਵਮੈਂਟ ਹੋਵੇ। ਸੋ ਇਸ ਦੇ ਵਿੱਚ ਜਿਹੜਾ ਹੈਗਾ ਵਾ ਇਹ ਡਿਜੀਟਲ ਮਾਰਕੀਟਿੰਗ objective example for organic traffic could be receive 20,000 visitors per month from Google and Bing natural results by year end। ਹੁਣ ਇਸ ਦੇ ਵਿੱਚ ਜਿਹੜਾ ਹੈਗਾ ਵਾ ਇਹ ਇੱਕ ਆਰਗੈਨਿਕ ਸਰਚ ਦਾ ਹੋ ਗਿਆ। ਹੁਣ 20,000 ਵਿਜ਼ਿਟਰ ਦੀ ਤੁਸੀਂ ਗੱਲ ਕਰਦੇ ਪਏ, ਜੇ 20,000 ਵਿਜ਼ਿਟਰ ਪਰ ਮੰਥ ਦੀ ਆਪਾਂ ਗੱਲ ਕਰਦੇ ਹਾਂ ਇਹਦਾ ਮਤਲਬ 15,000 ਪਹਿਲਾਂ ਆਉਂਦੇ ਪਏ ਆ ਸਾਡੇ। ਇਹ ਨਹੀਂ ਹੈਗਾ ਕਿ 100 ਵਿਜ਼ਟਰ ਸਿਰਫ ਆਉਂਦੇ ਪਏ ਆ ਤੇ ਅਸੀਂ 20,000 ਦੀ ਜਿਹੜੀ ਹੈਗੀ ਆ ਉਹਦੇ ਵਿੱਚ ਰੱਖ ਲਈਏ, ਉਹ ਫਿਰ ਸਮਾਰਟ ਆਬਜੈਕਟਿਵ ਨਹੀਂ ਹੋ ਗਿਆ, ਠੀਕ ਹੈ। ਉਹ ਫਿਰ ਅਚੀਵ ਕਰਨਾ ਬੜਾ ਔਖਾ ਹੋ ਜਾਏਗਾ। ਸੋ ਆਪਾਂ 100 ਆਉਂਦਾ ਹੈਗਾ ਤੇ ਆਪਾਂ ਰੱਖਾਂਗੇ 200 ਜਾਂ 150, ਠੀਕ ਹੈ। ਜੇ 15,000 ਆਉਂਦਾ ਹੈਗਾ ਤਾਂ ਫਿਰ ਆਪਾਂ 20,000 ਰੱਖ ਸਕਦੇ ਹੈਗੇ ਕਿ 20,000 ਇੱਕ ਮੰਥ ਦੇ ਵਿੱਚ ਕਿਹੜੇ ਸਰਚ ਇੰਜਨ ਜਿਹੜੇ ਹੈਗੇ ਆ ਯੂਜ਼ ਗੂਗਲ ਤੇ ਜਿਹੜੀ ਹੈਗੀ ਆ ਬਿੰਗ ਜਿਹੜੀ ਹੈਗੀ ਆ, ਇਹਨਾਂ ਦੋਨਾਂ ਤੋਂ ਜਿਹੜੀ ਹੈਗੀ ਆ ਆਰਗੈਨਿਕ ਜਿਹੜੀ ਹੈਗੀ ਆ ਨੈਚੁਰਲ ਜਾਂ ਆਰਗੈਨਿਕ, ਜਿਹੜੇ ਫ੍ਰੀ ਜਿਹਦੇ ਵਿੱਚ ਕੋਈ ਪੇਡ ਨਹੀਂ ਹੁੰਦਾ, ਸਿਰਫ ਯੂਜ਼ਰ ਸਰਚ ਮਾਰਦਾ ਹੈਗਾ ਆਪਣੇ ਆਪ ਸਰਚ ਇੰਜਨ ਜਿਹੜਾ ਹੈਗਾ ਵਾ ਉਹਨੂੰ ਚੱਕਦਾ ਹੈ। ਸੋ ਉਹਨਾਂ ਤੋਂ ਇਹ ਦੋਨੇ ਮੇਨ ਸਭ ਤੋਂ ਜ਼ਿਆਦਾ ਮੇਨ ਜਿਹੜੇ ਯੂਜ਼ ਹੁੰਦੇ ਆ ਗੂਗਲ ਤੇ ਬਿੰਗ ਜਿਹੜੇ ਹੈਗੇ ਆ ਯੂਜ਼ ਹੁੰਦੇ ਆ, ਯਾਹੂ ਵੀ ਯੂਜ਼ ਹੁੰਦਾ ਹੈਗਾ, ਪਰ ਆਪਾਂ ਜਿਹੜੀ ਹੈਗੀ ਆ ਗੂਗਲ ਤੇ ਬਿੰਗ ਕਿਉਂਕਿ ਮੇਨ ਹੈਗੀ ਆ ਇਸ ਕਰਕੇ ਆਪਾਂ ਕਿਹਾ ਆਬਜੈਕਟਿਵ ਰੱਖਿਆ ਆਪਣਾ ਕਿ 20,000 ਵਿਜ਼ਟਰਸ ਪਰ ਮੰਥ ਆਪਾਂ ਗੂਗਲ ਤੇ ਬਿੰਗ ਦੇ ਵਿੱਚ ਜੇ ਕੋਈ ਸਰਚ ਮਾਰਦਾ ਵਾ ਸਾਡੇ
ਪ੍ਰੋਡਕਟਸ ਦੇ ਬਾਰੇ, ਠੀਕ ਹੈ, ਸਾਡੇ ਵੈਬਸਾਈਟ ਦੇ ਨਾਲ ਰਿਲੇਟਡ, ਤੇ ਉਹ ਸਾਡੀ ਵੈਬਸਾਈਟ ਦੇ ਉੱਤੇ ਆਉਣ। ਸੋ ਇਹ ਵੀ ਇੱਕ ਜਿਹੜਾ ਹੈਗਾ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਅਨਦਰ ਸਮਾਰਟ ਆਬਜੈਕਟਿਵ ਕੈਨ ਬੀ ਰਿਡਿਊਸ ਬਾਉਂਸ ਰੇਟ। ਇਸ ਦਾ ਕੀ ਮਤਲਬ ਹੈ? Bounce rate in analytics is defined as people who enter your site and leave means bounce, ਠੀਕ ਹੈ, ਜਿੱਦਾਂ ਬਾਲ ਜਿਹੜਾ ਹੈਗਾ ਵਾ ਉਹ ਬਾਉਂਸ ਹੋ ਜਾਂਦਾ ਕਿਸੇ ਚੀਜ਼ ਦੇ ਵਿੱਚ ਵੱਜ ਕੇ। ਤੁਸੀਂ ਮੰਨ ਲਓ ਬਾਸਕਟਬਾਲ ਜਿਹੜੀ ਹੈਗੀ ਆ ਉਹਨੂੰ ਬਾਸਕਟ, ਜੇ ਉਹ ਬਾਸਕਟ ਦੇ ਵਿੱਚੋਂ ਲੰਘ ਜਾਂਦਾ ਉਹਨੂੰ ਕਹਿੰਦੇ ਬਾਸਕਟ ਹੋ ਗਈ। ਜੇ ਉਹ ਜਿਹੜੇ ਸਾਹਮਣੇ ਉਹ ਪਲੇਟ ਲੱਗੀ ਆ ਉਹਦੇ ਤੋਂ ਬਾਉਂਸ ਹੋ ਕੇ ਵਾਪਸ ਆ ਜਾਂਦਾ ਹੈਗਾ। ਉਸੇ ਤਰ੍ਹਾਂ ਹੀ ਜਿਹੜਾ ਹੈਗਾ ਵਾ ਕਸਟਮਰ ਜਿਹੜਾ ਹੈਗਾ ਵਾ ਤੁਹਾਡੀ ਵੈਬਸਾਈਟ ਦੇ ਵਿੱਚ ਚਲ ਜਾਂਦਾ, ਪਰ ਉਹ ਤੁਸੀਂ ਉਹਨੂੰ ਅਟਰੈਕਟ ਨਹੀਂ ਕਰ ਸਕਦੇ, ਮਤਲਬ ਬਿਕੋਜ਼ ਤੁਹਾਡੇ ਪੇਜ ਦੇ ਵਿੱਚ ਜਿਹੜੀਆਂ ਹੈਗੀਆਂ ਲਿਮਿਟੇਸ਼ਨਸ ਹੈ, ਜਾਂ ਤੁਸੀਂ ਆਪਣੇ ਆਪ ਨੂੰ ਐਕਸਪਲੇਨ ਨਹੀਂ ਕੀਤਾ ਚੰਗੇ ਤਰੀਕੇ ਦੇ ਨਾਲ, ਉਹਨੂੰ ਕਹਿੰਦੇ ਆ ਬਾਉਂਸ ਹੋਣਾ। ਸੋ ਰਿਡਿਊਸ ਕਰਨਾ ਬਾਉਂਸ ਰੇਟ ਨੂੰ। Bounce rate in analytics is defined as people who enter your site and leave rather than continue viewing other pages. This is an important measure of the quality of your website because almost all businesses want their visitors to complete an action like purchase, contact or download on their websites. So ਇਹ ਇੱਕ ਬਹੁਤ ਹੀ important ਜਿਹੜਾ ਹੈਗਾ ਮੇਜਰ ਹੁੰਦਾ ਵਾ ਕੁਆਲਿਟੀ ਆਫ ਵੈਬਸਾਈਟ ਦਾ, ਕਿ ਜਦੋਂ ਕੋਈ ਵੀ ਬੰਦਾ ਇਹਨੂੰ ਵਿਜ਼ਿਟ ਕਰਦਾ ਪਿਆ ਹੈਗਾ ਉਹ ਵਾਪਸ ਮੁੜ ਕੇ ਨਾ ਜਾਵੇ। ਉਹ ਉਹਦੇ ਉੱਤੇ ਜਿਹੜਾ ਵੀ ਐਕਸ਼ਨ ਹੈਗਾ, ਜਿਸ ਵੀ ਐਕਸ਼ਨ ਦੇ ਲਈ ਉਹ ਬਣੀ ਹੈਗੀ ਆ, ਕੋਈ ਡਾਊਨਲੋਡ ਕਰਨ ਲਈ ਬਣੀ ਹੈ ਉਹ, ਜਾਂ ਕਿਸੇ ਨੂੰ ਕੰਟੈਕਟ ਕਰਨ ਦੇ ਲਈ ਬਣੀ ਹੈ, ਜਾਂ ਕੋਈ ਫਾਰਮ ਫਿਲ ਕਰਨ ਦੇ ਲਈ, ਸਰਵੇ ਫਿਲ ਕਰਨ ਦੇ ਲਈ, ਜਾਂ ਪਰਚੇਜ਼ ਕਰਨ ਦੇ ਲਈ, ਜਿਹੜੇ ਵੀ ਕੰਮ ਦੇ ਲਈ ਉਹ ਵੈਬਸਾਈਟ ਬਣੀ ਆ, ਜਿਹੜਾ ਵੀ ਬੰਦਾ ਉਹਨੂੰ ਵਿਜ਼ਿਟ ਕਰਦਾ ਪਿਆ ਉਹ ਐਕਸ਼ਨ ਜ਼ਰੂਰ ਕਰੇ। ਸੋ ਉਹ ਇੱਕ ਜਿਹੜਾ ਹੈਗਾ ਤੁਹਾਡੀ ਕੁਆਲਿਟੀ ਆਫ ਵੈਬਸਾਈਟ ਜਿਹੜਾ, ਇਸੇ ਕਰਕੇ ਵੈਬਸਾਈਟ ਡਿਵੈਲਪਰ ਦੇ ਵਿੱਚ ਬਹੁਤ ਤਰ੍ਹਾਂ ਦੇ ਐਕਸਪਰਟ ਜਿਹੜੇ ਹੈਗੇ ਆ ਯੂਜ਼ ਕਰਦੇ, ਜਿੱਦਾਂ UX ਡਿਜ਼ਾਈਨਰਸ ਹੁੰਦੇ ਆ, ਉਹਨਾਂ ਨੂੰ ਜਿਹੜੀ ਹੈਗੀ ਆ ਵੈਬਸਾਈਟ ਨੂੰ ਈਜ਼ੀ ਆਪਰੇਟ ਕਰਨਾ, ਪਲੱਸ ਵੈਬਸਾਈਟ ਜਿਹੜੀ ਹੈਗੀ ਆ ਉਹਦੇ ਵਿੱਚ ਉਹਨੂੰ ਈਜ਼ੀਲੀ ਯੂਜ਼ ਕਰਨਾ ਕਿੱਦਾਂ, ਉਹਦੇ ਵਿੱਚ ਅੱਗੇ ਪੇਜ ਜਿਹੜੇ ਹੈਗੇ ਆ ਉਹਦੇ ਵਿੱਚ ਐਕਸਪਲੇਨੇਸ਼ਨ ਵਧੀਆ ਤਰੀਕੇ ਦੇ ਨਾਲ ਦਿੱਤੀ ਹੁੰਦੀ, ਤਾਂ ਜੋ ਜਿਹੜਾ ਵੀ ਵਿਜ਼ਿਟਰ ਹੈਗਾ ਵਾ ਉਹ ਜਿਹੜਾ ਵੀ ਵਿਜ਼ਿਟ ਕਰਦਾ ਪਿਆ ਤੁਹਾਡੇ ਪੇਜ ਨੂੰ ਉਹ ਦੁਬਾਰਾ ਉਹਨੂੰ ਛੱਡ ਕੇ ਨਾ ਜਾਵੇ। The lower the bounce rate, the better, and many marketers say that a bounce rate below 50% is good. However, that differs from business to business. So ਜਿੰਨਾ ਘੱਟ ਹੋਏਗਾ ਜਿਹੜਾ ਬਾਉਂਸ ਰੇਟ ਉਨਾ ਹੀ ਵਧੀਆ। ਵੈਸੇ ਕੁਛ ਜਿਹੜੇ ਹੈਗੇ ਆ ਮਾਰਕੀਟਰਸ ਉਹ ਕਹਿੰਦੇ ਕਿ ਜਿਹੜਾ 50% ਜਿਹੜਾ ਤੋਂ ਥੱਲੇ ਜਿਹੜਾ ਹੈਗਾ ਬਾਉਂਸ ਰੇਟ, ਜੇ 100 ਬੰਦੇ ਆਏ ਆ ਤੇ 50 ਬੰਦਿਆਂ ਨੇ ਐਕਸ਼ਨ ਕੰਪਲੀਟ ਕੀਤਾ ਹੈਗਾ ਤੇ ਉਹ ਵਧੀਆ ਹੈਗਾ, ਸਾਡੇ ਤੋਂ 50 ਤੋਂ ਜ਼ਿਆਦਾ ਹੈਗਾ ਤੇ ਫਿਰ ਉਹ ਮਾੜਾ ਹੈ। ਸੋ ਇਸ ਦੇ ਵਿੱਚ ਉਹੀ ਸੇਮ ਕਿ reduce bounce rate below 40% for all traffic sources by a particular time. ਸੋ ਇੱਕ particular time ਤੱਕ, ਇੱਕ ਸਾਲ ਦੇ ਐਂਡ ਤੱਕ, ਇਸ ਸਾਲ ਦੇ ਐਂਡ ਤੱਕ 40% ਤੱਕ ਜਿਹੜੀ ਹੈਗੀ ਆ ਬਾਉਂਸ ਰੇਟ ਜਿਹੜਾ ਹੈਗਾ ਆਪਾਂ ਲਿਆਉਣਾ ਵਾ ਥੱਲੇ ਲਈ। ਜੇ 100 ਬੰਦਾ ਆਉਂਦਾ ਵਾ ਤੇ 60 ਬੰਦੇ ਜਿਹੜੇ ਹੈਗੇ ਆ ਉਹ ਆਪਣਾ ਜੋ ਵੀ ਉਹ ਕੰਮ ਦੇ ਲਈ ਜਿਹੜੀ ਹੈਗੀ ਆ ਵੈਬਸਾਈਟ ਬਣੀ ਆ ਉਹ ਕੰਮ ਆਪਣਾ ਕੰਪਲੀਟ ਕਰਨ। ਹੁਣ ਆਪਾਂ ਗੂਗਲ ਐਨਾਲਿਟਿਕਸ ਦੇ ਬਾਰੇ ਸੀਗਾ ਪੜਿਆ। ਗੂਗਲ ਐਨਾਲਿਟਿਕਸ ਕੀ ਹੈਗਾ ਵਾ? ਵਾਟ ਇਜ਼ ਗੂਗਲ ਐਨਾਲਿਟਿਕਸ? ਗੂਗਲ ਐਨਾਲਿਟਿਕਸ ਇਜ਼ ਅ ਵੈਬ ਐਨਾਲਿਟਿਕਸ tool offered by Google to help you analyze your website traffic. ਸੋ ਗੂਗਲ ਐਨਾਲਿਟਿਕਸ ਕੀ ਹੈਗਾ ਵਾ? ਗੂਗਲ ਦੁਆਰਾ ਟੂਲ ਜਿਹੜਾ ਹੈਗਾ ਆਫਰ ਕੀਤਾ ਜਾਂਦਾ ਹੈਗਾ ਵਾ, ਆਫਰ ਕੀਤਾ ਗਿਆ ਹੈਗਾ ਕਿ ਜਿਹੜੀ ਤੁਹਾਡੀ ਵੈਬਸਾਈਟ ਦੀ ਟ੍ਰੈਫਿਕ ਹੈਗੀ ਆ ਉਹਨੂੰ ਐਨਾਲਾਈਜ਼ ਕਰਨ ਦੇ ਲਈ, ਜਿਹੜੀ ਵੈਬਸਾਈਟ ਤੁਹਾਡੀ ਬਣਾਈ ਆ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਗੂਗਲ ਐਨਾਲਿਟਿਕਸ ਯੂਜ਼ ਕਰਕੇ ਉਸ ਚੀਜ਼ ਨੂੰ, ਉਸ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਵਾ ਉਹਨੂੰ ਜਿਹੜਾ ਹੈਗਾ ਵਾ ਦੇਖ ਸਕਦੇ ਹੈਗੇ। ਸਿੰਪਲੀ ਪੁੱਟ, Google Analytics puts several lines of tracking code into the code of your website. The code records various activities of your users when they visit your website, along with the attributes such as age, gender, interest of those users. It then sends all that information to the Google Analytics servers once the user exits your website. ਸੋ ਗੂਗਲ ਐਨਾਲਿਟਿਕਸ ਜਿਹੜਾ ਹੈਗਾ ਵਾ ਬੇਸਿਕਲੀ ਬਹੁਤ ਸਾਰੇ ਕਿੰਨੇ ਸਾਰੀਆਂ ਇਹਦੇ ਵਿੱਚ ਲਾਈਨਸ ਜਿਹੜੀਆਂ ਹੈਗੀਆਂ ਕੋਡਸ ਦੀਆਂ ਤੁਹਾਡੇ ਵੈਬਸਾਈਟ ਦੇ ਵਿੱਚ ਐਂਟਰ ਕਰ ਦਿੰਦਾ ਹੈਗਾ, ਜਿਹਦੇ ਨਾਲ ਉਹ ਜਿਹੜਾ ਹੈਗਾ ਵਾ ਸਾਰੀਆਂ ਦੀਆਂ ਸਾਰੀਆਂ ਐਕਟੀਵਿਟੀਜ਼ ਯੂਜ਼ਰ ਦੀਆਂ ਵੈਬਸਾਈਟ ਦੇ ਉੱਤੇ ਰਿਕਾਰਡ ਕਰਦਾ ਹੈਗਾ।
ਠੀਕ ਹੈ। ਜਿਸ ਤਰ੍ਹਾਂ ਉਹਦੀ ਏਜ ਕਿੰਨੀ ਆ, ਉਹਦਾ ਜੈਂਡਰ ਕੀ ਹੈਗਾ ਵਾ, ਉਹਦੇ ਇੰਟਰਸਟ ਕੀ ਹੈਗੇ ਆ। ਠੀਕ ਹੈ। ਉਸ ਤੋਂ ਬਾਅਦ ਜਿਉਂ ਹੀ ਉਹ ਯੂਜ਼ਰ ਐਗਜ਼ਿਟ ਕਰਦਾ ਹੈਗਾ ਤੇ ਉਹ ਜਿਹੜਾ ਗੂਗਲ ਐਨਾਲਿਟਿਕਸ ਦਾ ਕੋਡ ਹੁੰਦਾ ਵਾ, ਉਹ ਗੂਗਲ ਐਨਾਲਿਟਿਕਸ ਸਰਵਰ ਨੂੰ ਜਿਹੜੀ ਹੈਗੀ ਆ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਭੇਜ ਦਿੰਦਾ ਹੈਗਾ। ਨੈਕਸਟ, Google Analytics aggregates the data collected from your website in multiple ways, primarily by 4 levels. ਸੋ ਜਿਹੜਾ Google Analytics ਹੈ ਇਕੱਠਾ ਕਰਦਾ ਹੈਗਾ ਡਾਟਾ ਨੂੰ ਤੁਹਾਡੀ ਵੈਬਸਾਈਟ ਤੋਂ ਵੱਖਰੇ ਵੱਖਰੇ ਤਰੀਕਿਆਂ ਨਾਲ। ਉਹਦੇ ਵਿੱਚੋਂ ਜਿਹੜੇ 4 ਤਰੀਕੇ ਹੈਗੇ ਆ ਉਹ ਮੇਨ ਹੈਗੇ ਆ। ਕਿਹੜੇ ਕਿਹੜੇ? ਪਹਿਲਾ ਹੈਗਾ ਯੂਜ਼ਰ ਲੈਵਲ, ਰਿਲੇਟਡ ਟੂ ਐਕਸ਼ਨਸ ਬਾਈ ਈਚ ਯੂਜ਼ਰ ਨੇ ਕਿਹੜੇ ਐਕਸ਼ਨ ਜਿਹੜੇ ਹੈਗੇ ਆ ਉਹ ਕੀਤੇ ਹੈਗੇ ਆ। ਉਹ ਜਿਹੜੀ ਚੀਜ਼ ਹੈਗੀ ਆ ਉਹ ਕਿਸ ਦੇ ਵਿੱਚ ਆ ਜਾਂਦੀ ਆ? ਯੂਜ਼ਰ ਲੈਵਲ ਦੇ ਵਿੱਚ। ਠੀਕ ਆ। ਉਸ ਤੋਂ ਬਾਅਦ ਦੂਸਰਾ ਹੁੰਦਾ ਵਾ ਸੈਸ਼ਨ ਲੈਵਲ, ਈਚ ਇੰਡੀਵਿਜੂਅਲ ਵਿਜ਼ਿਟ, ਜਿਹੜਾ ਹੈਗਾ ਇੰਡੀਵਿਜੂਅਲ ਵਿਜ਼ਿਟ ਜਿਹੜੀ ਹੈਗੀ ਆ ਕੀਤੀ ਹੈਗੀ ਆ ਕਿਸੇ ਵੀ ਬੰਦੇ ਨੇ, ਉਹਨੂੰ ਉਹ ਰਿਕਾਰਡ ਕਰਦਾ ਵਾ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਵਿੱਚ? ਸੈਸ਼ਨ ਲੈਵਲ ਦੇ ਵਿੱਚ। ਥਰਡ ਇਜ਼ ਪੇਜ ਵਿਊ ਲੈਵਲ, ਈਚ ਇੰਡੀਵਿਜੂਅਲ ਪੇਜ ਵਿਜ਼ਿਟ। ਜੇ ਮੰਨ ਲਓ ਤੁਹਾਡੇ ਵੈਬਸਾਈਟ ਦੇ ਉੱਤੇ 10 ਪੇਜ ਆ, 10 ਪੇਜ ਦੇ ਵਿੱਚੋਂ ਉਹਨੇ ਕਿਹੜੇ ਜਿਹੜੇ ਹੈਗੇ ਆ ਪੇਜ ਵਿਊ ਕੀਤੇ ਹੈਗੇ। ਕਿਹੜਾ ਲੈਵਲ ਹੁੰਦਾ? ਸਭ ਨੂੰ ਟੌਪ ਲੈਵਲ, ਫਿਰ ਅੱਗੇ ਤੋਂ ਅੱਗੇ ਲੈਵਲ ਜਿਹੜੇ ਹੁੰਦੇ ਆ ਪੇਜਸ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਚੌਥੀ ਜਿਹੜੀ ਹੈਗੀ ਆ ਉਹ ਕਰਦਾ ਹੈਗਾ ਈਵੈਂਟ ਲੈਵਲ। ਈਵੈਂਟ ਲੈਵਲ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਵਾ ਉਹ ਡਾਟਾ ਨੂੰ ਜਿਹੜਾ ਕਲੈਕਟ ਕਰਦਾ ਹੈਗਾ। ਉਸ ਦੇ ਵਿੱਚ ਈਵੈਂਟ ਲੈਵਲ ਦੇ ਵਿੱਚ ਉਹ ਰਿਕਾਰਡ ਕਰਦਾ ਹੈਗਾ ਕੀ ਚੀਜ਼ਾਂ? ਬਟਨ ਕਲਿੱਕਸ, ਵੀਡੀਓ ਵਿਊਜ਼, ਐਕਸਟਰਾ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਉਹਨਾਂ ਨੂੰ ਉਹ ਦੇਖਦਾ ਹੈਗਾ। ਈਵੈਂਟ ਕੀ ਪਰਫਾਰਮ ਕੀਤੀਆਂ ਹੈਗੀਆਂ। ਠੀਕ ਹੈ। ਕਿਹੜਾ ਬਟਨ ਨੱਪਿਆ, ਕਿਹੜੀ ਕੀ ਚੀਜ਼, ਇਹ ਈਵੈਂਟਸ ਹੁੰਦੀਆਂ ਹੈਗੀਆਂ। ਠੀਕ ਹੈ। ਬਟਨ ਕਲਿੱਕ ਕੀਤਾ, ਵੀਡੀਓ ਵਿਊ ਕੀਤਾ, ਠੀਕ ਹੈ, ਜਾਂ ਹੋਰ ਕੋਈ ਵੀ ਉਹਨੇ ਐਕਸ਼ਨ ਕੀਤਾ ਹੈਗਾ, ਉਹ ਸਾਰੇ ਦਾ ਸਾਰਾ ਕਿਸ ਚੀਜ਼ ਦੇ ਵਿੱਚ ਆਉਂਦਾ ਹੈਗਾ? ਈਵੈਂਟ ਲੈਵਲ ਦੇ ਵਿੱਚ ਆਉਂਦਾ ਹੈਗਾ। ਸੋ ਇਹ ਸੀਗਾ ਗੂਗਲ ਐਨਾਲਿਟਿਕਸ ਦੇ ਬਾਰੇ। ਗੂਗਲ ਐਨਾਲਿਟਿਕਸ ਬਹੁਤ ਜ਼ਰੂਰੀ ਜਿਹੜਾ ਹੈਗਾ ਵਾ ਉਹ ਇੱਕ ਟੂਲ ਹੈਗਾ ਵਾ ਜਿਹੜਾ ਕਿ ਆਪਾਂ ਯੂਜ਼ ਕਰਦੇ ਹੈਗੇ ਆ ਸਾਰੀਆਂ ਵੈਬ ਪੇਜ ਦੇ ਵਿੱਚ ਜਿਹੜੀਆਂ ਵੀ ਯੂਜ਼ਰ ਨੇ ਐਕਟੀਵਿਟੀਜ਼ ਕੀਤੀਆਂ ਹੈਗੀਆਂ। ਉਸ ਤੋਂ ਬਾਅਦ ਆ ਗਿਆ ਸੈਟ ਆਫ ਐਕਟੀਵਿਟੀਜ਼ ਆਫ ਡਿਜੀਟਲ ਮਾਰਕੀਟਿੰਗ। ਕਿਹੜੀਆਂ ਜਿਹੜੀਆਂ ਐਕਟੀਵਿਟੀਜ਼ ਆਪਾਂ ਡਿਜੀਟਲ ਮਾਰਕੀਟਿੰਗ ਦੇ ਵਿੱਚ ਮੇਨ ਕਰਦੇ ਹੈਗੇ ਆ। ਕਿਹੜੇ ਐਕਸਪਰਟ ਜਿਹੜੇ ਹੈਗੇ ਆ ਉਹ ਚਾਹੀਦੇ ਹੁੰਦੇ ਆ, ਕਿੱਦਾਂ ਦੇ ਕੰਮ ਆਪਾਂ ਉਹਦੇ ਵਿੱਚ ਕਰਦੇ ਆ। ਸੋ ਸਭ ਨੂੰ ਪਹਿਲਾਂ ਜਿਹੜਾ ਹੈਗਾ ਵਾ ਸਭ ਨੂੰ ਇੰਪੋਰਟੈਂਟ, ਠੀਕ ਹੈ, ਕੰਮ ਹੁੰਦਾ ਵਾ ਦੈਟ ਇਜ਼ ਸਰਚ ਇੰਜਨ ਆਪਟੀਮਾਈਜ਼ੇਸ਼ਨ। ਦੂਸਰਾ ਹੁੰਦਾ ਵਾ ਸਰਚ ਇੰਜਨ ਮਾਰਕੀਟਿੰਗ। ਸਰਚ ਇੰਜਨ ਮਾਰਕੀਟਿੰਗ ਦੇ ਵਿੱਚ ਜਿਹੜਾ ਹੈਗਾ ਵਾ ਗੂਗਲ ਜਿਸ ਤਰ੍ਹਾਂ ਐਡਵਰਡਸ ਹੈਗਾ ਵਾ। ਠੀਕ ਹੈ। ਉਸ ਤੋਂ ਬਾਅਦ ਤੀਸਰਾ ਹੈਗਾ ਵਾ ਸੋਸ਼ਲ ਮੀਡੀਆ ਮਾਰਕੀਟਿੰਗ। ਠੀਕ ਹੈ। ਚੌਥਾ ਹੈਗਾ ਵਾ ਡਿਸਪਲੇ ਐਡਵਰਟਾਈਜ਼ਿੰਗ, ਈਮੇਲ ਮਾਰਕੀਟਿੰਗ, ਵੀਡੀਓ ਮਾਰਕੀਟਿੰਗ ਤੇ ਗੂਗਲ ਐਨਾਲਿਟਿਕਸ ਦੇ ਬਾਰੇ ਆਪਾਂ ਹੁਣੇ ਪੜ੍ਹਿਆ ਹੈਗਾ ਗੂਗਲ ਐਨਾਲਿਟਿਕਸ। ਠੀਕ ਹੈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਵਾ ਇਹ ਇਸ ਡਿਜੀਟਲ ਮੇਨ ਜਿਹੜੀਆਂ ਹੈਗੀਆਂ ਵਾ ਇਸੇ ਦੇ ਵਿੱਚ ਜਿਹੜੀਆਂ ਹੈਗੀਆਂ ਸਾਰੀਆਂ ਦੀ ਸਾਰੀਆਂ ਕੰਸਨਟਰੇਟ ਹੋ ਜਾਂਦੀਆਂ। ਬਾਕੀ ਟਾਈਮ ਦੇ ਨਾਲ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਐਂਟਰ ਹੁੰਦੀਆਂ ਪਈਆਂ। ਮੇਨਲੀ ਇਸ ਦੇ ਵਿੱਚ ਜਿਹੜੀਆਂ ਹੈਗੀਆਂ ਆਪਾਂ ਇਹਨਾਂ ਨੂੰ ਜਿਹੜੀਆਂ ਹੈਗੀਆਂ ਡਿਵਾਈਡ ਕਰ ਸਕਦੇ ਹੈਗੇ। ਸੋ ਇਹਦੇ ਵਿੱਚੋਂ ਦੋ ਆਪਾਂ ਅੱਜ ਪੜਾਂਗੇ, ਸਰਚ ਇੰਜਨ ਆਪਟੀਮਾਈਜ਼ੇਸ਼ਨ ਐਂਡ ਸਰਚ ਇੰਜਨ ਮਾਰਕੀਟਿੰਗ। ਸੋ ਸਰਚ ਇੰਜਨ ਆਪਟੀਮਾਈਜ਼ੇਸ਼ਨ। ਸਰਚ ਇੰਜਨ ਆਪਟੀਮਾਈਜ਼ੇਸ਼ਨ ਦਾ ਕੀ ਮਤਲਬ ਹੈ? SEO stands for search engine optimization, which is the practice of increasing the quantity and quality of traffic to your website through organic search engine results. Search engine optimization ਕੀ ਹੈਗੀ ਆ? ਇੱਕ ਇਦਾਂ ਦਾ ਜਿਹੜਾ ਹੈਗਾ ਵਾ ਟੌਪਿਕ ਹੈ, ਇਦਾਂ ਦੀ ਜਿਹੜੀ ਹੈਗੀ ਹੈ ਕਲਾ ਵਾ, ਇਦਾਂ ਦੀ ਪ੍ਰੈਕਟਿਸ ਹੈ ਜਾਂ ਇਦਾਂ ਦੀ ਆਰਟ ਹੈ ਜਿਹਦੇ ਨਾਲ ਆਪਾਂ ਜਿਹੜੀ ਹੈਗੀ ਹੈ ਜਿਹੜੀ ਆਰਗੈਨਿਕ ਸਰਚ ਹੈ, ਜਿਹੜੀ ਫ੍ਰੀ ਦੇ ਵਿੱਚ ਸਰਚ ਹੁੰਦੀ ਹੈ ਸਰਚ ਇੰਜਨ ਦੇ ਵਿੱਚ। ਸਰਚ ਇੰਜਨ ਕਿਹੜੇ ਹੈਗੇ ਆ? ਗੂਗਲ ਦਾ ਹੋ ਗਿਆ, ਯਾਹੂ ਦਾ ਹੋ ਗਿਆ ਤੇ ਬਿੰਗ ਦਾ ਹੋ ਗਿਆ। ਜਦੋਂ ਉਹਦੇ ਵਿੱਚ ਕੋਈ ਵੀ ਯੂਜ਼ਰ ਤੁਹਾਡੀ ਸਰਚ ਮਾਰਦਾ ਹੈਗਾ ਵਾ, ਉਹ ਯੂਜ਼ਰ ਦੀ ਜਿਹੜੀ ਹੈਗੀ ਆ ਕੁਆਂਟੀਟੀ ਮੀਨਸ ਨੰਬਰ ਆਫ ਯੂਜ਼ਰਸ ਤੇ ਕੁਆਲਿਟੀ ਮੀਨਸ ਉਹ ਯੂਜ਼ਰਸ ਜਿਹੜੇ ਐਕਚੁਅਲੀ ਜਿਹੜੀ ਹੈਗੀ ਆ ਪ੍ਰੋਡਕਟ ਨੂੰ ਬਾਈ ਕਰਨ ਦੇ ਜਿਹੜੇ ਚਾਹਵਾਨ ਹੁੰਦੇ ਆ, ਐਕਚੁਅਲੀ ਕੋਈ ਕੰਮ ਕਰਨ ਦੀ ਇੱਛਾ ਰੱਖਦੇ ਹੈਗੇ ਆ, ਉਸ ਚੀਜ਼ ਨੂੰ ਇਨਕਰੀਜ਼ ਕਰਨਾ ਵੈਬ ਤੁਹਾਡੇ ਪੇਜ ਦੇ ਉੱਤੇ।
यानी कि वैब पेज ਦੇ ਉੱਤੇ ਜਿਹੜੇ ਯੂਜ਼ਰ ਆ ਰਹੇ ਆ ਉਹਨਾਂ ਦੀ ਕੁਆਂਟੀਟੀ ਤੇ ਕੁਆਲਿਟੀ ਨੂੰ ਇਨਕਰੀਜ਼ ਕਰਨਾ ਬਿਨਾ ਪੈਸਾ ਖਰਚੇ। ਕੋਈ ਵੀ ਪੈਸਾ ਨਹੀਂ ਖਰਚਣਾ, ਉਹਨੂੰ ਆਪਣੇ ਵੈਬ ਪੇਜ ਨੂੰ ਹੀ ਇਸ ਤਰੀਕੇ ਦੇ ਨਾਲ ਚੇਂਜ ਕਰਨਾ ਕਿ ਜਿਹੜੀ ਹੈਗੀ ਆ ਸਾਡੇ ਉਸ ਦੇ ਉੱਤੇ ਜਿਹੜੇ ਵੱਧ ਤੋਂ ਵੱਧ ਲੋਕ ਜਿਹੜੇ ਹੈਗੇ ਆ ਸਾਨੂੰ ਵਿਜ਼ਿਟ ਕਰਨ। ਹੁਣ ਉਸ ਦੇ ਵਿੱਚ ਕੁਆਲਿਟੀ ਆਫ ਟ੍ਰੈਫਿਕ ਦਾ ਕੀ ਮਤਲਬ ਹੈਗਾ? ਸਰਚ ਇੰਜਨ ਆਪਟੀਮਾਈਜ਼ੇਸ਼ਨ ਦੇ ਵਿੱਚ ਕੁਆਲਿਟੀ ਆਫ ਟ੍ਰੈਫਿਕ ਮੀਨਸ you can attract all the visitors in the world, but if they are coming to your site because Google tells them you are source for Apple computers, when really you are a farmer selling apples, that is not quality traffic. Instead, you want to attract visitors who are genuinely interested in products that you offer. ਸੋ ਕੁਆਲਿਟੀ ਆਫ ਟ੍ਰੈਫਿਕਸ ਦਾ ਮਤਲਬ ਕੀ ਹੋ ਗਿਆ ਕਿ ਮੰਨ ਲਓ ਤੁਸੀਂ ਜਿਹੜੇ ਹੈਗੇ ਆ ਇੱਕ ਫਾਰਮਰ ਆ ਜਿਹੜੇ ਕਿ ਐਪਲਸ ਗਰੋ ਕਰਦੇ ਆ ਤੇ ਐਪਲਸ ਨੂੰ ਸੈਲ ਕਰਦੇ ਆ, ਤੇ ਹੁੰਦਾ ਕੀ ਆ? ਹੁੰਦਾ ਇਹ ਆ ਕਿ ਗੂਗਲ ਜਿਹੜੀ ਹੈਗੀ ਆ ਜਦੋਂ ਸਰਚ ਇੰਜਨ ਦੇ ਵਿੱਚ ਤੁਸੀਂ ਮਾਰਦੇ ਹੈਗੇ ਸਰਚ, ਤੇ ਉਹ ਬੰਦੇ ਜਿਨ੍ਹਾਂ ਨੇ ਐਪਲ ਆਈਫੋਨ ਜਿਹੜਾ ਹੈਗਾ ਵਾ ਐਪਲ ਦਾ ਜਿਹੜਾ ਹੈਗਾ ਵਾ ਉਹ ਖਰੀਦਣਾ ਹੁੰਦਾ ਜਾਂ ਐਪਲ ਦਾ ਕੋਈ ਹੋਰ ਪ੍ਰੋਡਕਟ ਖਰੀਦਣਾ ਹੁੰਦਾ ਵਾ, ਉਹ ਤੁਹਾਡੇ ਵੈਬ ਪੇਜ ਦੇ ਉੱਤੇ ਆ ਜਾਂਦੇ ਹੈਗੇ। ਸੋ ਉਹ ਕੁਆਲਿਟੀ ਨਹੀਂ ਹੈਗੀ। ਕੁਆਲਿਟੀ ਦਾ ਮਤਲਬ ਹੈ ਕਿ ਜਿਹੜੇ ਲੋਕੀ ਐਕਚੁਅਲੀ ਤੁਸੀਂ ਜਿਹੜਾ ਪ੍ਰੋਡਕਟ ਵੇਚ ਰਹੇ ਆ, ਯਾਨੀ ਕਿ ਜਿਹੜੇ ਐਪਲਸ ਤੁਸੀਂ ਜਿਹੜੇ ਗਰੋ ਕਰ ਰਹੇ ਆ ਉਹਨਾਂ ਦੇ ਵਿੱਚ ਇੰਟਰਸਟਡ ਹੋਣਾ। ਉਹ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਦਾਂ ਦੇ ਆਉਣਗੇ, ਉਹਦਾ ਮਤਲਬ ਹੈ ਕੁਆਲਿਟੀ ਆਫ ਟ੍ਰੈਫਿਕ ਜਿਹੜੀ ਹੈਗੀ ਆ ਤੁਹਾਡੀ ਵੱਧ ਗਈ ਹੈ। ਕੁਆਲਿਟੀ ਜਿਹੜੇ ਲੋਕ ਐਕਚੁਅਲ ਦੇ ਵਿੱਚ ਤੁਹਾਡੇ ਪ੍ਰੋਡਕਟ ਦੇ ਵਿੱਚ ਜਿਹੜੇ ਹੈਗੇ ਆ ਇੰਟਰਸਟਡ ਹੈਗੇ ਆ, ਉਹ ਵੱਧ ਗਈ ਹੈ। ਉਸ ਤੋਂ ਬਾਅਦ ਕੁਆਂਟੀਟੀ ਆਫ ਟ੍ਰੈਫਿਕ ਜਿਹੜੀ ਹੈਗੀ ਹੈ ਦੂਸਰੀ ਚੀਜ਼। ਕੁਆਂਟੀਟੀ ਆਫ ਟ੍ਰੈਫਿਕ ਦਾ ਮਤਲਬ ਕੀ ਹੈਗਾ? once you have the right people clicking through from those search engine result pages, ਸਰਚ ਇੰਜਨ ਰਿਜ਼ਲਟ ਪੇਜਸ ਦਾ ਮਤਲਬ ਕੀ ਹੈਗਾ? SERPs ਵੀ ਕਹਿੰਦੇ ਹੈਗੇ ਇਹਨੂੰ, ਠੀਕ ਹੈ, ਸਰਚ ਇੰਜਨ ਰਿਜ਼ਲਟ ਪੇਜਸ। So once you have the right people clicking through from those search engine result pages, more traffic is better. So quantity of traffic ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਜਿਹੜੇ right people ਜਿਹੜੇ ਹੈਗੇ ਆ ਉਹ ਜਦੋਂ ਤੁਹਾਡੇ ਸਰਚ ਇੰਜਨ ਰਿਜ਼ਲਟਸ ਦੇ ਪੇਜਸ ਨੂੰ ਕਲਿੱਕ ਕਰਨਾ ਸ਼ੁਰੂ ਕਰ ਦਿੰਦੇ ਆ, ਤੇ ਦੈਟ ਮੀਨਸ ਜਿਹੜੀ ਕੁਆਂਟੀਟੀ ਆਫ ਟ੍ਰੈਫਿਕ ਜਿਹੜੀ ਹੈਗੀ ਆ ਵੱਧ ਗਈ ਹੈਗੀ। ਸੋ ਟ੍ਰੈਫਿਕ ਵੀ ਉਹ ਹੋਣੀ ਚਾਹੀਦੀ ਹੈ ਜਿਹੜੀ ਤੁਹਾਡੇ ਪ੍ਰੋਡਕਟਸ ਦੇ ਨਾਲ ਦੋਨੇ ਚੀਜ਼ਾਂ ਕੁਆਂਟੀਟੀ ਤੇ ਕੁਆਲਿਟੀ ਦੋਨੇ ਰਿਲੇਟਡ ਹੈਗੀਆਂ, ਠੀਕ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵਾ ਇਹ ਦੋਨੇ ਜਿਹੜੀਆਂ ਹੈਗੀਆਂ ਇੰਟਰਲਿੰਕਡ ਹੈਗੀਆਂ। ਜੇ ਕੁਆਲਿਟੀ ਹੋਏਗੀ ਤੇ ਫਿਰ ਕੁਆਲਿਟੀ ਹੋਏਗੀ, ਫਿਰ ਹੀ ਕੁਆਂਟੀਟੀ ਹੋਏਗੀ, ਠੀਕ ਹੈ ਨਾ। ਉਸ ਤਰ੍ਹਾਂ ਦੇ ਸਾਰੀ ਦੁਨੀਆ ਭਾਵੇਂ ਵਿਜ਼ਿਟ ਕਰੀ ਜਾਵੇ, ਪਰ ਉਹਦਾ ਕੋਈ ਫਾਇਦਾ ਨਹੀਂ ਕਿ ਉਹ ਪ੍ਰੋਡਕਟ ਹੋਰ ਕੁਝ ਚਾਹੁੰਦੇ ਆ ਤੇ ਤੁਹਾਡੀ ਜਿਹੜੀ ਤੁਸੀਂ ਪ੍ਰੋਡਕਟ ਹੋਰ ਕੋਈ ਸੈਲ ਕਰਦੇ ਪਏ ਹੈਗੇ। ਉਸ ਤੋਂ ਬਾਅਦ ਆਰਗੈਨਿਕ ਰਿਜ਼ਲਟਸ ਜਿਹੜੇ ਹੈਗੇ ਆ, ਠੀਕ ਹੈ, ਐਡਸ ਮੇਕ ਅਪ ਏ ਸਿਗਨੀਫੀਕੈਂਟ ਪੋਰਸ਼ਨ ਆਫ ਮੈਨੀ search engine result pages. Organic traffic is any traffic that you don't have to pay for. So quantity ਹੋ ਗਈ, quality ਹੋ ਗਈ ਤੇ organic results ਹੋ ਗਏ। ਜਿਹੜੀ ਇਹ ਚੀਜ਼ ਜਿਹੜੀ ਹੈਗੀ ਆ ਇਹ ਮਤਲਬ ਜਿਹੜੀ ਹੈਗੀ ਆ ਬਹੁਤ ਜਿਹੜੀ ਹੈਗੀ ਆ ਇਸੇ ਸਰਚ ਇੰਜਨ ਆਪਟੀਮਾਈਜ਼ੇਸ਼ਨ ਦੇ ਨਾਲ ਇੰਟਰਲਿੰਕਡ ਹੈਗੀ ਆ। ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਵਧਣੀਆਂ ਚਾਹੀਦੀਆਂ ਹੈਗੀਆਂ। ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਕਿੱਦਾਂ ਵਧਾ ਸਕਦੇ ਹਾਂ ਆਪਾਂ? ਯੂਜ਼ਿੰਗ ਸਰਚ ਇੰਜਨ ਆਪਟੀਮਾਈਜ਼ੇਸ਼ਨ। ਆਰਗੈਨਿਕ ਰਿਜ਼ਲਟ ਦਾ ਮਤਲਬ ਹੈ ਉਹ ਰਿਜ਼ਲਟ ਜਿਹੜੇ ਕਿ ਜਦੋਂ ਗੂਗਲ ਦੇ ਵਿੱਚ ਜਾ ਕੇ ਤੁਸੀਂ ਸਰਚ ਮਾਰਦੇ ਆ ਤੇ ਤੁਹਾਡੀ ਬਿਨਾਂ ਤੁਸੀਂ ਪੈਸੇ ਦਿੱਤੇ ਤੁਹਾਡੀ ਸਾਈਟ ਜਿਹੜੀ ਹੈਗੀ ਆ ਉਹਦੇ ਤੇ ਸ਼ੋ ਹੁੰਦੀ ਹੈ। ਜਿੱਦਾਂ ਮੈਂ ਕਹਿੰਦਾ ਇਨਫੋਰਮੇਸ਼ਨ ਟੈਕਨੋਲੋਜੀ ਡਿਪਲੋਮਾ ਇਨ ਜਲੰਧਰ, ਸੋ ਉਹਦੇ ਵਿੱਚ ਜਿਹੜੀ ਹੈਗੀ ਆ ਆਰਗੈਨਿਕ ਜਿਹੜੇ ਰਿਜ਼ਲਟ ਹੈਗੇ ਆ ਉਹਦੇ ਵਿੱਚ ਜਿਹੜਾ ਹੈਗਾ ਗਵਰਨਮੈਂਟ ਪੋਲੀਟੈਕਨਿਕ ਕਾਲਜ ਵੀ ਸ਼ੋ ਹੁੰਦਾ ਪਿਆ। ਉਹਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਡਿਪਲੋਮੇ ਦੀਆਂ ਜਿਹੜੀਆਂ 30 ਸੀਟਾਂ ਹੈਗੀਆਂ ਵਾ ਉਹ ਸ਼ੋ ਹੁੰਦੀਆਂ ਪਈਆਂ। ਉਹ ਕੀ ਹੋ ਗਿਆ? ਆਰਗੈਨਿਕ ਰਿਜ਼ਲਟ ਹੋ ਗਿਆ। ਤੁਸੀਂ ਕੁਝ ਪੈਸੇ ਨਹੀਂ ਦਿੱਤੇ ਹੈਗੇ, ਤੁਸੀਂ ਜਿਹੜਾ ਹੈਗਾ ਵਾ ਫ੍ਰੀ ਦੇ ਵਿੱਚ ਜਦੋਂ ਲੋਕਾਂ ਨੇ ਸਰਚ ਮਾਰੀ ਹੈ ਤੇ ਸਰਚ ਇੰਜਨ ਨੇ ਤੁਹਾਡੀ ਜਿਹੜੀ ਹੈਗੀ ਆ ਵੈਬਸਾਈਟ ਜਾਂ ਵੈਬ ਪੇਜ ਨੂੰ ਚੱਕ ਕੇ ਉੱਥੇ ਡਿਸਪਲੇ ਕਰ ਦਿੱਤਾ ਹੈਗਾ। ਉਸ ਚੀਜ਼ ਨੂੰ ਜਿਹੜੀ ਹੈਗੀ ਆ ਆਪਾਂ ਸਰਚ ਇੰਜਨ ਆਪਟੀਮਾਈਜ਼ੇਸ਼ਨ ਦੀ ਹੈਲਪ ਦੇ ਨਾਲ ਆਪਾਂ ਅਚੀਵ ਕਰਨਾ ਹੁੰਦਾ ਹੈਗਾ। ਉਸ ਤੋਂ ਬਾਅਦ what are SERPs? SERPs ਜਿੱਦਾਂ ਪਹਿਲਾਂ ਦੱਸਿਆ ਹੈਗਾ ਸਰਚ ਇੰਜਨ ਰਿਜ਼ਲਟ ਪੇਜਸ, ਠੀਕ ਹੈ, also known as SERPs or SERP are Google's responses to a user's search query.
ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਗੂਗਲ 'ਚ ਰਿਸਪੌਂਸ ਹੀ ਨਹੀਂ ਹੁੰਦਾ। ਜੇ ਯਾਹੂ ਦੇ ਉੱਤੇ ਕਰਦੇ ਹੋ ਯਾਹੂ ਦਾ ਰਿਸਪੌਂਸ ਹੋ ਗਿਆ, ਯਾਹੂ ਸਰਚ ਇੰਜਨ ਦਾ ਹੋ ਗਿਆ। ਜੇ ਬਿੰਗ ਦੇ ਉੱਤੇ ਕਰਦੇ ਆ ਤੇ ਬਿੰਗ ਦਾ ਸਰਚ ਰਿਸਪੌਂਸ ਹੋ ਗਿਆ। ਠੀਕ ਆ। ਸੋ ਇਟ ਮੀਨਸ ਤੁਸੀਂ ਜਿਹੜਾ ਹੈਗਾ ਵਾ ਜੋ ਕੁਝ ਵੀ ਜਿਹੜਾ ਹੈਗਾ ਵਾ ਜਦੋਂ ਉਹਦੇ ਵਿੱਚ ਕਰਦੇ ਆ ਸਰਪ ਦੇ ਵਿੱਚ ਕੀ ਹੁੰਦਾ ਹੈਗਾ, ਸਰਪ ਟੈਂਡ ਟੂ ਇਨਕਲੂਡ ਆਰਗੈਨਿਕ ਸਰਚ ਰਿਜ਼ਲਟਸ। ਜਿਹੜਾ ਹੈਗਾ ਸਰਚ ਇੰਜਨ ਰਿਜ਼ਲਟ ਪੇजेस ਹੈ, ਚਾਹੇ ਉਹ ਗੂਗਲ ਦਾ ਵਾ, ਚਾਹੇ ਉਹ ਯਾਹੂ ਦਾ ਹੈਗਾ, ਚਾਹੇ ਉਹ ਬਿੰਗ ਦਾ ਹੈਗਾ ਵਾ, ਉਹਦੇ ਵਿੱਚ ਕਿਹੜੇ ਹਿੱਸੇ ਹੁੰਦੇ ਆ, ਆਰਗੈਨਿਕ ਸਰਚ ਰਿਜ਼ਲਟਸ ਹੁੰਦੇ ਆ। ਉਹ ਸਰਚ ਰਿਜ਼ਲਟ ਹੁੰਦੇ ਆ ਆਰਗੈਨਿਕ ਦਾ ਮਤਲਬ ਜਿਨ੍ਹਾਂ ਨੇ ਕੋਈ ਪੈਸੇ ਨਹੀਂ ਦਿੱਤੇ ਹੁੰਦੇ, ਪਰ ਉਹਨਾਂ ਦੀਆਂ ਵੈਬ, ਉਹਨਾਂ ਦੀਆਂ ਸਰਵਿਸਿਜ਼, ਉਹਨਾਂ ਦੇ ਪ੍ਰੋਡਕਟਸ ਜਿਹੜੇ ਹੈਗੇ ਆ ਬਹੁਤ ਸਾਰੇ ਲੋਕੀ ਵਿਜ਼ਿਟ ਕਰਦੇ ਆ। ਇਸ ਕਰਕੇ ਸਰਚ ਇੰਜਨ ਜਿਹੜਾ ਹੈਗਾ ਵਾ ਆਪਣੇ ਆਪ ਹੀ ਉਸ ਚੀਜ਼ ਨੂੰ ਚੱਕ ਲੈਂਦਾ ਹੈਗਾ। ਦੂਸਰਾ ਜਿਹੜਾ ਉਹਦਾ ਹਿੱਸਾ ਹੁੰਦਾ ਪੇਡ, ਜਿਹੜੇ ਲੋਕਾਂ ਨੇ ਪੈਸੇ ਦਿੱਤੇ ਹੁੰਦੇ ਹੈਗੇ ਆ, ਪੇਡ ਗੂਗਲ ਐਡ ਰਿਜ਼ਲਟਸ। ਜਿਹੜੇ ਗੂਗਲ ਸਰਚ ਇੰਜਨ ਨੂੰ ਜਾਂ ਯਾਹੂ ਨੂੰ ਜਾਂ ਬਿੰਗ ਨੂੰ ਜਿਹੜੇ ਹੈਗੇ ਆ ਉਹਨਾਂ ਨੇ ਪੈਸੇ ਦਿੱਤੇ ਹੁੰਦੇ ਆ ਕਿ ਤੁਹਾਡੀ ਜਿਹੜੀ ਹੈਗੀ ਆ ਪ੍ਰੋਡਕਟ ਉਹ ਟਾਪ ਦੇ ਉੱਤੇ ਡਿਸਪਲੇ ਕਰਾਵੇ ਜਦੋਂ ਵੀ ਲੋਕੀ ਕੋਈ ਇਸ ਤਰ੍ਹਾਂ ਦਾ ਕੀਵਰਡ ਜਿਹੜਾ ਹੈਗਾ ਐਂਟਰ ਕਰੇ। ਫੀਚਰਡ ਸਨਿਪਟਸ ਹੁੰਦੇ ਆ, ਠੀਕ ਹੈ, ਨੌਲੇਜ ਗ੍ਰਾਫਸ ਹੁੰਦੇ ਆ ਤੇ ਵੀਡੀਓ ਰਿਜ਼ਲਟਸ ਹੁੰਦੇ ਹੈਗੇ ਆ। ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਚੀਜ਼ ਕਿਸ ਚੀਜ਼ ਦਾ ਹਿੱਸਾ ਹੁੰਦੀ ਆ, ਸਰਚ ਇੰਜਨ ਜਿਹੜਾ ਹੈਗਾ ਵਾ ਉਹ ਰਿਜ਼ਲਟ ਹੁੰਦਾ। ਉਹਦੇ ਵਿੱਚ ਡੈਫੀਨੇਸ਼ਨਾਂ ਹੋ ਸਕਦੀਆਂ, ਉਸ ਦੇ ਵਿੱਚ ਵੀਡੀਓ ਹੋ ਸਕਦੀਆਂ ਹੈਗੀਆਂ, ਪਲੱਸ ਉਸ ਦੇ ਵਿੱਚ ਜਿਹੜੀ ਹੈਗੀਆਂ ਹੋਰ ਉਸੇ ਜਿਹੜੀ ਤੁਸੀਂ ਕੀਵਰਡ ਸਰਚ ਮਾਰੀ ਆ ਉਹਦੇ ਨਾਲ ਹੀ ਹੋਰ ਰਿਲੇਟਡ ਕੀਵਰਡਸ ਜਿਹੜੇ ਹੈਗੇ ਆ ਉਹ। ਸੋ ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਵਾ ਕਿਸ ਦੇ ਵਿੱਚ ਆ ਜਾਂਦਾ ਹੈਗਾ ਵਾ, SCRPS ਦੇ ਵਿੱਚ। So in other words, you type or say something to Google and the SERP is what you get back। ਇੱਕ ਲੇਮੈਨ ਦੀ ਲੈਂਗੁਏਜ ਦੇ ਵਿੱਚ ਜਦੋਂ ਤੁਸੀਂ ਕਹਿਣ ਦਾ ਮਤਲਬ ਹੈ ਕਿ ਗੂਗਲ ਦੇ ਵਿੱਚ ਜਾਂ ਯਾਹੂ ਦੇ ਵਿੱਚ ਜਾਂ ਬਿੰਗ ਦੇ ਵਿੱਚ ਤੁਸੀਂ ਉਹਨੂੰ ਸੇ ਕੁਝ ਕਹਿੰਦੇ ਆ ਬੋਲ ਕੇ ਜਾਂ ਟਾਈਪ ਕਰਦੇ ਆ ਤੇ ਉਸ ਤੋਂ ਬਾਅਦ ਜੋ ਕੁਝ ਤੁਹਾਨੂੰ ਮਿਲਦਾ ਵਾ that is known as SCRP, ਸਰਚ ਇੰਜਨ ਰਿਜ਼ਲਟ ਪੇजेस ਜਾਂ ਸਰਪ। ਸੋ ਹੁਣ ਸਰਪ ਦੀ ਜਿਹੜੀ ਐਗਜ਼ਾਮਪਲ ਤੁਹਾਨੂੰ ਮੈਂ ਦਿਖਾਉਣ ਲੱਗਾ ਹੈਗਾ, ਠੀਕ ਹੈ, ਇਹ ਸਰਪ ਦੀ ਐਗਜ਼ਾਮਪਲ ਹੈਗੀ ਆ, ਠੀਕ ਹੈ। ਇਹ ਦੇਖੋ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਇਸ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਸਰਚ ਮਾਰੀ ਆ, ਠੀਕ ਹੈ। ਸੋ ਇਸ ਦੇ ਵਿੱਚ ਜਿਹੜੀ ਸਰਚ ਕੀਤੀ ਆ ਇਹ ਸਾਡੇ ਕੋਲ ਕਿਹੜਾ ਸਰਚ ਇੰਜਨ ਹੈਗਾ, ਗੂਗਲ ਹੈ। ਉਹਦੇ ਵਿੱਚ ਆਪਾਂ ਕੀਤਾ ਵੈਕਿਊਮ ਕਲੀਨਰ ਵਿਦ ਬਲੋਅਰ। ਸੋ ਸਭ ਨਾਲੋਂ ਉੱਪਰ ਜਿਹੜੀ ਹੈਗੀ ਆ ਕੀ ਆ ਗਈਆਂ ਸਾਡੀਆਂ ਐਡਸ। ਸੋ ਇਹ ਜਿਹੜੇ ਲੋਕਾਂ ਨੇ ਐਡਸ ਦਿੱਤੀਆਂ ਹੈਗੀਆਂ ਉਹਨੂੰ ਗੂਗਲ ਸਰਚ ਇੰਜਨ ਦੇ ਵਿੱਚ ਜਿਹੜੇ ਹੈਗੇ ਪੈਸੇ ਦਿੱਤੇ ਹੈਗੇ ਆ ਉਹ ਸਭ ਨੂੰ ਟੌਪ ਦੇ ਉੱਤੇ ਡਿਸਪਲੇ ਕਰਵਾਤੀ ਹੈਗੀ ਨੇ, ਠੀਕ ਆ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹ ਕੀ ਆ ਗਏ, ਇਹ ਜਿਹੜੇ ਹੈਗੇ ਆ ਆਰਗੈਨਿਕ ਸਰਚ ਰਿਜ਼ਲਟਸ ਹੈਗੇ ਆ, ਠੀਕ ਹੈ। ਇਹ ਉਹ ਵੈਬਸਾਈਟਸ ਹੈਗੀਆਂ ਵਾ ਜਿਹੜੀਆਂ ਆਰਗੈਨਿਕਲੀ ਆ ਗਈਆਂ ਆਪਣੇ ਆਪ ਹੀ, ਯਾਨੀ ਕਿ ਫ੍ਰੀ ਆਫ, ਉਹਨਾਂ ਨੇ ਬਿਲਕੁਲ ਕੋਈ ਪੈਸਾ ਨਹੀਂ ਦਿੱਤਾ ਹੈਗਾ। ਉਹਦੇ ਵਿੱਚ ਕਿਹੜੀ ਆ ਗਈ ਹੈ, ਐਮਾਜ਼ੋਨ ਆ ਗਈ ਆ, ਠੀਕ ਆ, ਇਹ ਵੀ ਐਮਾਜ਼ੋਨ ਹੈਗੀ ਆ। ਸੋ ਇਹ ਜਿਹੜੀ ਹੈਗੀ ਆ ਇਹ ਸਾਈਟਾਂ ਜਿਹੜੀਆਂ ਹੈਗੀਆਂ ਸਭ ਨੂੰ ਜ਼ਿਆਦਾ ਲੋਕੀ ਵਿਜ਼ਿਟ ਕਰਦੇ ਹੈਗੇ ਆ, ਠੀਕ ਆ। ਉਸ ਦਾ ਡਿਜੀਟਲ ਜਿਹੜੀ ਹੈਗੀ ਆ ਫੁੱਟਪ੍ਰਿੰਟ ਜ਼ਿਆਦਾ ਹੈਗਾ ਵਾ, ਪਲੱਸ ਉਹਨਾਂ ਦਾ ਰੈਪੂਟੇਸ਼ਨ ਬਹੁਤ ਵਧੀਆ ਹੋਣ ਕਰਕੇ ਜਿਹੜਾ ਹੈਗਾ ਵਾ ਗੂਗਲ ਨੇ ਜਿਹੜਾ ਹੈਗਾ ਵਾ ਸਰਚ ਇੰਜਨ ਨੇ ਇਹਨਾਂ ਨੂੰ ਡਿਸਪਲੇ ਕਰਾਇਆ ਵਾ। ਉਸ ਤੋਂ ਬਾਅਦ ਜਿਹੜਾ ਹੈਗਾ ਹਾਊ ਟੂ ਯੂਜ਼ ਏ ਵੈਕਿਊਮ ਕਲੀਨਰ ਵਿਦ ਸਕਸ਼ਨ, ਬੈਸਟ 5 ਵੈਕਿਊਮ ਕਲੀਨਰਸ, ਠੀਕ ਹੈ, ਹਾਊ ਟੂ ਚੂਜ਼ ਦਾ ਰਾਈਟ ਬਲੋਅਰ ਵੈਕਿਊਮ ਕਲੀਨਰ। ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਵਾ ਉਹਨਾਂ ਨੇ ਡਿਸਪਲੇ ਕੀਤੀਆਂ। ਇਹ ਸਰਚ ਇੰਜਨ SERP ਕਵਾਂਗੇ ਇਹਨੂੰ, ਠੀਕ ਆ। SERP ਜਿਹੜਾ ਹੈਗਾ ਵਾ ਜਦੋਂ ਆਪਾਂ ਇਹ ਸਰਚ ਮਾਰਿਆ ਹੈਗਾ, ਸੋ ਇਹ SERP ਜਿਹੜਾ ਹੈਗਾ ਵਾ ਸਾਡੇ ਕੋਲ ਜਿਹੜਾ ਹੈਗਾ ਵਾ ਉਹ ਆ ਗਿਆ ਹੈਗਾ, ਠੀਕ ਆ। ਇਹ ਜਿਹੜਾ SERP ਜਿਹੜਾ ਹੈਗਾ ਵਾ ਸਰਚ ਇੰਜਨ ਰਿਜ਼ਲਟ ਪੇਜ ਜਿਹੜਾ ਹੈਗਾ ਵਾ ਉਹ ਸਾਡੇ ਕੋਲ ਆ ਗਿਆ, ਠੀਕ ਆ। ਉਸ ਤੋਂ ਬਾਅਦ ਇਹ ਜਿਹੜਾ ਹੈਗਾ ਵਾ ਇਸ ਦੇ ਵਿੱਚ ਜਿਹੜਾ ਹੈਗਾ ਵਾ ਨੈਕਸਟ ਹਿੱਸਾ ਵਾ ਉਸਦਾ, ਠੀਕ ਆ। ਉਸ ਤੋਂ ਬਾਅਦ ਫਲਿੱਪਕਾਰਟ ਆ ਗਈ ਸੈਕੰਡ ਪੇਜ ਉਸ ਦੇ ਵਿੱਚ, ਠੀਕ ਆ। ਉਸ ਦੇ ਵਿੱਚ ਬਾਈ ਬੈਸਟ ਵੈਕਿਊਮ ਕਲੀਨਰ ਯੂਰੇਕਾ ਫੋਰਬਸ ਦੀ ਆ ਗਈ ਹੈਗੀ ਆ। ਉਸ ਤੋਂ ਬਾਅਦ ਇਹ ਕੀ ਹੈਗਾ ਵਾ, ਉਹ ਕਹਿੰਦਾ ਕਿ ਜਿਨ੍ਹਾਂ ਨੇ ਇਹ ਸਰਚ ਮਾਰੀ ਆ ਉਹਨਾਂ ਨੇ ਉਸ ਦੇ ਨਾਲ ਆ ਵੀ ਸਰਚ ਮਾਰੀ ਆ, ਵਾਟ ਇਜ਼ ਬਲੋਅਰ ਇਨ ਵੈਕਿਊਮ ਕਲੀਨਰ, ਇਜ਼ ਵੈਕਿਊਮ ਕਲੀਨਰ ਵਰਥ ਬਾਇੰਗ, which is the best vacuum cleaner for home use, can vacuum cleaner be used as a blower,
ਠੀਕ ਆ। ਬਲੋਅਰ ਜਿਹੜਾ ਬਲੋਅਰ ਦਾ ਮਤਲਬ ਕੀ ਹੁੰਦਾ ਵੈਕਿਊਮ ਕਲੀਨਰ ਦੇ ਵਿੱਚ, ਵੈਕਿਊਮ ਕਲੀਨਰ ਕਿਹੜਾ ਆਪਾਂ ਖਰੀਦਣਾ ਜਿਹੜਾ ਹੈਗਾ ਵਾ ਵਰਥ ਹੈਗਾ ਵਾ, ਪੈਸੇ ਖਰਚਦੇ ਆਪਾਂ ਵਧੀਆ ਹੁੰਦਾ। ਘਰ ਦੇ ਲਈ ਬੈਸਟ ਵੈਕਿਊਮ ਕਲੀਨਰ ਕਿਹੜਾ ਹੈਗਾ ਵਾ, ਠੀਕ ਆ। ਤੇ ਕੀ ਜਿਹੜਾ ਹੈਗਾ ਵਾ ਵੈਕਿਊਮ ਕਲੀਨਰ ਜਿਹੜਾ ਹੈਗਾ ਐਜ਼ ਅ ਬਲੋਅਰ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਕੈਂਟ ਦੀ ਹੈਗੀ ਆ, ਵੀ ਆਰਗੈਨਿਕ ਹੈਗੀ ਆ, ਠੀਕ ਆ। ਉਸ ਤੋਂ ਬਾਅਦ ਕੁਐਸਚਨ ਐਂਡ ਆਨਸਰਸ ਔਨ ਗੂਗਲ ਹੈਗੇ ਆ। what is the profit of vacuum cleaner, how to use wet and dry, blue and white vacuum cleaner for wet surface, what is the best vacuum cleaner। ਸੋ ਇਹ ਚੀਜ਼ ਜਿਹੜੀ ਹੈਗੀ ਆ ਇਹ ਹਿੱਸਾ ਵਾ ਸਰਚ SERP ਦਾ, ਠੀਕ ਆ। ਉਸ ਤੋਂ ਬਾਅਦ ਤੀਸਰਾ ਹਿੱਸਾ ਵਾ, ਠੀਕ ਆ, ਪੇਜ ਦਾ, ਉਸੇ ਸੇਮ ਪੇਜ ਦਾ ਜਿਹੜਾ ਹੈਗਾ ਵਾ ਤੀਸਰਾ ਹਿੱਸਾ ਵਾ, ਠੀਕ ਆ। ਸੋ ਇਸ ਦੇ ਵਿੱਚ ਅੱਗੇ select ਹੈਗੀ ਆ, ਕਿਚਨ ਅਰੀਨਾ ਹੈਗੀ ਆ, ਸਾਰੇ ਆਰਗੈਨਿਕ ਆ, ਇਹਦੇ ਵਿੱਚ ਕਿਤੇ ਵੀ ਐਡ ਨਹੀਂ ਗੀ। ਸਿਰਫ ਇਹ ਜਿਹੜੀ ਹੈਗੀ ਆ ਇਹ ਐਡਵਰਟਾਈਜ਼ਮੈਂਟ ਦਿੱਤੀ ਆ, ਬਲੋਅਰ ਵਿਦ ਵੈਕਿਊਮ ਕਲੀਨਰ ਇੱਥੇ ਐਡ ਲਿਖਿਆ ਹੈਗਾ ਇਸ ਅੱਗੇ। ਉਸ ਤੋਂ ਬਾਅਦ ਸਰਚ ਰਿਲੇਟਡ ਟੂ ਵੈਕਿਊਮ ਕਲੀਨਰ ਵਿਦ ਬਲੋਅਰ ਹੈਗੀ ਆ, ਜਿੱਦਾਂ ਯੂਰੇਕਾ ਫੋਰਬਸ ਵੈਕਿਊਮ ਕਲੀਨਰ ਵਿਦ ਬਲੋਅਰ, ਵੈਕਿਊਮ ਕਲੀਨਰ ਵਿਦ ਬਲੋਅਰ ਫॉर ਕਾਰ, ਫਿਲਿਪਸ ਵੈਕਿਊਮ ਕਲੀਨਰ ਵਿਦ ਬਲੋਅਰ, ਬੈਸਟ ਵੈਕਿਊਮ ਕਲੀਨਰ ਫॉर ਹੋਮ। ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਵਾ ਉਸ ਦੇ ਵਿੱਚ ਜਿਹੜੀਆਂ ਹੈਗੀਆਂ ਸਰਚਸ ਜਿਹੜੀਆਂ ਹੈਗੀਆਂ ਵਾ ਉਹ ਆ ਜਾਂਦੀਆਂ ਹੈਗੀਆਂ। ਤੁਹਾਨੂੰ ਸੁਜੈਸ਼ਨ ਦੇ ਦਿੰਦਾ ਹੈਗਾ ਕਿ ਕੀ ਇਹਦੇ ਬਾਰੇ ਵੀ ਤੁਸੀਂ ਕੋਈ ਸਰਚ ਤੇ ਨਹੀਂ ਮਾਰਨਾ ਚਾਹੁੰਦੇ ਹੈਗੇ, ਸੋ ਤੇ ਤੁਸੀਂ ਕਲਿੱਕ ਕਰ ਸਕਦੇ ਹੈਗੇ। ਸੋ ਇਹ SERP ਦੀ ਐਗਜ਼ਾਮਪਲ ਹੈ ਜਦੋਂ ਗੂਗਲ ਦੇ ਵਿੱਚ ਮਾਰਦੇ ਆਪਾਂ। ਇਹ ਹੈਗੀ ਯਾਹੂ ਦਾ, ਠੀਕ ਹੈ। ਜਦੋਂ ਯਾਹੂ ਦੇ ਵਿੱਚ ਮਾਰਦੇ ਹੈਗੇ ਸੇਮ ਲਗਭਗ ਉਸੇ ਤਰੀਕੇ ਦੇ ਨਾਲ ਹੀ ਯਾਹੂ ਦੇ ਵਿੱਚ ਜਿਹੜੀ ਹੈਗੀ ਆ ਆ ਗਏ ਆ, ਦੇਖੋ, ਠੀਕ ਹੈ। ਇਸ ਦੇ ਵਿੱਚ ਜਿਹੜੀ ਹੈਗੀ ਆ ਐਡਸ ਹੈਗੀ ਆ, ਠੀਕ ਹੈ। ਇਹ ਵੀ ਐਡਸ ਹੈਗੀ ਆ, ਇੱਥੇ ਲਿਖਿਆ ਐਡਸ, ਇਹ ਵੀ ਐਡ ਹੈ, ਠੀਕ ਆ। ਉਸ ਤੋਂ ਬਾਅਦ ਵੈਕਿਊਮ ਕਲੀਨਰ ਐਂਡ ਟਾਈਪਸ ਦੇ ਬਾਰੇ ਦੱਸਿਆ ਹੈਗਾ ਇਹਨਾਂ ਨੇ, ਠੀਕ ਆ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਅੱਗੇ ਆਰਗੈਨਿਕ ਜਿਹੜੀ ਹੈਗੀ ਹੈ ਸਰਚ ਹੈਗੀ ਹੈ ਆਰਗੈਨਿਕ ਹੈਗੀ ਹੈ। ਇਸ ਦੇ ਵਿੱਚ ਵੀ ਐਮਾਜ਼ੋਨ ਆ ਗਈ, ਠੀਕ ਹੈ, ਫਲਿੱਪਕਾਰਟ ਆ ਗਈ, ਕੈਂਟ ਆ ਗਈ, ਫਿਲਿਪਸ ਆ ਗਈ। ਸੋ ਹਰ ਇੱਕ ਜਿਹੜਾ ਹੁੰਦਾ ਵਾ ਸਰਚ ਇੰਜਨ ਉਹਦੀ ਆਪਣੀ ਜਿਹੜਾ ਰਿਜ਼ਲਟ ਪੇਜ ਹੁੰਦੇ ਆ ਉਹ ਆਪਣੇ ਹਿਸਾਬ ਦੇ ਨਾਲ ਉਹ ਕਰਦਾ ਹੈਗਾ, ਠੀਕ ਆ। ਸੋ ਇਹ ਲਾਸਟ ਪੇਜ ਹੈਗਾ ਉਸਦਾ ਯਾਹੂ ਸਰਚ ਇੰਜਨ ਦਾ, ਠੀਕ ਆ। ਉਸ ਦੇ ਵਿੱਚ ਪੇजेस ਹੈਗੇ ਅੱਗੇ, ਇਸ ਦੇ ਵਿੱਚ ਵੀ ਰਿਲੇਟਡ ਸਰਚਸ ਹੈਗੀਆਂ ਇਸੇ ਤਰੀਕੇ। ਸੋ ਜਿਹੜੇ ਵੀ ਇਸ ਤੋਂ ਬਾਅਦ ਬਿੰਗ ਸਰਚ ਇੰਜਨ ਹੈਗਾ ਵਾ, ਬਿੰਗ ਸਰਚ ਇੰਜਨ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਹੈਗਾ ਵਾ ਰਿਜ਼ਲਟ, ਠੀਕ ਆ। ਇਸ ਦੇ ਵਿੱਚ ਇਹਨੇ ਵੈਕਿਊਮ ਕਲੀਨਰ ਨੂੰ ਡਿਫਾਈਨ ਵੀ ਕਰ ਦਿੱਤਾ ਇੱਥੇ। ਉਸ ਤੋਂ ਬਾਅਦ ਵੈਕਿਊਮ ਕਲੀਨਰ ਦੇ ਨਾਲ ਰਿਲੇਟਡ ਪੀਪਲ ਜਿਹੜੇ ਹੈਗੇ ਆ, ਤੇ ਪੀਪਲ ਜਿਹੜੇ ਹੈਗੇ ਜਿਹਨਾਂ ਨੇ ਵੈਕਿਊਮ ਕਲੀਨਰ ਸਰਚ ਕੀਤਾ ਉਹਨਾਂ ਨੇ ਹੋਰ ਕੀ ਸਰਚ ਕੀਤਾ, ਠੀਕ ਆ। ਉਸ ਤੋਂ ਬਾਅਦ ਆ ਵੈਕਿਊਮ ਕਲੀਨਰ ਹੈਗਾ ਵਾ, ਇਸ ਦੇ ਬਾਰੇ ਇਹ ਐਡ ਹੈਗੀ ਆ, ਠੀਕ ਆ, ਇਹ ਵੀ ਐਡ ਹੈ, ਠੀਕ ਆ। ਸੋ ਇਹ ਜਿਹੜੀ ਹੈਗੀ ਆ ਪੇਡ ਜਿਹੜੀਆਂ ਹੈਗੀਆਂ ਐਡਵਰਟਾਈਜ਼ਮੈਂਟ ਹੈਗੀਆਂ। ਸੋ ਨੈਕਸਟ ਹੈਗਾ ਵਾ ਸਰਚ ਇੰਜਨ ਮਾਰਕੀਟਿੰਗ। ਇਹ ਸਰਚ ਇੰਜਨ ਜਿਹੜੀ ਹੈਗੀ ਆ ਮਾਰਕੀਟਿੰਗ ਜਿਹੜੀ ਹੈਗੀ ਆ ਉਹ ਕੀ ਹੈਗੀ ਆ ਚੀਜ਼, ਠੀਕ ਆ। ਸੋ ਸਰਚ ਇੰਜਨ ਮਾਰਕੀਟਿੰਗ is a digital marketing strategy used to increase the visibility of a website in the search engine results pages। SERP ਇਸ ਦੇ ਵਿੱਚ ਆਪਣੀ ਵਿਜ਼ਿਬਿਲਿਟੀ ਨੂੰ ਇਨਕਰੀਜ਼ ਕਰਨ ਦੇ ਲਈ ਜਿਹੜੀ ਆਪਾਂ ਡਿਜੀਟਲ ਮਾਰਕੀਟਿੰਗ ਸਟ੍ਰੈਟਜੀ ਯੂਜ਼ ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ ਸਰਚ ਇੰਜਨ ਮਾਰਕੀਟਿੰਗ। ਯਾਨੀ ਕਿ SERP ਜਦੋਂ ਕਿਸੇ ਸਰਚ ਇੰਜਨ ਦੇ ਵਿੱਚ ਆਪਾਂ ਸਰਚ ਮਾਰਦੇ ਆ ਉਹਦਾ ਜਿਹੜਾ SERP ਜਿਹੜਾ ਹੈਗਾ ਸਰਚ ਇੰਜਨ ਰਿਜ਼ਲਟ ਪੇਜ ਜਿਹੜਾ ਹੈਗਾ ਵਾ ਉਹ ਡਿਸਪਲੇ ਹੁੰਦਾ ਵਾ, ਉਹਦੇ ਵਿੱਚ ਸਾਡਾ ਜਿਹੜਾ ਪੇਜ ਹੈਗਾ ਵਾ ਉਹਦੀ ਵਿਜ਼ਿਬਿਲਿਟੀ ਯਾਨੀ ਕਿ ਉਹ ਸਭ ਨਾਲੋਂ ਜ਼ਿਆਦਾ ਉੱਪਰ ਆਵੇ ਜਾਂ ਸਭ ਨਾਲੋਂ ਜ਼ਿਆਦਾ ਵੱਧ ਸਰਚਸ ਦੇ ਵਿੱਚ ਉਹ ਸ਼ੋ ਹੋਵੇ। While the industry term once referred to both organic search activities such as search engine optimization and paid, it is now refers almost exclusively to the paid search advertising। ਸੋ ਸਰਚ ਇੰਜਨ ਮਾਰਕੀਟਿੰਗ ਜਿਹੜੀ ਹੈਗੀ ਆ that is exclusively ਉਹਦਾ ਮਤਲਬ ਇਹ ਹੈ, ਉਹਦਾ ਮਤਲਬ ਬਿਲਕੁਲ ਇਹ ਹੀ ਹੈ ਕਿ ਉਹ ਪੇਡ ਸਰਚ ਐਡਵਰਟਾਈਜ਼ਿੰਗ ਹੈਗੀ। ਸੋ ਸਰਚ ਇੰਜਨ ਮਾਰਕੀਟਿੰਗ ਦਾ ਮਤਲਬ ਹੈ ਅਸੀਂ ਸਰਚ ਇੰਜਨ ਵਾਲੇ ਨੂੰ, ਯਾਹੂ ਵਾਲਿਆਂ ਨੂੰ, ਗੂਗਲ ਵਾਲਿਆਂ ਨੂੰ, ਬਿੰਗ ਵਾਲਿਆਂ ਨੂੰ ਆਪਾਂ ਪੇ ਕਰਾਂਗੇ ਤਾਂ ਜੋ ਸਾਡੀ ਜਿਹੜੀ ਚੀਜ਼ ਹੈ ਸਭ ਨੂੰ ਉੱਪਰ ਡਿਸਪਲੇ ਹੋਵੇ। ਹਾਲਾਂਕਿ ਉਹਦੇ ਵਿੱਚ ਸਰਚ ਇੰਜਨ ਆਪ ਡਿਸਾਈਡ ਕਰਦਾ ਵਾ ਕਿ ਇੱਕ ਤਾਂ ਤੁਸੀਂ ਪੈਸੇ ਜਿੰਨੇ ਦਿੱਤੇ ਹੈਗੇ ਆ ਉਹ,
प्लस ਤੁਹਾਡਾ ਜਿਹੜਾ ਵੈਬ ਪੇਜ ਆ ਉਹਦੀ ਕੀ ਕੁਆਲਿਟੀ ਆ, ਉਹਦੇ 'ਚ ਕਿੰਨੇ ਲੋਕਾਂ ਨੇ ਵਿਜ਼ਿਟ ਕੀਤਾ ਹੈਗਾ ਵਾ, ਉਹ ਸਾਰਾ ਕੁਝ ਉਹ ਦੇਖ ਕੇ ਫਿਰ ਉਹ ਜਿਹੜਾ ਹੈਗਾ ਡਿਸਪਲੇ ਕਰਦਾ ਹੈਗਾ, ਈਵਨ ਤੁਸੀਂ ਜੇ ਖਰੀਦਿਆ ਵੀ ਹੈਗਾ ਵਾ। ਜਿਹੜੀ ਸਰਚ ਇੰਜਨ ਮਾਰਕੀਟਿੰਗ ਹੈਗੀ ਆ, ਸਰਚ ਇੰਜਨ ਮਾਰਕੀਟਿੰਗ ਇਜ਼ ਆਲਸੋ ਆਲਟਰਨੇਟਲੀ ਰੈਫਰਡ ਟੂ ਐਜ਼ ਪੇਡ ਸਰਚ ਔਰ ਪੇ ਪਰ ਕਲਿੱਕ ਵੀ ਇਹਨੂੰ ਆਪਾਂ ਜਿਹੜਾ ਹੈਗਾ ਵਾ ਕਹਿੰਦੇ ਹੈਗੇ। ਸੋ PPC ਵੀ ਇਹਨੂੰ ਕਹਿੰਦੇ ਆ, ਜਿਹੜੀ ਸਰਚ ਇੰਜਨ ਮਾਰਕੀਟਿੰਗ ਇਹਦੇ ਲਈ ਇੱਕ ਹੋਰ ਟਰਮ ਜਿਹਨੂੰ ਆਪਾਂ ਕਹਿੰਦੇ PPC, ਪੇ ਪਰ ਕਲਿੱਕ। Why SEM, search engine marketing, is important? So with an increasing number of consumers researching and shopping for products online, search engine marketing has become a crucial online marketing strategy for increasing a company's reach. In fact, the majority of new visitors to a website find it by performing a query on search engine. ਸਭ ਨੂੰ ਜ਼ਿਆਦਾ ਜਿਹੜਾ ਇੰਪੋਰਟੈਂਟ ਡਿਜੀਟਲ ਮਾਰਕੀਟਿੰਗ ਦੇ ਵਿੱਚ ਚੀਜ਼ ਹੈਗੀ ਆ ਸਰਚ ਇੰਜਨ। ਤੇ ਸਰਚ ਇੰਜਨ ਜਦੋਂ ਵੀ ਕਿਸੇ ਯੂਜ਼ਰ ਨੇ ਆਨਲਾਈਨ ਜਾਂਦਾ ਵਾ, ਉਹ ਸਭ ਤੋਂ ਪਹਿਲਾਂ ਕਿਸੇ ਵੀ ਚੀਜ਼ ਦੇ ਬਾਰੇ ਜਿਹੜੀ ਸਰਚ ਮਾਰਦਾ ਵਾ, ਉਹ ਕਿਸ ਚੀਜ਼ ਦੇ ਵਿੱਚ ਮਾਰਦਾ? ਸਰਚ ਇੰਜਨ ਦੇ ਵਿੱਚ। ਚਾਹੇ ਉਹ ਯਾਹੂ 'ਚ ਮਾਰਦਾ, ਚਾਹੇ ਉਹ ਗੂਗਲ ਦੇ ਵਿੱਚ ਸਰਚ ਮਾਰਦਾ ਹੈਗਾ, ਚਾਹੇ ਉਹ ਬਿੰਗ ਦੇ ਵਿੱਚ ਸਰਚ ਕਰਦਾ ਹੈਗਾ। ਸੋ ਜਦੋਂ ਸਰਚ ਕਰਦਾ ਹੈਗਾ ਵਾ ਯੂਜ਼ਰ, ਉਹ ਜਿਹੜਾ ਹੈਗਾ ਵਾ ਯੂਜ਼ਰ ਨੂੰ ਜਿਹੜਾ ਹੈਗਾ ਤੁਸੀਂ ਪੈਸੇ ਦੇ ਕੇ ਆਪਣੀ ਸਾਈਟ ਵੱਲ ਨੂੰ ਲਿਆਉਣਾ ਹੈਗਾ। ਉਸ ਲਈ ਤੁਸੀਂ ਜਿਹੜੀ ਹੈਗੀ ਆ ਸਰਚ ਇੰਜਨ ਮਾਰਕੀਟਿੰਗ ਕਰਦੇ ਆ, ਤੁਸੀਂ ਗੂਗਲ ਨੂੰ ਪੈਸੇ ਦਿੰਦੇ ਆ, ਤੁਸੀਂ ਯਾਹੂ ਨੂੰ ਪੈਸੇ ਦਿੰਦੇ ਆ ਵੀ ਭਾਈ ਸਾਹਿਬ ਇਹ ਜਿਹੜਾ ਸਾਡਾ ਜਿਹੜਾ ਪੇਜ ਹੈਗਾ ਵਾ, ਜਦੋਂ ਕੋਈ ਵੀ ਇਸ ਕੀਵਰਡ ਦੇ ਬਾਰੇ, ਜੇ ਮੰਨ ਲਓ ਤੁਸੀਂ ਵੈਕਿਊਮ ਕਲੀਨਰ ਵੇਚਦੇ ਪਏ ਆ, ਤੇ ਵੈਕਿਊਮ ਕਲੀਨਰ ਦੀ ਜਦੋਂ ਉਹ ਸਰਚ ਮਾਰੇ ਤੇ ਸਾਡਾ ਜਿਹੜਾ ਰਿਜ਼ਲਟ ਹੈ ਸਭ ਨੂੰ ਟੌਪ ਦੇ ਉੱਤੇ ਆਵੇ, ਜਾਂ ਪਹਿਲੇ 3 ਜਿਹੜੇ ਹੈਗੇ ਆ ਰਿਜ਼ਲਟ ਉਹਨਾਂ ਦੇ ਵਿੱਚ ਆਵੇ। ਸੋ ਇਸ ਕਰਕੇ ਜਿਹੜਾ ਹੈਗਾ ਸਰਚ ਇੰਜਨ ਮਾਰਕੀਟਿੰਗ ਇੰਨੀ ਇੰਪੋਰਟੈਂਟ ਹੈ, ਕਿਉਂਕਿ ਲਗਭਗ ਸਾਰੇ ਦੇ ਸਾਰੇ ਆਨਲਾਈਨ ਕਸਟਮਰ ਜਿਹੜੇ ਹੈਗੇ ਆ ਸਰਚ ਇੰਜਨ ਮਾਰਕੀਟਿੰਗ ਦੇ ਥਰੂ, ਸਰਚ ਇੰਜਨ ਦੇ ਥਰੂ ਹੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਨਲਾਈਨ ਸ਼ਾਪਿੰਗ ਕਰਦੇ ਹੈਗੇ। ਸੋ ਇਹ ਜਿਹੜਾ ਹੈਗਾ ਵਾ ਜਿੱਦਾਂ ਸਰਚ ਇੰਜਨ ਮਾਰਕੀਟਿੰਗ ਦੀ ਐਗਜ਼ਾਮਪਲ ਹੈਗੀ, ਪਹਿਲਾਂ ਵੀ ਤੁਸੀਂ ਦੇਖ ਲਈ ਹੈਗੀ ਆ, ਠੀਕ ਆ। ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਸਰਚ ਮਾਰੀ ਹੈ ਜਿੱਦਾਂ ਗਲੈਡੀਏਟਰ ਸੈਂਡਲਸ ਫॉर ਮੈਨ। ਸੋ ਇਹ ਐਡ ਆ ਗਈ, ਦੇਖੋ 1 2 3 4 5 ਇਹਨਾਂ ਬੰਦਿਆਂ ਨੇ, ਇਹਨਾਂ ਇੰਡਸਟਰੀ ਵਾਲਿਆਂ ਨੇ ਜਿਹੜੀ ਹੈਗੀ ਆ ਪੈਸੇ ਦਿੱਤੇ ਆ, ਇਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਸਭ ਨੂੰ ਪਹਿਲਾਂ ਡਿਸਪਲੇ ਕਰਦੇ ਪਏ ਹੈਗੇ। ਉਸ ਤੋਂ ਬਾਅਦ ਇਮੇਜ ਜਾਂਦੀਆਂ, ਉਸ ਤੋਂ ਬਾਅਦ ਜਿਹੜੀ ਹੈਗੀ ਆ ਆਰਗੈਨਿਕ ਜਿਹੜੀ ਹੈਗੀ ਆ ਉਹ ਬਾਅਦ ਚ ਸਰਚ ਵੱਜਦੀ ਹੈਗੀ। ਸੋ ਆਰਗੈਨਿਕ ਵੀ ਜ਼ਰੂਰੀ ਹੈ, ਪੇਡ ਵੀ ਹੋਗੀ। ਸੋ ਜਦੋਂ ਸਰਚ ਇੰਜਨ ਆਪਟੀਮਾਈਜੇਸ਼ਨ ਕਰਦੇ ਆ, ਸਰਚ ਇੰਜਨ ਆਪਟੀਮਾਈਜੇਸ਼ਨ ਜਿਹੜੀ ਹੈਗੀ ਆ ਉਹ ਫ੍ਰੀ ਦੇ ਲਈ ਆ, ਜਿਹੜੀ ਸਰਚ ਇੰਜਨ ਮਾਰਕੀਟਿੰਗ ਹੈਗੀ ਆ ਉਹ ਕਿਹਦੇ ਲਈ ਆ? ਪੇਡ ਦੇ ਲਈ ਹੈਗੀ, ਠੀਕ ਆ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹ ਦੇਖੋ ਬਿੰਗ ਦੇ ਵਿੱਚ ਹੈਗੀ ਆ, ਇਹ ਕਿਹਦੇ ਵਿੱਚ ਹੈਗੀ ਆ? ਗੂਗਲ ਦੇ ਵਿੱਚ ਹੈਗੀ ਆ। ਸੋ ਗੂਗਲ ਦੇ ਵਿੱਚ ਜਿਹੜੀ ਹੈਗੀ ਆ ਸਭ ਨੂੰ ਪਹਿਲਾਂ ਕਿਹੜੀ ਆਈ ਹੈਗੀ ਆ? ਜੈਪੁਰ, ਸ਼ੌਪ ਕਲੂਜ਼, ਮੈਨ ਐਕਸਪੀ, ਠੀਕ ਆ। ਹੁਣ ਆਪਾਂ ਉਸ ਦੇ ਵਿੱਚ ਦੇਖਾਂਗੇ ਬਿੰਗ ਦੇ ਵਿੱਚ, ਜਿਹੜੀ ਬਿੰਗ ਹੈਗੀ ਆ ਇਸ ਦੇ ਵਿੱਚ ਸਭ ਨੂੰ ਪਹਿਲਾਂ ਕਿਹੜਾ ਆਇਆ ਵਾ? ਮਿੰਤਰਾ, ਫਲਿੱਪਕਾਰਟ। ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੇ ਮਿੰਤਰਾ ਵਾਲਿਆਂ ਨੇ ਚੰਗੇ ਪੈਸੇ ਜਿਹੜੇ ਹੈਗੇ ਆ ਇਸ ਵਿੱਚ ਖਰਚੇ ਹੈਗੇ ਆ, ਠੀਕ ਆ। ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹ ਵੀ ਜਿਹੜੀ ਹੈਗੀ ਆ ਐਮਾਜ਼ੋਨ ਵਾਲਿਆਂ ਨੇ ਵੀ ਗਲੈਡੀਏਟਰ ਸੈਂਡਲ ਦੀ ਦਿੱਤੀ ਐਡ, ਠੀਕ ਆ। ਮਿੰਤਰਾ ਵਾਲਿਆਂ ਨੇ ਦਿੱਤੀ ਆ। ਇਹ ਜਿਹੜੀ ਫਲਿੱਪਕਾਰਟ ਹੈਗੀ ਆ ਇਹ ਆਰਗੈਨਿਕ ਹੈਗੀ ਸਰਚ। ਸੋ ਇਹ ਸਰਚ ਇੰਜਨ ਆਪਟੀਮਾਈਜੇਸ਼ਨ ਚ ਆ ਜਾਏਗੀ। ਆ ਜਿਹੜੀਆਂ ਪਹਿਲੀਆਂ 2 ਜਿਹੜੀਆਂ ਐਡਵਰਟਾਈਜ਼ਮੈਂਟ ਆ ਉਹ ਕਿਹਦੇ ਵਿੱਚ ਆ ਗਈਆਂ? ਸਰਚ ਇੰਜਨ ਮਾਰਕੀਟਿੰਗ ਦੇ ਵਿੱਚ। ਸੋ ਇਨ ਸਰਚ ਇੰਜਨ ਮਾਰਕੀਟਿੰਗ, advertisers only pay for impressions that result in visitors, making it an efficient way for a company to spend its marketing money. As an added bonus, each visitor incrementally improves the website's ranking in organic search results. So search engine ਜਿਹੜੀ ਮਾਰਕੀਟਿੰਗ ਹੈ, ਠੀਕ ਹੈ, ਇਸ ਦਾ ਸਭ ਨੂੰ ਜਿਹੜਾ ਹੈਗਾ ਵਾ ਜ਼ਿਆਦਾ ਇਸ ਦਾ ਫਾਇਦਾ ਕੀ ਹੈਗਾ ਵਾ ਕਿ ਜਿਹੜਾ ਹੈਗਾ ਵਾ ਇਸ ਦੇ ਵਿੱਚ ਜਿਹੜੇ ਐਡਵਰਟਾਈਜ਼ਰ ਹੈ, ਮੰਨ ਲਓ ਮੈਂ ਐਡਵਰਟਾਈਜ਼ ਕੀਤੀ ਹੈਗੀ ਆ, ਮੈਂ ਜਿਹੜਾ ਹੈਗਾ ਵਾ ਪੈਸੇ ਤਾਂ ਹੀ ਦੇਵਾਂਗਾ ਜੇ ਵਿਜ਼ਟਰ ਜਿਹੜੇ ਆਉਣਗੇ ਮੇਰੇ ਕੋਲ ਵਿਜ਼ਿਟ ਕਰਨਗੇ ਲੋਕੀ, ਫਿਰ ਹੀ ਮੈਂ ਪੈਸੇ ਦੇਵਾਂਗਾ ਉਹਨਾਂ ਨੂੰ, ਸਰਚ ਇੰਜਨ ਵਾਲਿਆਂ ਨੂੰ, ਠੀਕ ਹੈ। ਪਹਿਲਾਂ ਇਹ ਫਾਇਦਾ ਹੋ ਗਿਆ ਕਿ ਜੇ ਵਿਜ਼ਟਰ ਆਉਂਦਾ ਹੈਗਾ ਵਾ ਮੇਰੀ ਐਡਵਰਟਾਈਜ਼ਮੈਂਟ ਨਾਲ, ਫਿਰ ਹੀ ਮੈਂ ਉਹਨੂੰ ਪੈਸੇ ਦੇਣਾ ਪਿਆ। ਉਹ ਕਲਿੱਕ ਕਰਦਾ ਹੈਗਾ ਮੇਰੇ ਪੇਜ ਦੇ ਉੱਤੇ, ਮੇਰੇ ਪੇਜ ਨੂੰ ਵਿਜ਼ਿਟ ਕਰਦਾ ਹੈਗਾ ਤੇ ਉਹ ਉੱਥੇ ਰਿਕਾਰਡ ਹੋ ਜਾਂਦਾ ਕਿ ਉਹਨਾਂ ਨੇ ਜੀ ਤਾਂ ਹੀ ਉਹਨੂੰ ਪੇ ਪਰ ਕਲਿੱਕ ਕਹਿੰਦੇ ਹੈਗੇ, ਕਿ ਜਿੰਨੇ ਕਲਿੱਕ ਕਰੂਗਾ ਯੂਜ਼ਰ ਉਨੇ ਹੀ ਤੁਸੀਂ ਉਹਨੂੰ ਪੈਸੇ ਦੇਣੇ ਹੈਗੇ।
ਠੀਕ ਆ। ਸੋ ਇਹ ਇੱਕ ਤੇ ਇਹ ਇੰਪੋਰਟੈਂਟ, ਮਤਲਬ ਤੁਸੀਂ ਜਿਹੜਾ ਆਪਣੇ ਪੈਸੇ ਆ ਉਹਨੂੰ ਬੜੇ ਐਫੀਸ਼ੀਐਂਟਲੀ ਜਿਹੜਾ ਹੈਗਾ ਵਾ ਮੈਨੇਜ ਕਰੋ। ਤੁਸੀਂ ਇਹ ਨਹੀਂ ਖਰਾਬ ਕਰਦੇ ਪਏ, ਇਹ ਨਹੀਂ ਵੀ ਐਡਵਰਟਾਈਜ਼ਮੈਂਟ ਦੇਤੀ ਕਿਸੇ ਬੰਦੇ ਨੇ ਵਿਜ਼ਿਟ ਹੀ ਨਹੀਂ ਕੀਤਾ ਫਿਰ ਵੀ ਤੁਸੀਂ ਪੈਸੇ ਦੇਈ ਜਾਂਦੇ, ਨਹੀਂ ਇਦਾਂ ਨਹੀਂ ਹੈਗਾ। ਮਤਲਬ ਤੁਸੀਂ ਪੈਸੇ ਦਿੱਤੇ, ਪੈਸੇ ਤਾਂ ਦੇਣੇ ਆ ਜੇ ਤੁਹਾਡਾ ਜਿਹੜਾ ਰਿਜ਼ਲਟ ਜਿਹੜਾ ਆਇਆ ਵਾ ਉਹਦੇ ਉੱਤੇ ਲੋਕੀ ਉਹਨੂੰ ਵਿਜ਼ਿਟ ਕਰਕੇ ਦੇਖਦੇ ਪਏ ਹੈਗੇ। ਫਿਰ ਉਹਦੇ ਚ ਕੁਆਲਿਟੀ ਤੇ ਕੁਆਂਟੀਟੀ ਆ ਜਾਂਦੀ ਅੱਗੇ, ਕਿੰਨੀ ਕੁਆਲਿਟੀ ਆ ਕਿੰਨੀ ਕੁਆਂਟੀਟੀ ਆ, ਠੀਕ ਹੈ, ਜਿੱਦਾਂ ਪਹਿਲਾਂ ਦੱਸਿਆ। ਉਸ ਤੋਂ ਬਾਅਦ ਜਦੋਂ ਵਿਜ਼ਿਟਰ ਵਿਜ਼ਿਟ ਕਰਦੇ ਆ, ਜਿੰਨੇ ਵਿਜ਼ਿਟਰ ਜਿਹੜੇ ਹੈਗੇ ਆ ਵਿਜ਼ਿਟ ਕਰਨਗੇ ਤੁਹਾਡੀ ਵੈਬਸਾਈਟ ਨੂੰ, ਉਨੀ ਹੀ ਤੁਹਾਡੀ ਆਰਗੈਨਿਕ ਸਰਚ ਦੇ ਵਿੱਚ ਰੈਂਕਿੰਗ ਇੰਪਰੂਵ ਹੁੰਦੀ ਆ। ਯਾਨੀ ਕਿ ਆਰਗੈਨਿਕ ਸਰਚ ਦੇ ਵਿੱਚ ਜਿੰਨੇ, ਜੇ ਮੰਨ ਲਓ 2 ਵੈਬਸਾਈਟਾਂ ਪਾ, ਇੱਕ ਦੇ ਵਿੱਚ 1 ਲੱਖ ਬੰਦੇ ਨੇ ਵਿਜ਼ਿਟ ਕੀਤਾ, ਦੂਸਰੀ ਵੈਬਸਾਈਟ ਦੇ ਉੱਤੇ 1000 ਬੰਦੇ ਨੇ ਵਿਜ਼ਿਟ ਕੀਤਾ, ਜਦੋਂ ਦੋਨੇ ਵੈਬਸਾਈਟਾਂ ਡਿਸਪਲੇ ਹੋਣੀਆਂ ਵਾ, ਜਿਹੜੀ 1 ਲੱਖ ਵਾਲੀ ਆ ਉਹ ਸਭ ਨੂੰ ਟਾਪ ਦੇ ਉੱਤੇ ਆਉਣੀ ਆ, ਤੇ 1000 ਵਾਲੀ ਆ ਹੋ ਸਕਦਾ ਚੌਥੇ ਪੰਜਵੇਂ ਪੇਜ ਦੇ ਉੱਤੇ ਡਿਸਪਲੇ ਹੋਵੇ, ਠੀਕ ਆ। ਸੋ 1 ਲੱਖ ਵਾਲੀ ਜਿਹੜੀ ਹੈਗੀ ਆ, ਸੋ ਉਹਨੇ ਪੈਸੇ ਦੇ ਕੇ ਸਭ ਨੂੰ ਪਹਿਲਾਂ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕੀਤਾ, ਜਿਉਂ-ਜਿਉਂ ਲੋਕ ਆਉਂਦੇ ਗਏ ਉਹਦੀ ਜਿਹੜੀ ਹੈਗੀ ਆ ਆਰਗੈਨਿਕ ਸਰਚ ਰੈਂਕਿੰਗ, ਯਾਨੀ ਫ੍ਰੀ ਵਾਲੀ ਰੈਂਕਿੰਗ ਵੀ ਵੱਧਦੀ ਪਈ ਹੈਗੀ। ਇਹ 2 ਐਡਵਾਂਟੇਜ ਹੋ ਗਏ ਇਸ ਚੀਜ਼ ਦੇ। Since consumers enter search engine queries with the intent of finding information of a commercial nature, they are in an excellent state of mind to make a purchase compared to other sites such as social media where users are not explicitly searching for something. Search marketing reaches consumers at exactly the right time when they are open to new information. Unlike the majority of digital advertising, pay-per-click advertising is non-intrusive and does not interrupt their tasks. Results are immediate with search engine marketing. It is arguably the fastest way to drive traffic to the website. ਤਿੰਨੇ ਹੀ ਪੁਆਇੰਟ ਬੜੇ ਜਿਹੜੇ ਹੈਗੇ ਦੱਸਦੇ ਪਏ ਕਿ ਸਰਚ ਇੰਜਨ ਮਾਰਕੀਟ ਦੇ ਕੀ ਐਡਵਾਂਟੇਜ ਹੈਗੇ ਆ। ਪਹਿਲਾ ਕੀ ਹੈਗਾ ਵਾ ਕਿ ਜਿਹੜੀ ਹੈਗੀ ਆ ਸਰਚ ਇੰਜਨ ਦੇ ਵਿੱਚ ਬੰਦਾ ਉਦੋਂ ਹੀ ਸਰਚ ਮਾਰਦਾ ਵਾ ਜਦੋਂ ਉਹਨੇ ਚੀਜ਼ ਖਰੀਦਣੀ ਹੁੰਦੀ ਆ। ਅਨਲਾਈਕ ਸੋਸ਼ਲ ਸਾਈਟ ਦੇ ਵਿੱਚ, ਸੋਸ਼ਲ ਸਾਈਟਾਂ ਤੇ ਉਦਾਂ ਵਿਜ਼ਿਟ ਕਰਦਾ ਹੁੰਦਾ, ਸੋਸ਼ਲ ਸਾਈਟਾਂ ਨੂੰ ਆਪਾਂ ਯੂਜ਼ ਕਰਦੇ ਆ ਕਿ ਜਦੋਂ ਬੰਦਾ ਜਾਵੇ ਸੋਸ਼ਲ ਸਾਈਟ ਦੇ ਉੱਤੇ, ਆਪਾਂ ਉੱਥੇ ਐਡਵਰਟਾਈਜ਼ਮੈਂਟ ਦੇ ਦਈਏ ਤੇ ਉਹ ਕਲਿੱਕ ਕਰੇ, ਪਰ ਉਹਦੇ ਵਿੱਚ ਉਹਦੀ ਖਰੀਦਣ ਦੀ ਕੋਈ ਨਹੀਂ ਹੁੰਦੀ। ਹਾਂ, ਸਾਨੂੰ ਜੇ ਪਹਿਲਾਂ ਪਤਾ ਹੋਵੇ ਵੀ ਇਹ ਬੰਦਾ ਜਿਹੜਾ ਹੈਗਾ ਵਾ ਪਹਿਲਾਂ ਸਰਚ ਕਰਦਾ ਪਿਆ ਸੀ ਇਸ ਚੀਜ਼ ਦੇ ਪ੍ਰੋਡਕਟ ਬਾਰੇ, ਉਹ ਚੀਜ਼ ਆਪਾਂ ਉਸ ਦੇ ਸਰਚ ਸੋਸ਼ਲ ਦੇ ਸਾਈਟ ਦੇ ਉੱਤੇ ਜਿਹੜੀ ਦੇ ਸਕਦੇ ਹਾਂ, ਉਹਦਾ ਐਡਵਾਂਟੇਜ ਹੋਏਗਾ। ਪਰ ਜਦੋਂ ਸਰਚ ਇੰਜਨ ਦੇ ਉੱਤੇ ਜਿਹੜੀ ਆਪਾਂ ਮਾਰਕੀਟਿੰਗ ਕਰਦੇ ਪਏ ਆ, ਉਹਦੇ ਵਿੱਚ ਤੇ ਸਿੱਧੀ ਡਾਇਰੈਕਟਲੀ ਸਾਨੂੰ ਪਤਾ ਹੈਗਾ ਕਿ ਸਰਚ ਇੰਜਨ ਦੇ ਵਿੱਚ ਜਦੋਂ ਕੋਈ ਸਰਚ ਮਾਰਦਾ ਪਿਆ ਹੈਗਾ ਬੰਦਾ, ਇਟ ਮੀਨਸ ਸਰਚ ਕਰਦਾ ਪਿਆ, ਇਟ ਮੀਨਸ ਕਿ ਉਹਨੇ ਚੀਜ਼ ਮੋਸਟ ਲਾਈਕਲੀ ਉਹ ਖਰੀਦਣਾ ਹੀ ਚਾਹੁੰਦਾ ਹੈਗਾ, ਠੀਕ ਆ। ਸੋ ਇਸ ਕਰਕੇ ਜਿਹੜੀ ਹੈਗੀ ਆ, ਇਹ ਜਿਹੜੀ ਹੈਗੀ ਆ ਐਡਵਰਟਾਈਜ਼ਮੈਂਟ ਬਹੁਤ ਵਧੀਆ ਹੈਗੀ, ਸਰਚ ਇੰਜਨ ਮਾਰਕੀਟਿੰਗ ਸਭ ਨੂੰ ਜ਼ਿਆਦਾ ਇਹਦੇ ਵਿੱਚ ਰਿਜ਼ਲਟ ਪ੍ਰੋਡਿਊਸ ਕਰਦੀ ਹੈਗੀ। ਤੇ ਦੂਸਰਾ ਹੈਗਾ ਕਿ ਇਹ ਜਿਹੜੀ ਹੈਗੀ ਆ ਕਿਸੇ ਵੀ ਉਹਦੇ ਕੰਮ ਨੂੰ ਜਿਹੜੀ ਹੈਗੀ ਪ੍ਰਭਾਵਿਤ ਨਹੀਂ ਕਰਦੀ, ਸਿਰਫ ਉਹਦੇ ਵਿੱਚ ਉਹ ਰਿਜ਼ਲਟ ਡਿਸਪਲੇ ਕਰਦਾ। ਜੇ ਉਹ ਦੇਖਣਾ ਚਾਹੁੰਦਾ ਹੈਗਾ ਤੇ ਫਿਰ ਹੀ ਉਹ ਅੱਗੇ ਉਸਦੇ ਜਾਂਦਾ ਹੈਗਾ, ਉਹਦੇ ਕਿਸੇ ਵੀ ਕੰਮ ਨੂੰ ਉਹ ਜਿਹੜਾ ਅਫੈਕਟ ਨਹੀਂ ਕਰਦੀ, ਜਿਹੜਾ ਵੀ ਵਿਜ਼ਟਰ ਹੁੰਦਾ ਹੈਗਾ। ਤੇ ਤੀਸਰਾ ਜਿਹੜਾ ਹੈਗਾ ਵਾ ਕਿ ਇਹਦੇ ਵਿੱਚ ਜਿਹੜੇ ਰਿਜ਼ਲਟਸ ਹੁੰਦੇ ਆ, ਦੋਜ਼ ਆਰ ਇਮੀਡੀਏਟਲੀ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਸਰਚ ਇੰਜਨ ਮਾਰਕੀਟਿੰਗ ਦੇ ਵਿੱਚ। ਤੇ ਸਭ ਨਾਲੋਂ ਜਿਹੜਾ ਹੈਗਾ ਫਾਸਟੈਸਟ ਵੇ ਹੈਗਾ ਵਾ ਟ੍ਰੈਫਿਕ ਨੂੰ ਵਧਾਉਣ ਦਾ ਆਪਣੀ ਵੈਬਸਾਈਟ ਦੇ ਉੱਤੇ। ਸੋ ਇਹ 3 ਜਿਹੜੇ ਹੈਗੇ ਆ ਬਹੁਤ ਹੀ ਜਿਹੜੇ ਇੰਪੋਰਟੈਂਟ ਜਿਹੜੇ ਹੈਗੇ ਆ, ਇਹਦੇ ਐਡਵਾਂਟੇਜਸ ਹੈਗੇ ਆ। ਹਾਊ SEM ਵਰਕਸ, ਸਰਚ ਇੰਜਨ ਮਾਰਕੀਟਿੰਗ ਕਿੱਦਾਂ ਵਰਕ ਕਰਦੀ ਹੈਗੀ। Search engine uses complicated algorithms to ensure the most relevant results are returned for each search, including location and other available information. So ਇਹਦੇ ਵਿੱਚ ਉਹ ਐਲਗੋਰਿਥਮ ਯੂਜ਼ ਕਰਦੀ ਆ, ਠੀਕ ਹੈ, ਔਰ ਉਹ ਚੈੱਕ ਕਰਦੀ ਹੈ ਕਿ ਜਿਹੜੀ ਹੈਗੀ ਆ ਕਿਸ ਲੋਕੇਸ਼ਨ ਤੇ ਬੰਦੇ ਨੇ ਸਰਚ ਮਾਰੀ ਆ, ਤੇ ਉਸ ਲੋਕੇਸ਼ਨ ਦੇ ਨਾਲ ਰਿਲੇਟਡ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਬੰਦੇ ਨੂੰ, ਜੇ ਇੰਡੀਆ ਦੇ ਵਿੱਚ ਮਾਰੀ ਤੇ ਇੰਡੀਆ ਦੀਆਂ ਜਿਹੜੀਆਂ ਵੈਬਸਾਈਟ ਉਹ ਡਿਸਪਲੇ ਕਰਦੀ ਹੈਗੀ ਆ। ਤੇ ਜੇ ਮੰਨ ਲਓ ਤੁਸੀਂ ਇਹ ਸਰਚ ਮਾਰੀ ਆ ਹੋਟਲਸ ਇਨ ਜਲੰਧਰ, ਤੇ ਉਹ ਜਲੰਧਰ ਦੇ ਹੋਟਲਸ ਦੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਦਿੰਦੀ ਆ, ਉਹ ਐਲਗੋਰਿਥਮ ਯੂਜ਼ ਕਰਦੀ ਹੈਗੀ। In paid search advertising, sponsored ads appear at the top of and on the side of search engine result pages to gain more visibility and prominence than the organic results. Naturally ਜਿਹੜੇ ਹੈਗੇ ਆ paid ਜਿਹੜੇ result ਹੁੰਦੇ ਆ, ਉਹ ਸਭ ਨੂੰ ਜ਼ਿਆਦਾ ਟੌਪ ਦੇ ਉੱਤੇ ਹੁੰਦੇ ਆ ਜਾਂ ਸੱਜੇ ਪਾਸੇ ਹੁੰਦੇ ਆ, ਤਾਂ ਜੋ ਉਹ ਯੂਜ਼ਰ ਨੂੰ ਸਭ ਨੂੰ ਜ਼ਿਆਦਾ, ਵਿਜ਼ਟਰ ਨੂੰ ਸਭ ਨੂੰ ਜ਼ਿਆਦਾ ਵਿਜ਼ੀਬਲ ਹੋਣ।
ਤੇ ਤਾਂ ਜੋ ਜਿਹੜਾ ਹੈਗਾ ਵਾ ਵਿਜ਼ਟਰ ਜਿਹੜਾ ਹੈਗਾ ਵਾ ਵਿਜ਼ਟਰ ਨੂੰ ਨਹੀਂ ਪਤਾ ਲੱਗਦਾ ਕਿ ਉਹ ਐਡਵਰਟਾਈਜ਼ਮੈਂਟ ਹੈਗੀ ਆ ਆਮ ਤੌਰ ਤੇ ਜਨਰਲੀ ਵਿਜ਼ਟਰ ਨੂੰ ਤੇ ਇਹੀ ਲੱਗਦਾ ਕਿ ਇਹ ਜਿਹੜੀ ਹੈਗੀ ਆ ਬਹੁਤ ਵਧੀਆ ਚੀਜ਼ ਆ ਉਹਨੂੰ ਫੋਟੋਗ੍ਰਾਫ ਦੇ ਨਾਲ ਸ਼ੋਅ ਕੀਤੀ ਹੁੰਦੀ ਆ ਤੇ ਉਹ ਵਿਜ਼ਟਰ ਜਿਹੜਾ ਹੈਗਾ ਵਾ ਪੇਡ ਵੱਲ ਨੂੰ ਜ਼ਿਆਦਾ ਅਟਰੈਕਟ ਹੁੰਦਾ ਵਾ ਉਹਦੇ ਨਾਲ ਜਿਹੜੀ ਹੈਗੀ ਆ ਜਿਹੜੇ ਆਰਗੈਨਿਕ ਰਿਜ਼ਲਟ ਦੀ ਬਜਾਏ ਉਹ ਪੇਡ ਵੱਲ ਨੂੰ ਜ਼ਿਆਦਾ ਜਿਹੜਾ ਹੈਗਾ ਵਿਜ਼ਿਟ ਕਰਦਾ ਹੈਗਾ ਸੋ ਸਰਚ ਇੰਜਨ ਮਾਰਕੀਟਿੰਗ ਦਾ ਮਤਲਬ ਹੀ ਇਹ ਹੁੰਦਾ ਵਾ ਕਿ ਜਿਹੜੇ ਲੋਕਾਂ ਨੇ ਪੈਸੇ ਦਿੱਤੇ ਆ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਜ਼ਿਆਦਾ ਉਹਨੂੰ ਜ਼ਿਆਦਾ ਜਿਹੜਾ ਵਿਜ਼ਟਰ ਹੈਗਾ ਉਹਨਾਂ ਵੱਲ ਜਾਵੇ ਕਿਉਂਕਿ ਪੈਸੇ ਉਹਨਾਂ ਨੇ ਕਮਾਉਣੇ ਹੈਗੇ ਇਸ ਚੀਜ਼ ਤੋਂ ਠੀਕ ਹੈ ਲੈਟਸ ਸੇ that you are a customer looking for a product or a service online you go to the search engine and type in your search terms also known as keywords so naturally ਜਦੋਂ ਤੁਸੀਂ ਸਰਚ ਮਾਰਦੇ ਆ ਤੇ ਆਪਣੇ ਕੀਵਰਡਸ ਜਿਹੜੇ ਐਂਟਰ ਕਰਦੇ ਆ ਚਾਹੇ ਉਹ ਗੂਗਲ ਹੋਵੇ ਚਾਹੇ ਉਹ ਯਾਹੂ ਹੋਵੇ ਚਾਹੇ ਉਹ ਬਿੰਗ ਹੋਵੇ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਵਾ in your search result page you will come across various company ads whose keywords match the keywords in your search ਸੋ ਜਿੱਦਾਂ ਪਹਿਲਾਂ ਦਿਖਾਇਆ ਜਿੱਦਾਂ ਵੈਕਿਊਮ ਕਲੀਨਰ ਮਾਰਿਆ ਹੈਗਾ ਤਾਂ ਵੈਕਿਊਮ ਕਲੀਨਰ ਦੇ ਨਾਲ ਜਿਹੜੀਆਂ ਵੀ ਵੈਬਸਾਈਟ ਦੇ ਉੱਤੇ ਵੈਕਿਊਮ ਕਲੀਨਰ ਵਰਡ ਸੀਗੇ ਉਹ ਸਾਰੀਆਂ ਦੀਆਂ ਸਾਰੀਆਂ ਡਿਸਪਲੇ ਕਰਤੀਆਂ ਚਾਹੇ ਉਹ ਵੀਡੀਓ ਸੀਗੀਆਂ ਚਾਹੇ ਉਹ ਕੁਐਸਚਨ ਆਨਸਰ ਸੀਗੇ ਚਾਹੇ ਉਹ ਰਿਲੇਟਡ ਸਰਚ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਸਰਚ ਇੰਜਨ ਮਾਰਕੀਟਿੰਗ ਜਿਹੜਾ ਰਿਜ਼ਲਟ ਪੇਜ ਆ ਉਹਦੇ ਵਿੱਚ ਡਿਸਪਲੇ ਹੋ ਗਈਆਂ ਉਸ ਤੋਂ ਬਾਅਦ these ads appear in prominent locations on the page along with the other search listings that match your keywords. The paid listings are highly relevant to your specific search, making it likely that you will click on them. ਸੋ ਜੇ ਵੈਕਿਊਮ ਕਲੀਨਰ ਦੀ ਮਾਰਦੇ ਆ ਤੇ ਵੈਕਿਊਮ ਕਲੀਨਰ ਦੇ ਨਾਲ ਰਿਲੇਟਡ ਹੀ ਹੁੰਦੀ ਆ ਤੇ ਤੁਸੀਂ ਦੇਖਦੇ ਸਾਰੀ ਇੱਕੋ ਦਮ ਉਹਨੂੰ ਜਿਹੜਾ ਹੈਗਾ ਵਿਜ਼ਿਟ ਕਰਦੇ ਹੈਗੇ ਆ ਪਲੱਸ ਜਿਹੜੀਆਂ ਐਡਵਰਟਾਈਜ਼ਮੈਂਟ ਹੁੰਦੀਆਂ ਵਾ ਉਹ ਤੁਹਾਨੂੰ ਜ਼ਿਆਦਾ ਦਿਖਾਈ ਦਿੰਦੀਆਂ ਪੇਜ ਨੂੰ ਡਿਜ਼ਾਈਨ ਹੀ ਇਸ ਤਰੀਕੇ ਦੇ ਨਾਲ ਕਰਦੇ ਆ ਸਰਚ ਇੰਜਨ ਰਿਜ਼ਲਟ ਪੇਜ ਨੂੰ ਕਿ ਜਿਹੜੀਆਂ ਪੇਡ ਹੈਗੀਆਂ ਵਾ ਸਭ ਨੂੰ ਜਿਹੜੀਆਂ ਹੈਗੀਆਂ ਉੱਪਰ ਸ਼ੋ ਹੋਣ ਠੀਕ ਹੈ ਉਸ ਤੋਂ ਬਾਅਦ ਨਾਓ ਲੈਟਸ ਟੇਕ ਅ ਲੁੱਕ ਐਟ ਹਾਊ SEM ਕੈਂਪੇਨਸ ਵਰਕ ਫਰਮ ਦਾ ਮਾਰਕੀਟਰਸ ਪਰਸਪੈਕਟਿਵ ਜਿਹੜਾ ਮਾਰਕੀਟਿੰਗ ਕਰਦਾ ਪਿਆ ਵਾ ਉਹਦੇ ਐਂਗਲ ਤੋਂ SEM ਕਿਦਾਂ ਜਿਹੜਾ ਹੈਗਾ ਸਰਚ ਇੰਜਨ ਮਾਰਕੀਟਿੰਗ ਕੈਂਪੇਨ ਕਿਦਾਂ ਕੰਮ ਕਰਦੀ ਆ ਪਹਿਲਾਂ ਤਾਂ ਸੀਗਾ ਨਾ ਵੀ ਉਹ ਬੰਦਿਆਂ ਦੇ ਹਿਸਾਬ ਜਿਹੜੇ ਵਿਜ਼ਟਰਸ ਹੈਗੇ ਆ ਉਹਦੇ ਐਂਗਲ ਤੋਂ ਸੀਗੀ ਹੁਣ ਜਿਹੜਾ ਸਰਚ ਇੰਜਨ ਜਿਹੜਾ ਹੈਗਾ ਵਾ ਮਾਰਕੀਟਿੰਗ ਕੈਂਪੇਨ ਕਰਦਾ ਜਿਹੜਾ ਬੰਦਾ ਸੈਲ ਕਰਦਾ ਪਿਆ ਹੈਗਾ ਉਹ ਕਿੱਦਾਂ ਦੇਖਦਾ ਹੈਗਾ ਇਸ ਚੀਜ਼ ਨੂੰ ਉਹਦਾ ਉਹ ਕੀ ਹੈਗਾ ਵਾ SEM ਨੈਟਵਰਕਸ ਆਰ ਸੈਲਫ ਸਰਵ ਆਪਰੇਸ਼ਨਸ ਜਿਹੜਾ ਸਰਚ ਇੰਜਨ ਮਾਰਕੀਟਿੰਗ ਨੈਟਵਰਕਸ ਹੈਗੇ ਆ ਉਹ ਸੈਲਫ ਸਰਵ ਆਪਰੇਸ਼ਨਸ ਹੁੰਦੇ ਆ once a marketer selects a network he or she can get a campaign up within a short period of time ਸੋ ਜਿਹੜੇ SEM ਨੈਟਵਰਕਸ ਹੁੰਦੇ ਹੈਗੇ ਆ ਉਹ ਸੈਲਫ ਸਰਵ ਆਪਰੇਸ਼ਨ ਹੁੰਦੇ ਆ ਉਹਦੇ ਵਿੱਚ ਜਿਹੜਾ ਹੁਣ ਜੇ ਤੁਸੀਂ ਗੂਗਲ ਕਰ ਲਿਆ ਯਾਹੂ ਕਰ ਲਿਆ ਜਾਂ ਜਿਹੜਾ ਵੀ ਕਰ ਲਿਆ ਜਿਉਂ ਹੀ ਤੁਸੀਂ ਉਹ ਸਿਲੈਕਟ ਕਰ ਲਿਆ ਹੈਗਾ ਵਿਦਨ ਸ਼ਾਰਟ ਟਾਈਮ ਦੇ ਵਿੱਚ ਜਿਹੜੀ ਹੈਗੀ ਆ ਤੁਹਾਡਾ ਸਾਰਾ ਜਿਹੜੀ ਮਾਰਕੀਟਿੰਗ ਉਹ ਸ਼ੁਰੂ ਹੋ ਜਾਣੀ ਹੈ ਇਹ ਨਹੀਂ ਵੀ 10 ਦਿਨ ਲੱਗ ਜਾਣੇ 15 ਦਿਨ ਲੱਗ ਜਾਣੇ ਸੋ ਇਸ ਤਰੀਕੇ ਨਾਲ ਹੁੰਦੀ ਤੁਸੀਂ ਐਜ਼ ਅ ਮਾਰਕੀਟਰ ਸਿਲੈਕਟ ਕਰਦੇ ਪੈਸੇ ਦਿੰਦੇ ਆ ਤੇ ਨਾਲ ਦੀ ਨਾਲ ਹੀ ਜਿਹੜੀ ਹੈਗੀ ਆ ਤੁਹਾਡਾ ਕੰਮ ਸ਼ੁਰੂ ਹੋ ਜਾਂਦਾ ਮਾਰਕੀਟਿੰਗ ਵਾਲਾ ਸੋ ਇਸ ਦੇ ਵਿੱਚ ਜਿਹੜੀ ਹੈਗੀ ਆ ਜਦੋਂ SEM ਜਿਹੜੀ ਹੈਗੀ ਆ ਮਾਰਕੀਟਿੰਗ ਆਪਾਂ ਸ਼ੁਰੂ ਕਰਦੇ ਆ ਉਹਦੇ ਚ ਕੀ ਹੁੰਦਾ ਵਾ ਵੈਨ ਸੈਟਿੰਗ ਅਪ ਅ ਕੈਂਪੇਨ ਵਿਦਨ ਐਨ SEM ਨੈਟਵਰਕ ਦੀ ਮਾਰਕੀਟਰ ਇਜ਼ ਪ੍ਰੋਮਪਟਡ ਟੂ ਜਿਹੜਾ ਮਾਰਕੀਟ ਕਰ ਰਿਹਾ ਹੈਗਾ ਵਾ ਜਿਹੜਾ ਪ੍ਰੋਡਕਟ ਸੈਲ ਕਰ ਰਿਹਾ ਹੈਗਾ ਵਾ ਜਦੋਂ ਉਹ SEM ਨੈਟਵਰਕ ਦੇ ਉੱਤੇ ਆਪਣੀ ਜਿਹੜੀ ਹੈਗੀ ਆ ਮਾਰਕੀਟਿੰਗ ਐਡਵਰਟਾਈਜ਼ਿੰਗ ਕਰਨਾ ਸ਼ੁਰੂ ਕਰਦਾ ਹੈਗਾ ਵਾ ਤੇ ਉਸ ਨੂੰ ਇਹ ਚਾਰ ਚੀਜ਼ਾਂ ਪੁੱਛਦੇ ਹੈਗੇ ਆ ਪਹਿਲਾ ਹੈਗਾ ਵਾ ਕੰਡਕਟ ਕੀਵਰਡ ਰਿਸਰਚ ਐਂਡ ਸਿਲੈਕਟ ਅ ਸੈਟ ਆਫ ਕੀਵਰਡ ਰਿਲੇਟਡ ਟੂ देयर ਵੈਬਸਾਈਟ ਔਰ ਪ੍ਰੋਡਕਟ ਸੋ ਸਭ ਨੂੰ ਪਹਿਲਾਂ ਰਿਸਰਚ ਕਰਨੀ ਹੁੰਦੀ ਆ ਕਿ ਕਿਹੜੇ ਕੀਵਰਡ ਜਿਹੜੇ ਹੈਗੇ ਆ ਉਹ ਯੂਜ਼ ਕਰਦੇ ਪਏ ਲੋਕੀ ਉਸ ਪ੍ਰੋਡਕਟ ਦੇ ਲਈ ਜਿਹੜੀ ਇਹਨੇ ਸੈਲ ਕਰਨਾ ਮੰਨ ਲਓ ਵੈਕਿਊਮ ਕਲੀਨਰ ਸੈਲ ਕਰਨਾ ਹੈਗਾ ਵੈਕਿਊਮ ਕਲੀਨਰ ਨੂੰ ਸਰਚ ਕਰਨ ਦੇ ਲਈ ਲੋਕੀ ਕਿਹੜੇ ਕੀਵਰਡ ਜਿਹੜੇ ਹੈਗੇ ਆ ਉਹ ਐਂਟਰ ਕਰਦੇ ਪਏ ਹੈਗੇ ਆ ਉਹ ਕੀਵਰਡ ਜਿਹੜੇ ਹੈਗੇ ਆ ਤੁਸੀਂ ਸਿਲੈਕਟ ਕਰਨੇ ਹੁੰਦੇ ਆ ਕੈਂਪੇਨ ਆਪਣੀ ਸਟਾਰਟ ਕਰਨ ਤੋਂ ਵਿੱਚ ਉਹ ਆਪਸ਼ਨ ਦਿੰਦੇ ਆ ਤੁਹਾਨੂੰ SEM ਦੇ ਵਿੱਚ ਉਸ ਤੋਂ ਬਾਅਦ ਸੈਕੰਡ ਹੈਗਾ ਸਿਲੈਕਟ ਅ ਜੀਓਗ੍ਰਾਫਿਕ ਲੋਕੇਸ਼ਨ ਫॉर ਦੀ ਐਡ ਟੂ ਬੀ ਡਿਸਪਲੇਡ ਵਿਦਨ ਉਸ ਤੋਂ ਬਾਅਦ ਉਹ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਏਰੀਆ ਸਿਲੈਕਟ ਕਰੋ 50 ਕਿਲੋਮੀਟਰ ਦੇ ਵਿੱਚ ਕਰਨਾ ਹੈਗਾ 20 ਕਿਲੋਮੀਟਰ ਦੇ ਵਿੱਚ ਕਰਨਾ ਹੈਗਾ ਪੰਜਾਬ ਦੇ ਵਿੱਚ ਕਰਨਾ ਇੰਡੀਆ ਦੇ ਵਿੱਚ ਕਰਨਾ ਠੀਕ ਹੈ ਸੋ ਉਹ ਸਾਰਾ ਕੁਝ ਜਿਹੜਾ ਹੈਗਾ ਜੀਓਗ੍ਰਾਫਿਕਲ ਲੋਕੇਸ਼ਨ ਪੁੱਛਦੇ ਹੈਗੇ ਤੁਹਾਡੇ ਕੋਲ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਕ੍ਰੀਏਟ ਅ ਟੈਕਸਟ ਬੇਸ ਐਡ ਟੂ ਡਿਸਪਲੇ ਇਨ ਦਾ ਸਰਚ ਰਿਜ਼ਲਟਸ ਸੋ ਤੀਸਰਾ ਸਟੈਪ ਉਹ ਕਹਿੰਦੇ ਆ ਕਿ ਇੱਕ ਟੈਕਸਟ ਬੇਸ ਐਡ ਵੀ ਜਿਹੜੀ ਹੈਗੀ ਆ ਕ੍ਰੀਏਟ ਕਰੋ ਜਿਹੜੀ ਕਿ ਸਰਚ ਇੰਜਨ ਦੇ ਵਿੱਚ ਤੁਹਾਡੀ ਉਹ ਡਿਸਪਲੇ ਹੋਏਗੀ ਜਦੋਂ ਵੈਕਿਊਮ ਕਲੀਨਰ ਦੀ ਸਰਚ ਮਾਰੇਗਾ ਉਹਦੀ ਇੱਕ ਟੈਕਸਟ ਜਿਹੜੀ ਹੈਗੀ ਆ
ਟੈਕਸਟ ਲਿਖ ਕੇ ਪੈਰਾਗ੍ਰਾਫ ਉਹਨੂੰ ਪਾਓ ਵਿੱਚ, ਉਹ ਫਿਰ ਜਿਹੜਾ ਹੈਗਾ ਡਿਸਪਲੇ ਹੋਏਗਾ। ਉਸ ਤੋਂ ਬਾਅਦ ਚੌਥਾ ਸਟੈਪ ਉਹ ਕਹਿੰਦੇ ਹੈਗੇ ਆ ਬਿਡ ਔਨ ਏ ਪ੍ਰਾਈਸ ਦੇ ਆਰ ਵਿਲਿੰਗ ਟੂ ਪੇ ਫॉर ਈਚ ਕਲਿੱਕ ਔਨ देयर ਐਡ। ਉਸ ਤੋਂ ਬਾਅਦ ਕੀ ਹੁੰਦੀ ਹੈ, ਬਿਡਿੰਗ ਹੁੰਦੀ ਹੈ। ਵੱਖਰੇ ਵੱਖਰੇ ਜਿਹੜੇ ਲੋਕ ਵੈਕਿਊਮ ਕਲੀਨਰ ਬਾਰੇ ਮੰਨ ਲਓ ਕਰਨਾ ਚਾਹੁੰਦੇ ਹੈਗੇ ਐਡਵਰਟਾਈਜ਼ਮੈਂਟ, ਜਾਂ ਹੋਰ ਪ੍ਰੋਡਕਟ ਬਾਰੇ ਕਰਨਾ ਚਾਹੁੰਦੇ ਹੈਗੇ ਆ, ਉਹ ਫਿਰ ਸਾਰੇ ਮਿਲ ਕੇ ਬਿਡਿੰਗ ਕਰਦੇ ਆ। ਸੋ ਸਭ ਨੂੰ ਜਿਹੜਾ ਹਾਈਐਸਟ ਜਿਹੜਾ ਹੁੰਦਾ ਵਾ ਉਹਦੀ ਸਭ ਨੂੰ ਪਹਿਲਾਂ ਹੁੰਦੀ ਆ, ਯਾਨੀ ਕਿ ਉਹਦਾ ਪ੍ਰੋਡਕਟ ਵੀ, ਉਸਦਾ ਪੇਜ ਵੀ ਜਿਹੜਾ ਹੈਗਾ ਵਾ ਉਹਦੀ ਕੁਆਲਿਟੀ ਵੀ ਉਹ ਦੇਖਦਾ ਹੈਗਾ ਕਿ ਉਹ ਪੇਜ ਦੀ ਕਿੰਨੀ ਵਧੀਆ ਕੁਆਲਿਟੀ ਹੈਗੀ ਆ, ਪਲੱਸ ਪੈਸੇ, ਦੋਨੇ ਚੀਜ਼ਾਂ ਦੇਖ ਕੇ ਉਹ ਉਹਨੂੰ ਡਿਸਪਲੇ ਕਰਦਾ ਹੈਗਾ ਵਾ ਸਭ ਨੂੰ ਉੱਪਰ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰਚ ਇੰਜਨ ਜਿਹੜੀਆਂ ਹੈਗੀਆਂ ਮਾਰਕੀਟਿੰਗ ਦੇ ਵਿੱਚ ਹੁੰਦੀਆਂ। ਤੇ ਸਰਚ ਇੰਜਨ ਮਾਰਕੀਟਿੰਗ ਜਿਹੜੀ ਹੈਗੀ ਆ ਜਨਰਲੀ ਇਟ ਇਜ਼ ਕੰਸੀਡਰਡ ਬਾਈ ਮੈਨੀ ਟੂ ਬੀ ਦ ਮੋਸਟ ਐਫੀਸ਼ੀਐਂਟ ਵੇ ਟੂ ਸਪੈਂਡ ਮਾਰਕੀਟਿੰਗ ਡਾਲਰਸ। ਇਨ ਦਾ ਐਂਡ ਆਪਾਂ ਕਹਿ ਸਕਦੇ ਹਾਂ ਕਿ ਸਭ ਨੂੰ ਜ਼ਿਆਦਾ ਜਿਹੜਾ ਹੈਗਾ ਤੁਸੀਂ ਐਫੀਸ਼ੀਐਂਟਲੀ ਜੇ ਆਪਣਾ ਮਾਰਕੀਟਿੰਗ ਦਾ ਬਜਟ ਜਿਹੜਾ ਹੈਗਾ ਵਾ ਉਹ ਸਪੈਂਡ ਕਰ ਸਕਦੇ ਹੈਗੇ ਆ, ਤੇ ਇਹੀ ਹੈ ਸਰਚ ਇੰਜਨ ਮਾਰਕੀਟਿੰਗ ਹੀ ਸਭ ਨੂੰ ਜ਼ਬਰਦਸਤ ਹੈਗੀ ਆ। ਉਸ ਤੋਂ ਬਾਅਦ ਐਗਜ਼ਾਮਪਲਸ ਆਫ ਸਰਚ ਐਡ ਨੈਟਵਰਕਸ ਕਿਹੜੇ ਕਿਹੜੇ ਹੈਗੇ ਆ। देयर आर टू ਪ੍ਰਾਇਮਰੀ ਸਰਚ ਨੈਟਵਰਕਸ that SEM professionals targets are ਕਿਹੜੇ ਕਿਹੜੇ ਹੈਗੇ ਆ, ਗੂਗਲ ਐਡਸ formerly known as ਗੂਗਲ ਐਡਵਰਡਸ ਵੀ ਕਹਿੰਦੇ ਸੀਗੇ, ਹੁਣ ਇਹਨੂੰ ਕਹਿੰਦੇ ਆ ਗੂਗਲ ਐਡਸ। ਤੇ ਦੂਸਰਾ ਕੀ ਹੈਗਾ ਬਿੰਗ ਐਡਸ। ਦੋ ਹੋ ਗਏ ਗੂਗਲ ਐਡਸ ਤੇ ਬਿੰਗ ਐਡਸ, ਦੋਨੇ ਜਿਹੜੇ ਹੈਗੇ ਆ ਕੀ ਹੈਗੇ ਆ SEM ਮਾਰਕੀਟਿੰਗ ਮੇਨ ਜਿਹੜੇ ਹੈਗੇ ਆ ਸਰਚ ਇੰਜਨ ਮਾਰਕੀਟਿੰਗ ਜਿਹੜੇ ਹੈਗੇ ਆ ਉਹ ਨੈਟਵਰਕਸ ਹੈਗੇ ਆ। ਗੂਗਲ ਐਡ ਪਹਿਲੇ ਨੰਬਰ ਤੇ ਆ, ਬਿੰਗ ਐਡ ਜਿਹੜਾ ਹੈਗਾ ਦੂਸਰੇ ਤੇ ਹੈਗਾ। ਇਹ ਗੂਗਲ ਐਡ ਜਿਹੜਾ ਹੈਗਾ ਵਾ ਸਰਚ ਇੰਜਨ ਇਸ ਤਰ੍ਹਾਂ ਦਾ ਹੁੰਦਾ ਵਾ, ਠੀਕ ਹੈ। ਤੇ ਜੇ ਤੁਸੀਂ ਇਹ ਦੇਖੋਗੇ ਇਹ ਬਿੰਗ ਦਾ ਹੈਗਾ ਵਾ ਨੈਕਸਟ, ਇਹ ਬਿੰਗ ਦਾ ਸਰਚ ਇੰਜਨ ਹੈਗਾ ਸਰਚ ਇੰਜਨ ਮਾਰਕੀਟਿੰਗ ਦੇ ਲਈ। ਉਸ ਤੋਂ ਬਾਅਦ ਜਿਹੜਾ ਹੈਗਾ ਗੂਗਲ ਐਡਵਰਡਸ ਇਜ਼ ਐਕਚੁਅਲੀ ਟੂ ਨੈਟਵਰਕਸ, Google search network and Google display network. The first network consists exclusively of search related websites owned by Google, while the second includes properties such as YouTube, Blogger and Gmail. So ਇਸ ਦੇ ਵਿੱਚ ਦੋ ਤਰ੍ਹਾਂ ਦੇ ਹੈਗੇ ਆ, Google search network ਤੇ Google display network। Google AdWords ਦੇ ਵਿੱਚ ਦੋ ਹਿੱਸੇ ਹੈਗੇ ਆ, Google search network ਤੇ Google ਡਿਸਪਲੇ। ਜਿਹੜਾ ਗੂਗਲ ਸਰਚ ਨੈਟਵਰਕ ਹੈਗਾ ਵਾ ਉਹਦੇ ਵਿੱਚ ਸਿਰਫ ਸਰਚ ਰਿਲੇਟਡ ਵੈਬਸਾਈਟ ਹੀ ਹੈਗੀਆਂ ਵਾ ਗੂਗਲ ਦੀਆਂ, ਤੇ ਜਿਹੜਾ ਗੂਗਲ ਡਿਸਪਲੇ ਨੈਟਵਰਕ ਹੈਗਾ ਵਾ ਉਹਦੇ ਵਿੱਚ YouTube ਵੀ ਹੈਗਾ ਵਾ, ਬਲੌਗਰ ਵੀ ਹੈਗਾ ਤੇ ਬਲੌਗਿੰਗ ਵਾਲੀਆਂ ਸਾਈਟਸ ਵੀ ਹੈਗੀਆਂ ਤੇ Gmail ਵੀ ਹੈਗਾ। ਉਹ ਤਿੰਨਾਂ 'ਚ ਸਰਚ ਮਾਰਦਾ। ਹੋਰ ਦੇ ਵਿੱਚ ਪਹਿਲੇ ਦੇ ਵਿੱਚ ਸਿਰਫ ਸਰਚ ਰਿਲੇਟਡ ਵੈਬਸਾਈਟ ਹੀ ਹੈ, ਯਾਨੀ ਕਿ ਗੂਗਲ ਸਰਚ ਨੈਟਵਰਕ ਦੇ ਵਿੱਚ। ਜਿਹੜਾ ਗੂਗਲ ਡਿਸਪਲੇ ਨੈਟਵਰਕ ਹੈਗਾ ਵਾ ਉਸ ਦੇ ਵਿੱਚ ਜਿਹੜੀ ਹੈਗੀ ਹੈ YouTube, ਬਲੌਗਰ ਤੇ Gmail ਵੀ ਹੈਗੀਆਂ। ਇਸ ਤੋਂ ਇਲਾਵਾ ਜਿਹੜਾ the Bing ads allow customers to buy ads on both the Yahoo's network of websites and Bing's network। ਸੋ ਜਿਹੜਾ Bing ads ਹੈਗਾ ਵਾ ਉਹ Yahoo ਤੇ Bing ਦੋਨਾਂ ਨੂੰ ਯੂਜ਼ ਕਰਦਾ ਹੈਗਾ, ਦੋਨਾਂ ਦੀਆਂ ਐਡਸ ਜਿਹੜੀਆਂ ਹੈਗੀਆਂ ਤੁਸੀਂ ਉਸ ਉੱਤੇ ਬਾਈ ਕਰ ਸਕਦੇ ਹੈਗੇ। ਸੋ ਗੂਗਲ ਵਾਲੇ ਦੇ ਵਿੱਚ ਇੰਟਾਇਰਲੀ ਗੂਗਲ, YouTube, ਬਲੌਗਰ ਤੇ Gmail ਹੈਗਾ ਤੇ ਗੂਗਲ ਸਰਚ ਰਿਲੇਟਡ ਵੈਬਸਾਈਟ ਹੈਗੀਆਂ। ਜਿਹੜਾ ਬਿੰਗ ਹੈਗਾ ਵਾ ਉਹਦੇ ਵਿੱਚ ਯਾਹੂ ਦੇ ਨੈਟਵਰਕ ਹੈਗੀਆਂ ਦੀਆਂ ਵੈਬਸਾਈਟ ਹੈਗੀਆਂ ਤੇ ਬਿੰਗ ਦੀਆਂ ਨੈਟਵਰਕ ਸਾਈਟਸ ਹੈਗੀਆਂ। While Google Ads is a much larger network, around 2x the size, the pricing is often lower on Bing Ads। ਸੋ Google Ad ਵੱਡਾ ਹੈਗਾ ਪਰ ਪ੍ਰਾਈਸਿੰਗ ਜਿਹੜੀ ਹੈਗੀ ਆ ਬਿੰਗ ਦੇ ਵਿੱਚ ਘੱਟ ਹੁੰਦੀ ਹੈਗੀ। Marketers may be able to get a better rank for a competitive keyword phrase for less than they get on Google, and some report that the click-through rates are higher as well। So Google ਜਿਹੜਾ ਹੈਗਾ ਵਾ relatively ਕਹਿੰਦੇ costly ਹੈਗਾ ਵਾ as compared to Bing। So ਇਸ ਦੇ ਨਾਲ ਹੀ ਜਿਹੜਾ ਹੈਗਾ ਵਾ ਅੱਜ ਦਾ ਟੌਪਿਕ ਜਿਹੜਾ ਹੈਗਾ ਵਾ ਐਂਡ ਕਰਦੇ ਹਾਂ ਆਪਾਂ। ਸੋ ਆਈ ਹੋਪ ਕਿ ਸਾਰਿਆਂ ਨੂੰ ਸਮਝ ਲੱਗ ਗਈ ਹੋਗੀ। ਜੇ ਨਹੀਂ ਸਮਝ ਲੱਗੀ ਤਾਂ ਤੁਸੀਂ ਜਿਹੜਾ ਹੈਗਾ ਕੁਐਸਚਨ ਵੀ ਪੁੱਛ ਸਕਦੇ ਹੈਗੇ ਇਸ ਦੇ ਵਿੱਚ। ਸੋ ਥੈਂਕਸ ਟੂ ਆਲ।